ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ ਦੇ ਰਾਹੀਂ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਅਤੇ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਹੈਗਾ ਉਹ ਟਰੱਕਿੰਗ ਦੇ ਨਾਲ ਰਿਲੇਟਡ ਜੋ ਚੱਲ ਰਿਹਾ ਉਹਦੇ ਬਾਬਤ ਹੁੰਦਾ ਜੀ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਜੇ ਤੁਸੀਂ 1 ਜਨਵਰੀ ਤੋਂ ਆਪਣੀ ਹੈਲਥ ਇੰਸ਼ੋਰੈਂਸ ਚਾਹੁੰਦੇ ਹੋ ਤਾਂ 20 ਦਸੰਬਰ ਜਿਹੜੀ ਅਖੀਰਲੀ ਤਰੀਕ ਹੈਗੀ ਆ, ਸੋ ਉਸ ਤੋਂ ਪਹਿਲਾਂ ਜ਼ਰੂਰ ਇਹਨਾਂ ਨੂੰ ਸੰਪਰਕ ਕਰੋ ਅਤੇ ਆਪਣੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਜ਼ਰੂਰ ਲਓ। ਕਾਲ ਕਰਨ ਦੇ ਲਈ ਇਹਨਾਂ ਨੂੰ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਰਵਿੰਦਰ ਸਿੰਘ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ ਅਤੇ ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਅਤੇ ਪੰਜਾਬੀਆਂ ਦੀ ਜਿਹੜੀ ਹੈ ਟਰੱਕਿੰਗ ਐਸੋਸੀਏਸ਼ਨ ਨਾਪਟਾ। ਇਸ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਜਿਹੜੀ ਆ ਜੀ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ go-napta.org ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਗੱਲਬਾਤ ਕਰੀਏ। AB5 ਬਿੱਲ ਦੇ ਨਾਲ ਸੰਬੰਧਿਤ ਗੱਲਬਾਤ ਹੋਵੇਗੀ। ਨਾਲ ਹੀ ਜਿਹੜਾ ਆ ਉਹ ELD ਜਿਹੜੀ ਉਹ ਲਾਗੂ ਹੋ ਚੁੱਕੀ ਆ। AOBRD ਜਿਹੜੇ ਆ ਉਹਨਾਂ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਸੋ ਉਸ ਦੇ ਬਾਰੇ ਜਿਹੜੀ ਆਪਾਂ ਉਹ ਗੱਲਬਾਤ ਕਰਾਂਗੇ। ਅਤੇ ਬਾਕੀ ਟਰੱਕਿੰਗ ਦੇ ਨਾਲ ਸੰਬੰਧਿਤ ਜੇ ਤੁਹਾਡਾ ਵੀ ਕੋਈ ਸਰੋਤਿਓ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਜਿਹੜੇ ਆ ਉਹ ਪਹਿਲਾਂ ਬ੍ਰੇਕ ਤੋਂ ਪਹਿਲਾਂ ਵੀ ਜਿਹੜੇ ਆ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ 408-272-5200 4082722500 'ਤੇ ਕਾਲ ਕਰਕੇ ਤੁਸੀਂ ਸਵਾਲ ਜਿਹੜੇ ਉਹ ਪੁੱਛ ਸਕਦੇ ਹੋ। ਅਤੇ ਟਰੱਕਿੰਗ ਵੱਲ ਜਿਹੜੇ ਵਧਣ ਤੋਂ ਪਹਿਲਾਂ ਕੁਝ ਕੁ ਜਿਹੜੀਆਂ ਅਹਿਮ ਖਬਰਾਂ ਜਿਹੜੀਆਂ ਚੱਲ ਰਹੀਆਂ ਅਮਰੀਕਾ ਦੇ ਵਿੱਚ, ਉਸ ਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਵੱਲ ਆਈਏ। ਕੱਲ੍ਹ US ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਡੋਨਲਡ ਟਰੰਪ, ਉਹਨਾਂ ਨੂੰ ਜਿਹੜਾ ਹਾਊਸ ਹੈਗਾ US ਦਾ ਹਾਊਸ, ਉਹਦੇ ਵਿੱਚ ਕਾਂਗਰਸ ਨੇ ਜਿਹੜਾ ਆ ਇੰਪੀਚ ਕਰ ਦਿੱਤਾ ਹੈਗਾ। ਪਰ ਇਸ ਤੋਂ ਅੱਗੇ ਅਤੇ ਉਸ ਦੇ ਵਿੱਚ 2 ਡੈਮੋਕ੍ਰੇਟਸ ਜਿਹੜੇ ਆ ਉਹਨਾਂ ਨੇ ਅਗੇਂਸਟ ਵੋਟ ਪਾਈ ਆ ਅਤੇ ਜਿਹੜੇ ਸਾਰੇ ਰਿਪਬਲਿਕਨ ਆ ਉਹਨਾਂ ਨੇ ਇੰਪੀਚਮੈਂਟ ਦੇ ਅਗੇਂਸਟ ਵੋਟ ਪਾਈ ਆ। ਅਤੇ ਇਸ ਤੋਂ ਅੱਗੇ ਹੁਣ ਕੀ ਹੋਊਗਾ ਉਹ ਨੈਂਸੀ ਪਲੋਸੀ ਜਿਹੜੀ ਸਪੀਕਰ ਆ ਉਹਦੇ 'ਤੇ ਡਿਪੈਂਡ ਕਰਦਾ, ਕਿਉਂਕਿ ਕਹਿੰਦੇ ਖਬਰਾਂ ਆ ਰਹੀਆਂ ਵੀ ਹੋ ਸਕਦਾ ਉਹ ਕਹਿੰਦੇ ਵੀ ਸੈਨੇਟ 'ਚ ਜਾਣ ਤੋਂ ਉਹ ਇੰਪੀਚਮੈਂਟ ਦਾ ਜਿਹੜਾ ਟਰਾਇਲ ਆ ਉਹਨੂੰ ਰੋਕ ਲੈਣ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਰਿਪਬਲਿਕਨਸ ਦੀ ਹੈਗੀ ਆ ਅਤੇ ਕੋਈ ਵੀ ਰਿਪਬਲਿਕਨ ਜਿਹੜਾ ਆ ਉਸ ਇੰਪੀਚਮੈਂਟ ਦੇ ਹੱਕ ਦੇ ਵਿੱਚ ਨਹੀਂ, ਅਤੇ ਇਹ ਉੱਥੇ ਜਿਹੜਾ ਲੂਜ਼ ਹੋ ਜਾਣਾ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਇਹ ਜਿਹੜਾ ਇੰਪੀਚਮੈਂਟ ਆ ਇਹ ਵਿੱਚੇ ਰਹਿ ਜਾਣਾ ਜਾਂ ਇਹ ਸੈਨੇਟ 'ਚ ਲੈ ਕੇ ਜਾਊਗੇ ਜੀ। ਜਿਹੜੇ 2 ਆਰਟੀਕਲ ਸੀਗੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਇੰਪੀਚਮੈਂਟ ਦੇ, ਇੱਕ ਅਬਿਊਜ਼ ਆਫ ਪਾਵਰ, ਇਸ ਜਿਹੜਾ ਹਾਊਸ ਰੈਜ਼ੋਲੂਸ਼ਨ 755 ਉਸ ਦੇ ਵਿੱਚ, ਅਤੇ ਦੂਜਾ ਸੀਗਾ ਅਬਸਟਰਕਸ਼ਨ ਆਫ ਕਾਂਗਰਸ। ਅਬਿਊਜ਼ ਆਫ ਪਾਵਰ ਦੇ ਵਿੱਚ 197 ਇੰਪੀਚਮੈਂਟ ਦੇ ਖਿਲਾਫ ਅਤੇ 230 ਜਿਹੜੇ ਇੰਪੀਚਮੈਂਟ ਦੇ ਹੱਕ ਦੇ ਵਿੱਚ। ਅਤੇ ਇੱਕ ਜਿਹੜੀ ਹਵਾਈ ਦੀ ਜਿਹੜੀ ਹੈਗੀ ਰਿਪਰੈਜ਼ੈਂਟੇਟਿਵ ਤੁਲਸੀ ਗੱਬੜ, ਉਹਨੇ ਪ੍ਰੈਜ਼ੈਂਟ ਯਾਨੀ ਕਿ ਐਬਸਟੇਨ ਕੀਤਾ ਵੋਟ ਤੋਂ, ਉਹਨੇ ਨਾ ਹਾਂ ਦੇ ਵਿੱਚ ਵੋਟ ਪਾਈ ਨਾ ਦੇ ਵਿੱਚ ਵੋਟ ਪਾਈ ਇਸ ਆਰਟੀਕਲ ਦੇ ਉੱਤੇ। ਅਤੇ ਦੂਜੀ ਜਿਹੜੀ ਆਰਟੀਕਲ ਅਬਸਟਰਕਸ਼ਨ ਆਫ ਜਸਟਿਸ ਦੇ ਵਿੱਚ 198 ਵੋਟਾਂ ਜਿਹੜੀਆਂ ਇੰਪੀਚਮੈਂਟ ਦੇ ਖਿਲਾਫ ਅਤੇ 229 ਵੋਟਾਂ ਇੰਪੀਚਮੈਂਟ ਦੇ ਹੱਕ ਦੇ ਵਿੱਚ। ਅਤੇ ਉਸ ਦੇ ਵਿੱਚ ਵੀ ਜਿਹੜੀ ਤੁਲਸੀ ਗੱਬੜ ਉਸਨੇ ਜਿਹੜੀ ਆਪਣੀ ਅਬਸਟੇਨ ਕੀਤਾ ਵੋਟ ਤੋਂ, ਉੱਥੇ ਮੌਜੂਦ ਸੀਗੀ ਪਰ ਉਸਨੇ ਵੋਟ ਨਾ ਹਾਂ ਦੇ ਵਿੱਚ ਪਾਈ ਅਤੇ ਨਾ ਹੀ ਜਿਹੜੀ ਉਹ ਨਾ ਦੇ ਵਿੱਚ ਜਿਹੜੀ ਪਾਈ। ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਤੀਜੇ ਰਾਸ਼ਟਰਪਤੀ ਬਣੇ ਨੇ ਜਿਨ੍ਹਾਂ ਨੂੰ ਹਾਊਸ ਦੇ ਦੁਆਰਾ ਇੰਪੀਚ ਕੀਤਾ ਗਿਆ। ਜਿਹੜੇ 18ਵੀਂ ਸਦੀ ਦੇ ਵਿੱਚ ਅਬਰਾਹਮ ਲਿੰਕਨ ਤੋਂ ਬਾਅਦ ਦੇ ਵਿੱਚ ਜਿਹੜੇ ਬਣੇ ਸੀਗੇ ਰਾਸ਼ਟਰਪਤੀ ਐਂਡਰਿਊ ਜੌਨਸਨ, ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੰਪੀਚ ਕੀਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਕੁਛ ਕੁ ਦਹਾਕੇ ਪਿੱਛੇ ਜਾਈਏ, ਬਿਲ ਕਲਿੰਟਨ ਜਿਹੜਾ ਆ ਉਸ ਨੂੰ ਹਾਊਸ ਦੇ ਦੁਆਰਾ ਇੰਪੀਚ ਕੀਤਾ ਗਿਆ। ਅਤੇ ਹੁਣ 2019 ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਇੰਪੀਚ ਆ ਉਹ ਕੀਤਾ ਗਿਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਜਿਹੜਾ ਪ੍ਰੋਸੈਸ ਅੱਗੇ ਬੜਾ ਰੋਚਕ ਹੁੰਦਾ ਹੈ। ਕਹਿੰਦੇ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਆ ਉਹਨਾਂ ਨੂੰ ਬੇਸਿਕਲੀ ਫਿਜ਼ੀਕਲੀ ਮੂਵ ਕੀਤਾ ਜਾਂਦਾ ਆ
ਹਾਊਸ ਦੇ ਚੈਂਬਰ ਤੋਂ ਸੈਨੇਟ ਦੇ ਚੈਂਬਰ ਦੇ ਵਿੱਚ, ਤੇ ਜਦੋਂ ਸੈਨੇਟ ਦੇ ਚੈਂਬਰ ਦੇ ਵਿੱਚ ਉਹ ਫਿਜ਼ੀਕਲੀ ਆਰਟੀਕਲਸ ਜਿਹੜੇ ਪਹੁੰਚਦੇ ਆ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਟਰਾਇਲ ਉਹ ਸ਼ੁਰੂ ਹੋਣਾ ਆ। ਕੱਲ੍ਹ ਜਦੋਂ ਇੰਪੀਚਮੈਂਟ ਤੋਂ ਬਾਅਦ ਦੇ ਵਿੱਚ ਨੈਂਸੀ ਪੈਲੋਸੀ ਨੇ ਕੁਛ ਕੁ ਪੱਤਰਕਾਰਾਂ ਦੇ ਸਵਾਲਾਂ ਦੇ ਬਾਰੇ ਜਿਹੜੀ ਗੱਲ ਕੀਤੀ, ਜਿਸ ਦਾ ਤੁਸੀਂ ਵੀ ਜ਼ਿਕਰ ਕੀਤਾ ਆ ਵੀ ਹੋ ਸਕਦਾ ਵੀ ਇਸ ਇੰਪੀਚਮੈਂਟ ਨੂੰ ਜਿਹੜਾ ਸੈਨੇਟ ਤੱਕ ਪਹੁੰਚਣ ਦੇ ਵਿੱਚ ਉਹ ਡਿਲੇ ਕਰਨ। ਰਾਈਟ ਨਾਓ ਕਹਿੰਦੇ ਆ ਵੀ ਜਿਹੜੇ ਸੈਨੇਟਰਸ ਹੈਗੇ ਆ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਸੈਨੇਟ ਦੇ ਵਿੱਚ, ਉਹਨਾਂ ਦੇ ਦੁਆਰਾ ਇੱਕ ਕਾਮਨ ਗਰਾਊਂਡ ਜਿਹੜੀ ਉਹ ਬਣਾਉਣ ਦੀ ਹੁਣ ਕੋਸ਼ਿਸ਼ ਹੈਗੀ ਆ ਵੀ ਕਿਸ ਆਧਾਰ ਦੇ ਉੱਤੇ ਜਿਹੜਾ ਟਰਾਇਲ ਆ ਉੱਥੇ ਚੱਲੇਗਾ। ਇੱਕ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਸੀਗੇ ਵੀ ਜਿਹੜੇ ਨਵੇਂ ਜਿਹੜੇ ਟੈਸਟੀਮੋਨੀਜ਼ ਆ ਜਾਂ ਨਵੇਂ ਵਿਟਨੈਸ ਆ ਉਹਨਾਂ ਨੂੰ ਜਿਹੜਾ ਇੱਥੇ ਲਿਆਂਦਾ ਜਾਵੇ, ਜਿਸ ਨੂੰ ਸਿਰੇ ਤੋਂ ਜਿਹੜਾ ਆ ਮਿਚ ਮਕੌਨਲ ਆ ਉਹਨਾਂ ਨੇ ਖਾਰਜ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਇੱਦਾਂ ਦਾ ਜਿਹੜਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋਊਗਾ। ਅੱਜ ਵੀ ਉਹਨਾਂ ਨੇ ਜਿੱਦਾਂ ਹੀ ਕੰਮ ਆਰੰਭ ਹੋਇਆ ਸੀਗਾ ਹਾਊਸ ਦੇ ਵਿੱਚ ਅਤੇ ਸੈਨੇਟ ਦੇ ਵਿੱਚ, ਉਹਨਾਂ ਨੇ ਸੈਨੇਟ ਦੇ ਵਿੱਚ ਕਿਹਾ ਵੀ ਇਹ ਬਿਲਕੁਲ ਨਿਰਧਾਰ ਜਿਹੜੀ ਹੈ ਇਹ ਇੰਪੀਚਮੈਂਟ ਕੀਤੀ ਗਈ ਹੈ, ਟੋਟਲੀ ਅਨਫੇਅਰ ਆ, ਬੜੀ ਕਾਹਲੀ ਦੇ ਵਿੱਚ ਜਿਹੜਾ ਪ੍ਰੋਸੈਸ ਕੀਤਾ ਗਿਆ ਆ, ਹੋਇਆ ਵੀ ਜਿਹੜਾ ਆ ਬੰਦ ਕਮਰਿਆਂ ਦੇ ਵਿੱਚ ਆ। ਸੋ ਇਹ ਟੋਟਲੀ ਜਿਹੜੀ ਇੱਕ ਹਿਸਾਬ ਨਾਲ ਕਹਿ ਸਕਦੇ ਵੀ ਉਹ ਗੈਰ ਸੰਵਿਧਾਨਿਕ ਜਾਂ ਇਸ ਨੂੰ ਗਲਤ ਜਿਹੜੀ ਇੰਪੀਚਮੈਂਟ ਕਰਾਰ ਦੇ ਰਹੇ ਸੀਗੇ। ਅਤੇ ਉਹਨਾਂ ਨੇ ਆਲਰੇਡੀ ਇਹ ਕਿਹਾ ਹੈ ਵੀ ਜਿਹੜੀ ਸੈਨੇਟ ਆ, ਜਿਹੜੇ GOP ਵਾਲੇ ਆ, ਉਹ ਵਾਈਟ ਹਾਊਸ ਦੇ ਨਾਲ ਮਿਲ ਕੇ ਇਸ ਜਿਹੜੀ ਟੋਟਲ ਇੰਪੀਚਮੈਂਟ ਉਸ ਦੇ ਖਿਲਾਫ ਹੋਣਗੇ। ਸੋ ਇਹ ਵੀ ਦੱਸਦੇ ਜਾਈਏ ਵੀ ਜਿਹੜੀਆਂ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ 2 ਇੰਪੀਚਮੈਂਟ ਹੋਈਆਂ, ਉਹਨਾਂ ਦੋਨਾਂ ਇੰਪੀਚਮੈਂਟ ਦੇ ਵਿੱਚ ਸੈਨੇਟ ਦੇ ਦੁਆਰਾ ਦੋਨਾਂ ਹੀ ਰਾਸ਼ਟਰਪਤੀਆਂ ਨੂੰ ਜਿਹੜਾ ਆ ਉਹ ਬਰੀ ਕਰ ਦਿੱਤਾ ਗਿਆ ਸੀਗਾ। ਬਿਲ ਕਲਿੰਟਨ ਵੀ ਬਰੀ ਹੋ ਗਏ ਸੀ, ਐਂਡਰਿਊ ਜੌਨਸਨ ਵੀ ਜਿਹੜੇ ਉਹ ਬਰੀ ਹੋ ਗਏ ਸੀਗੇ। ਸੋ ਟਰਾਇਲ ਦੇ ਵਿੱਚ ਜਿਹੜਾ ਮਹਾਦੋਸ਼ ਨੂੰ ਜਿਹੜਾ ਸਾਬਤ ਕਰਨਾ ਬੜਾ ਔਖਾ ਹੁੰਦਾ ਆ, ਕਿਉਂਕਿ 67% ਵੋਟਾਂ ਜਿਹੜੀਆਂ ਆ ਉਸ ਦੇ ਵਿੱਚ ਚਾਹੀਦੀਆਂ ਹੁੰਦੀਆਂ ਆ। ਸੋ ਇਹ ਪੈਂਡਾ ਜਿਹੜਾ ਕਾਫੀ ਜਿਹੜਾ ਔਖਾ ਹੈਗਾ ਆ। ਹਾਲ ਦੀ ਘੜੀ ਜਿਹੜੇ ਰਿਪਬਲਿਕਨਸ ਆ ਉਹ ਇਹ ਕਹਿ ਰਹੇ ਆ ਵੀ ਇਹਨਾਂ ਨੇ ਜਿਹੜਾ ਇੰਪੀਚ ਕਰਕੇ ਸਾਡਾ ਜਿਹੜਾ ਸਾਨੂੰ ਕਿਤੇ ਨਾ ਕਿਤੇ ਜਿਹੜਾ ਮਜ਼ਬੂਤ ਕਰ ਦਿੱਤਾ ਆ ਆਉਣ ਵਾਲੀਆਂ ਜਿਹੜੀਆਂ 2020 ਜਿਹੜੀਆਂ ਇਲੈਕਸ਼ਨ ਦੇ ਵਿੱਚ। ਜਿਹੜੇ ਰਾਸ਼ਟਰਪਤੀ ਟਰੰਪ ਦੇ ਸਪੋਰਟਰਸ ਆ ਉਹਨਾਂ ਦੇ ਵਿੱਚ ਜੋਸ਼ ਜਿਹੜਾ ਬਹੁਤ ਜ਼ਿਆਦਾ ਉਹ ਹੁਣ ਦੇਖਿਆ ਜਾ ਰਿਹਾ ਹੈ। GOP ਵਾਲਿਆਂ ਦੇ ਵਿੱਚ ਜਿਹੜਾ ਜੋਸ਼ ਦੇਖਿਆ ਜਾ ਰਿਹਾ ਆ, ਕਿਉਂਕਿ ਇਤਿਹਾਸ ਗਵਾਹ ਆ ਵੀ ਜਦੋਂ ਵੀ ਕਿਸੇ ਰਾਸ਼ਟਰਪਤੀ ਦੀ ਇੰਪੀਚਮੈਂਟ ਇੱਦਾਂ ਪਾਰਟੀਜ਼ਨ ਲਾਈਨ ਦੇ ਉੱਤੇ ਹੁੰਦੀ ਆ, ਉਸ ਪਾਰਟੀ ਨੂੰ ਆਉਂਦੀਆਂ ਇਲੈਕਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਆ ਉਹ ਝਟਕਾ ਸਹਿਣਾ ਪੈਂਦਾ ਆ, ਖਾਸ ਕਰਕੇ ਜਿਹੜੀਆਂ ਉਹ ਸੀਟਾਂ ਉਹ ਲੂਜ਼ ਕਰ ਜਾਂਦੇ ਨੇ। ਸੋ ਹੁਣ 2020 ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਵੀ ਡੈਮੋਕ੍ਰੇਟਾਂ ਨੇ ਕਿਤੇ ਪੈਰ 'ਤੇ ਆਪਣੇ ਕੁਹਾੜੀ ਮਾਰੀ ਆ ਜਾਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਕੋਈ ਇਸ ਦੇ ਵਿੱਚ ਫਾਇਦਾ ਹੋ ਸਕੇਗਾ। ਸੋ ਬਿਲਕੁਲ ਰਮਨ ਜੀ, ਹੁਣ ਆਈਏ ਆਪਾਂ ਟਰੱਕਿੰਗ ਵੱਲ। ਟਰੱਕਿੰਗ ਦੇ ਅੱਜ ਆਪਾਂ 2 ਇਸ਼ੂਜ਼ ਦੇ ਉੱਤੇ ਗੱਲ ਕਰਨੀ ਹੈ। ਇੱਕ ELD ਲੈ ਕੇ ਵੀ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਚੱਲ ਰਿਹਾ ਹੈਗਾ, ਕੁਐਸਚਨ ਸਾਰਿਆਂ ਨੇ ਪਿੱਛੇ ਪੁੱਛਦੇ ਰਹੇ ਆ ਵੀ ਕੀ ਇਫੈਕਟ ਹੋ ਰਿਹਾ ਤੁਹਾਨੂੰ, ਤੇ ਦੂਸਰਾ AV5 ਨੂੰ ਲੈ ਕੇ। AV5 ਦੇ ਉੱਤੇ ਗੱਲ ਕਰਦੇ ਜਾਈਏ। ਸਭ ਤੋਂ ਪਹਿਲਾਂ ਭਈ ਜਿੱਦਾਂ ਆਪਾਂ ਪੰਜਾਬੀਆਂ ਦੀ ਆਦਤ ਹੁੰਦੀ ਹੈ ਇੱਕ ਦੂਜੇ ਵੱਲ ਦੇਖਦੇ ਵੀ ਗੁਆਂਢੀਆਂ ਨੇ ਵੀ ਆਹ ਲੈ ਲਿਆ, ਆਪਾਂ ਵੀ ਹੁਣ ਇਹ ਲੈ ਲਈਏ। ਕਾਰਪੋਰੇਸ਼ਨਾਂ ਬਣਾਉਣੀਆਂ ਧੜਾ ਧੜ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਆ, ਤੇ ਕੋਈ $50 ਤੋਂ ਲੈ ਕੇ $1,000-1,500 ਤੱਕ ਪੈਸੇ ਜਿਹੜੇ ਕਾਰਪੋਰੇਸ਼ਨਾਂ ਬਣਾਉਣ ਦੇ ਦੇਈ ਜਾਂਦੇ ਆ। ਪਰਸੋਂ ਜਿਹੜੀ ਆ EDD ਜਿਹੜੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਹੈਗੀ ਆ, ਉਹਨਾਂ ਨੇ ਹਰ ਇੱਕ ਕਾਰਪੋਰੇਸ਼ਨ ਨੂੰ ਜਿਹੜਾ ਆ ਇੱਕ ਲੈਟਰ ਜਿਹੜਾ ਆ ਉਹ ਮੇਲ ਕੀਤਾ ਹੈਗਾ ਵੀ ਜਿਹੜਾ ਵੀ ਤੁਹਾਡਾ EMPLOYEE ਆ ਉਹ ਜਿਹੜੀਆਂ ਕੰਡੀਸ਼ਨਸ ਹੈਗੀਆਂ ਆ ਉਹਨਾਂ ਦੇ ਬੇਸ ਦੇ ਉੱਤੇ W2 ਤੇ ਹੋਣਾ ਚਾਹੀਦਾ। ਸੋ ਲੈਟਰ ਦੀ ਕਾਪੀ ਆਪਾਂ ਫੇਸਬੁੱਕ ਦੇ ਉੱਤੇ ਚਾੜ ਵੀ ਦੇਵਾਂਗੇ, ਤੁਹਾਨੂੰ ਦਿਖਾ ਵੀ ਰਹੇ ਆ, ਕਿਉਂਕਿ ਸਾਡੇ ਆਫਿਸ ਵੀ ਇੱਕ ਲੈਟਰ ਆਇਆ ਆ। ਸੋ ਜਦੋਂ ਤੁਹਾਡੀ ਕਾਰਪੋਰੇਸ਼ਨ ਬਣ ਜਾਣੀ ਆ ਨਾ, ਹਰ ਕਾਰਪੋਰੇਸ਼ਨ ਨੂੰ EDD ਵਾਲਿਆਂ ਨੇ ਲੈਟਰ ਪਾਉਣਾ ਆ ਵੀ ਭਾਈ ਕਿੱਥੇ ਆ ਤੁਹਾਡੀ W2, ਕਿੱਥੇ ਆ ਤੁਹਾਡੀ ਵਰਕਰਸ ਕੌਮ। ਜਿਹੜਾ ਇੰਡੀਵਿਜੂਅਲ ਹੁੰਦਾ ਉਹਨੂੰ ਇਹ ਲੈਟਰ ਨਹੀਂ ਜਾਂਦਾ। ਸੋ EDD ਨੇ ਜਿਹੜਾ ਆ ਕੈਲੀਫੋਰਨੀਆ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ ਆ, ਉਹਨਾਂ ਨੇ ਇੱਕ ਸਪੈਸ਼ਲ ਵੈਬਸਾਈਟ ਕੈਲੀਫੋਰਨੀਆ ਦੇ ਵਿੱਚ ਕ੍ਰੀਏਟ ਕੀਤਾ ਹੈਗਾ। ਉਹ ਵੈਬਸਾਈਟ ਦਾ ਮੈਂ ਐਡਰੈਸ ਦੱਸ ਦਿੰਦਾ, ਉਹਦਾ ਲਿੰਕ ਵੀ ਆਪਾਂ ਪੰਜਾਬੀ ਰੇਡੀਓ USA 'ਚ ਪਾ ਦਾਂਗੇ। ਉਹਨਾਂ ਨੇ ਇਹ ਪਰਸੋਂ ਹੀ ਸ਼ਾਇਦ ਲਾਂਚ ਕੀਤਾ ਹੈਗਾ। ਉਹਦਾ ਹੈਗਾ labor.ca.gov/employment status/ ਉਹਦੇ ਤੇ ਜਾ ਕੇ ਤੁਸੀਂ ਜੇ ਵਰਕਰ ਹੈਗੇ ਆ ਤੁਹਾਡੇ ਕੀ ਰਾਈਟ ਆ ਉਹ ਵੀ ਲਿਖਿਆ, ਜੇ EMPLOYER ਆ ਉਹਦੇ ਬਾਰੇ ਵੀ ਸਾਰੀ ਇਨਫੋਰਮੇਸ਼ਨ ਆ, ਤੇ ਇੱਕ ABC ਟੈਸਟ ਇੱਕ ਇਹ ਵੀ ਹੈਗਾ, ਤੇ ਨਾਲ ਦੀ ਨਾਲ ਜਿੰਨੇ ਵੀ ਕੁਐਸਚਨ ਹੈਗੇ ਤੁਹਾਡੇ AV5 ਦੇ ਨਾਲ, ਚਾਹੇ ਤੁਸੀਂ ਜਿਹੜੇ ਮਰਜ਼ੀ ਬਿਜ਼ਨਸ ਦੇ ਵਿੱਚ ਹੈਗੇ ਆ, ਉਹ ਉੱਥੇ ਉਹਨਾਂ ਨੇ ਲਿਖੇ ਹੋਏ ਆ। ਸੋ ਰਮਨ ਜੀ, ਪਹਿਲਾਂ ਆਪਾਂ AV5 ਦੇ ਉੱਤੇ ਆਪਣੇ ਵਿਚਾਰ ਦਿਓ ਕੁਛ।
ਜੀ ਬਿਲਕੁਲ। ਜਿਹੜਾ EB5 ਦਾ ਹੈਗਾ ਕਾਫੀ ਜਿਹੜਾ ਇਸ ਵੇਲੇ ਮਾਹੌਲ ਜਿਹੜਾ ਆ ਉਹ ਕਾਫੀ ਟੈਂਸ ਹੈਗਾ ਆ। ਪਹਿਲੀ ਗੱਲ ਤਾਂ EB5 ਦੇ ਵਿੱਚ ਜਿਹੜੇ ਆਪਣੀ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਜਿਹੜੀ ਹੈਗੀ ਆ ਉਹਦੀਆਂ 12 ਰਿਕੁਆਇਰਮੈਂਟਸ ਦੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਹੈਗੀ ਕਿ ਤੁਹਾਡਾ ਬਿਜ਼ਨਸ ਐਸਟੈਬਲਿਸ਼ ਬਿਜ਼ਨਸ ਹੋਣਾ ਚਾਹੀਦਾ ਜੀ। ਔਰ ਉਹਦੀ ਰਿਕੁਆਇਰਮੈਂਟ ਇਹ ਨਹੀਂ ਹੈਗੀ ਕਿ ਉਹ ਇੱਕ ਕਾਰਪੋਰੇਸ਼ਨ ਹੋਣੀ ਚਾਹੀਦੀ ਹੈ ਜੀ। ਉਹ ਇੱਕ ਸੋਲ ਪ੍ਰੋਪਰਾਈਟਰ ਵੀ ਹੋ ਸਕਦਾ ਆ। ਸੋ ਮੈਂ ਪਿਛਲੇ 2 ਪ੍ਰੋਗਰਾਮਾਂ ਦੇ ਵਿੱਚ 2-3 ਪ੍ਰੋਗਰਾਮਾਂ ਦੇ ਵਿੱਚ ਇਹ ਖਾਸ ਕਰਕੇ ਗੱਲ ਕੀਤੀ ਸੀਗੀ ਕਿ ਜਦੋਂ ਤੁਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ ਤੁਸੀਂ ਗਿਣਤੀ 'ਚ ਆ ਜਾਂਦੇ ਆ। ਜਦੋਂ ਤੁਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ ਤੁਸੀਂ ਨਜ਼ਰਾਂ 'ਚ ਆ ਜਾਂਦੇ ਆ। ਸੋ ਸੋਲ ਪ੍ਰੋਪਰਾਈਟਰ ਜਿਹੜਾ ਆ ਉਹ ਅੰਡਰ ਦਾ ਰੇਡਾਰ ਜਿਹੜਾ ਕੰਮ ਕਰਦਾ ਰਹਿੰਦਾ ਆ ਔਰ ਆਪਣਾ ਜੇ ਉਹ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਸਾਫ਼ ਸੁਥਰਾ ਕੰਮ ਕਰੇ ਤਾਂ ਸੋਲ ਪ੍ਰੋਪਰਾਈਟਰ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਬਹੁਤ ਜਣਿਆਂ ਨੂੰ ਇਹ ਇੱਕ ਜਿਹੜੀ ਆ ਇੱਕ ਡਰ ਦਿਖਾਇਆ ਜਾਂਦਾ ਕਿ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਤੁਸੀਂ ਕੱਲ੍ਹ ਨੂੰ ਲਾਅ ਸੂਟ ਹੋ ਜਾਵੇ, ਕੱਲ੍ਹ ਨੂੰ ਆਹ ਹੋ ਜਾਵੇ, ਉਹ ਹੋ ਜਾਵੇ, ਤੁਹਾਡੀ ਉਹ ਪ੍ਰਾਪਰਟੀ ਬਚ ਜਾਂਦੀ ਆ, ਬਚ ਜਾਂਦੀ। ਇੱਦਾਂ ਦਾ ਕੁਛ ਨਹੀਂ ਹੈਗਾ। ਜੇ ਇੱਦਾਂ ਦੀ ਕੋਈ ਗੱਲ ਆਉਂਦੀ ਆ ਕਾਰਪੋਰੇਸ਼ਨਾਂ ਵੀ ਜਿਹੜੀਆਂ ਉਹ ਵੀ ਸਾਰੀਆਂ ਜਿਹੜੀਆਂ ਇਸੇ ਲਾਅ ਦੇ ਥੱਲੇ ਹੁੰਦੀਆਂ। ਜੇ ਤੁਹਾਡਾ ਕਾਰਪੋਰੇਸ਼ਨ ਦੇ ਵਿੱਚ ਕੁਛ ਹੈਗਾ ਉਹ ਵੀ ਇਸੇ ਲਾਅ ਉਹ ਨਾ ਰਮਨ ਜੀ ਉਹ ਵੀ ਇੱਕ ਇਸ਼ੂ ਹੈਗਾ। ਠੀਕ ਆ ਵੀ ਉਹ ਤੁਸੀਂ ਉਹ ਤੁਹਾਡੇ ਸੇਫਟੀ ਹੈਗੀ ਆ ਜੇ ਕਾਰਪੋਰੇਸ਼ਨ ਬਣਾਉਣੇ ਆ, ਪਰ ਜੇ ਤੁਹਾਡਾ ਸੂਹ ਹੀ 5 ਮਿਲੀਅਨ ਦਾ ਹੋਇਆ ਅਨਲੈਸ ਤੁਸੀਂ ਅੰਬਰੇਲਾ ਇੰਸ਼ੋਰੈਂਸ ਲਈ ਆ। ਆਪਾਂ ਦੇਖੀਆਂ ਪਿਛਲੇ ਸਮਿਆਂ 'ਚ ਟਰੱਕਿੰਗ ਕੰਪਨੀਆਂ ਦੇ ਅਗੇਂਸਟ $20 ਮਿਲੀਅਨ ਦੀਆਂ ਵੀ ਜਿਹੜੀਆਂ ਕੋਰਟ ਨੇ ਜੱਜਮੈਂਟ ਦਿੱਤੀਆਂ ਐਕਸੀਡੈਂਟਸ ਦੇ ਵਿੱਚ। ਸੋ ਮੇਨ ਇਹ ਆ ਵੀ ਜਦੋਂ ਤੁਸੀਂ ਕਾਰਪੋਰੇਸ਼ਨ ਬਣ ਗਏ ਤੁਸੀਂ ਪੂਰੀ ਰੇਡਾਰ ਦੇ ਉੱਤੇ ਆ ਗਏ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਕਾਰਪੋਰੇਸ਼ਨ ਨੂੰ EDD ਵਾਲਿਆਂ ਨੇ ਲੈਟਰ ਭੇਜਿਆ ਵੀ ਹਾਂ ਹੁਣ ਤੁਸੀਂ ਕੰਪਨੀ ਬਣੀ ਹੋ ਆ ਤੇ ਤੁਸੀਂ ਜੀ ਦੱਸੋ ਤੁਹਾਡੇ ਕਿਹੜੇ EMPLOYEE ਆ, W2 ਤੇ ਆ, ਨਾਲ ਹੀ ਲੇਬਰ ਡਿਪਾਰਟਮੈਂਟ ਦਾ, ਨਾਲ ਹੀ ਹੈਲਥ ਡਿਪਾਰਟਮੈਂਟ, ਸਾਰੇ ਲਿੰਕ ਦਿੱਤੇ ਹੋਏ ਹੈਗੇ ਆ। ਸੋ ਬਿਲਕੁਲ ਤੁਸੀਂ ਜਿਹੜੇ ਆ ਉਹ ਰਡਾਰ ਦੇ ਉੱਤੇ ਆ ਜਾਂਦੇ ਆ ਜੀ। ਤੇ ਆਪਣੇ ਨਾਲ ਜੀ ਉਹ ਸੇਮ ਚੀਜ਼ ਜਿਹੜੀ ਹੈ ਨਾ ਜਿਹੜੀ ਖਾਲਸਾ ਜੀ ਜਿਹੜੀ ਆਪਾਂ ਗੱਲ ਕਰਦੇ ਕਿ ਬਿਜ਼ਨਸ ਦੇ ਉੱਤੇ ਵੀ ਡਿਪੈਂਡ ਕਰਦਾ ਕਿ ਬਿਜ਼ਨਸ ਕਿੱਡਾ ਵੱਡਾ ਆ। ਉਹ ਕਾਰਪੋਰੇਸ਼ਨ ਉਹਨੂੰ ਵਰਥ ਹੈਗੀ ਆ ਕਿ ਨਹੀਂ ਵਰਥ ਹੈਗੀ। ਇਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਆ ਕਿ ਤੁਸੀਂ ਕਿੱਡਾ ਵੱਡਾ ਬਿਜ਼ਨਸ ਕਰ ਰਹੇ ਆ, ਉਹਦੀ ਕੀ ਲੈਂਥ ਹੈਗੀ ਆ, ਕਿੰਨੇ EMPLOYEE ਹੈਗੇ, ਕੀ ਕੁਛ ਹੈਗਾ। ਸੋ ਡੈਫੀਨੇਟਲੀ ਕਾਰਪੋਰੇਸ਼ਨ ਦੇ ਬੈਨੀਫਿਟ ਹੈਗੇ ਆ ਬਟ ਉਹ ਬੈਨੀਫਿਟ ਤੋਲ ਕੇ ਦੇਖਣੇ ਪੈਣੇ ਆ ਵੀ ਤੁਹਾਡਾ ਜਿਹੜਾ ਤੁਹਾਡਾ ਬਿਜ਼ਨਸ ਹੈਗਾ ਉਹ ਵਰਥ ਹੈਗਾ ਕਿ ਉਹ ਕਾਰਪੋਰੇਸ਼ਨ ਦੇ ਵਿੱਚ ਆ ਜੀ। ਸੋ ਕੱਲਾ ਜੇ ਇਹ ਸੋਚ ਕੇ ਤੁਸੀਂ ਕਾਰਪੋਰੇਸ਼ਨ ਬਣਾ ਰਹੇ ਆ ਨਾ ਵੀ ਸਾਨੂੰ ਜੀ ਉਹ W2 ਨਹੀਂ ਲੈਣੇ ਪਊਗੇ 1099 ਨਾਲ ਸਰ ਜਾਣਾ, ਉਹ ਮੇਰੇ ਖਿਆਲ ਨਾਲ ਤੁਸੀਂ ਮੈਜੋਰਟੀ ਆਫ ਦਾ ਟਾਈਮ ਰੋਂਗ ਹੈਗੇ ਆ ਜੀ। ਜੀ। ਤੇ ਆਪਣੇ ਨਾਲ ਕੁਝ ਜਿਹੜੇ ਕਾਲਰਸ ਆ ਉਹ ਵੀ ਜਿਹੜੇ ਜੁੜੇ ਨੇ ਉਹ ਵੀ ਆਪਣੇ ਜਿਹੜੇ ਸਵਾਲ ਪੁੱਛਣਾ ਚਾਹੁੰਦੇ ਨੇ। ਤੁਸੀਂ ਵੀ ਸਰੋਤੇ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈਗਾ 408 272 5200 4082725200। ਤੇ ਆਪਣੇ ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਮਨੀ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਸਵਾਲ ਨੇ ਜੀ। ਇੱਕ ਦਾ ਸਵਾਲ ਇਹ ਹੈਗਾ ਵੀ ਜਦੋਂ ਅਸੀਂ ਕਾਲ ਕਰਦੇ ਹਾਂ, ਜਦੋਂ ਅਸੀਂ ਟੈਕਸ ਭਰਾਉਂਦੇ ਹਾਂ ਵੀ ਅਸੀਂ ਇਹਦਾ ਪੇਰੋਲ ਬਣਾਉਣਾ, ਸਾਨੂੰ ਬਣਾ ਕੇ ਦੋਗੇ? ਉਹ ਕਹਿੰਦੇ ਤੁਸੀਂ ਕਾਹਦੇ ਵਾਸਤੇ ਬਣਾਉਣਾ? ਅਸੀਂ ਕਿਹਾ ਵੀ ਲਾ ਚੇਂਜ ਹੋ ਗਿਆ ਵੀ ਸਾਨੂੰ ਇਹਦਾ ਪੇਰੋਲ ਸਟਾਰਟ ਕਰਨਾ ਪੈਣਾ। ਮੈਂ ਉਹ ਕਹਿੰਦੇ ਨਹੀਂ ਕੁਛ ਨਹੀਂ ਹੋਇਆ, ਤੁਸੀਂ ਜਿਵੇਂ ਚਲਾਉਂਦੇ ਆਪਣੇ ਚਲਾਈ ਚੱਲੋ, ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਭਾਜੀ ਜਿਹਦੇ ਨਾਲ ਗੱਲ ਕੀਤੀ ਆ ਉਹ ਬੰਦਾ CPA ਆ ਜਾਂ ਜਸਟ ਆਰਡੀਨਰੀ ਟੈਕਸ ਭਰਦਾ ਹੈ? ਮਤਲਬ CP ਹੈ ਜੀ, ਉਹ ਸੈਕਰਾਮੈਂਟੋ ਤੇ ਹੈਗੇ ਨੇ। ਓਕੇ, ਸੋ ਇਹ ਮੇਕ ਸ਼ੋਰ ਕਰੋ ਜਿਹਨੂੰ ਟਰੱਕਿੰਗ ਇੰਡਸਟਰੀ ਦਾ ਪਤਾ ਹੋਵੇ। ਮੇਰੇ ਖਿਆਲ ਨਾਲ ਨਾ ਈਵਨ ਜਿਹਨੇ CPA ਕੀਤੀ ਹੈ ਜੀ ਉਹ ਵੀ ਇਹੀ ਜਵਾਬ ਦੇ ਰਿਹਾ ਵਾ। ਉਹ ਕਹਿੰਦਾ ਤੁਸੀਂ LC ਬਣਾ ਲਓ, ਤੁਸੀਂ ਕਾਰਪੋਰੇਸ਼ਨ ਬਣਾ ਲਓ, ਤੁਸੀਂ ਉਹ ਕਰ ਲਓ ਜੀ। ਤੇ ਦੂਜੀ ਗੱਲ ਇਹ ਲੇਟਲੀ ਹਾਂਜੀ, ਦੂਜਾ ਸਵਾਲ ਵੀ ਪੁੱਛ ਲਓ ਤੁਸੀਂ। ਕਾਰਪੋਰੇਸ਼ਨ ਜੇ ਤੁਸੀਂ ਬਣਾਉਣੀ ਹੈ ਤੇ ਕਾਰਪੋਰੇਸ਼ਨ ਦੇ ਵਿੱਚ ਤੁਹਾਨੂੰ ਪੇਰੋਲ ਸ਼ੁਰੂ ਕਰਨਾ ਹੀ ਪੈਣਾ ਹੈ। ਉਹ ਜਿਹੜਾ CPA ਕਹਿੰਦਾ ਕਾਰਪੋਰੇਸ਼ਨ ਬਣਾ ਕੇ ਪੇਰੋਲ ਨਾ ਕਰੋ, ਮੈਨੂੰ ਲੱਗਦਾ ਨਹੀਂ ਉਹਨੇ ਡਿਗਰੀ ਸਹੀ ਲਈ ਹੋਊਗੀ CPA। ਉਹ ਤੁਹਾਨੂੰ ਐਵੇਂ ਫਸਾਊਗਾ। ਪਤਾ ਨਹੀਂ ਕਿਸੇ ਵੀ ਨਾ ਜਿਹਨੂੰ ਜਿਹਦੇ ਕੋਲ ਮਰਜ਼ੀ ਗੱਲ ਕਰ ਲਓ ਜੀ। ਹਰੇਕ ਕੋਈ ਕਹਿੰਦਾ ਸਾਨੂੰ ਤਾਂ ਕਹਿੰਦੇ ਇੱਕ ਨਹੀਂ ਦੱਬੀ ਚਲੋ ਕੋਈ ਨਹੀਂ ਫਰਕ ਪੈਂਦਾ ਹੈਗਾ ਜੀ। ਇੱਥੇ ਰੱਖ। ਦੂਜਾ ਮੇਰਾ ਸਵਾਲ ਇਹ ਹੈਗਾ ਜੀ, ਤੇ ਦੂਜਾ ਸਵਾਲ ਮੈਂ ਰਿਹਾ ਵੀ ਜੇ ਹੁਣ ਮੈਂ ਗੱਲ ਇੱਕ ਉਹਨੂੰ ਬੰਦਾ ਹੋਰ ਗੱਲ ਕੀਤੀ ਸੀਗੀ, ਉਹ ਕਹਿੰਦਾ ਜੇ ਤੁਹਾਡੀ ਪੇਰੋਲ ਤੇ ਜਾਣਾ ਫਿਰ ਤੈਨੂੰ ਵਰਕ ਕੰਪਨਸੇਸ਼ਨ ਲੈਣੀ ਪੈਣੀ ਆ। ਮੈਂ ਕਿਹਾ ਮੇਰੇ ਕਹਿਣਾ ਵੀ LC ਬਣਾਈ ਆ ਜਾਂ ਵੀ ਕਾਰਪੋਰੇਸ਼ਨ ਆ। ਕਹਿੰਦਾ ਨਹੀਂ, ਕਹਿੰਦਾ ਵੀ ਇਹ ਕੈਲੀਫੋਰਨੀਆ ਲਾਭ ਆ ਵੀ ਤੁਸੀਂ ਵੀ ਵਰਕ ਕੰਪਨਸੇਸ਼ਨ ਤੋਂ ਬਗੈਰ ਤੁਸੀਂ ਲੈ ਨਹੀਂ ਸਕਦੇ ਹੈਗੇ ਪੇਰੋਲ ਜੀ। ਇਹ ਸਹੀ ਹੈ ਗੱਲ ਤੇ ਜੀ? ਇਹ ਨਹੀਂ, ਤੁਸੀਂ ਲੈ ਸਕਦੇ ਜੇ ਤੁਸੀਂ ਇੱਕੋ EMPLOYEE ਆ ਫਿਰ ਤੁਹਾਨੂੰ ਜ਼ਰੂਰਤ ਨਹੀਂ ਹੈ ਵਰਕਰਸ ਕੌਮ ਦੀ। ਜੇ ਮੋਰ ਦੈਨ ਤੁਹਾਡਾ 1 EMPLOYEE ਆ ਫਿਰ ਵਰਕਰਸ ਕੌਮ ਦੀ ਜ਼ਰੂਰਤ ਆ। ਪਰ ਅਲਟੀਮੇਟਲੀ ਪੇਰੋਲ ਨਹੀਂ ਬਣਨਾ ਫਿਰ ਜੀ ਤੁਹਾਡਾ? ਹਾਂਜੀ, ਬਗੈਰ ਵਰਕ ਕੰਪਨਸੇਸ਼ਨ ਨਹੀਂ ਪੇਰੋਲ ਬਣ ਜਾਂਦਾ। ਬਹੁਤ ਸਾਰੀਆਂ ਕਾਰਪੋਰੇਸ਼ਨ ਜਿਨ੍ਹਾਂ ਦਾ ਇੱਕੋ ਹੀ ਬੰਦਾ ਹੁੰਦਾ ਆ ਉਹਨਾਂ ਨੂੰ ਉਹ ਐਕਸਕਲੂਡ ਹੋ ਜਾਂਦਾ, ਜਿਹੜਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਜਾਂ ਸੈਕਟਰੀ ਜਿਹੜੇ ਉਹਦੇ ਹੈਗੇ ਆ। ਹਾਂਜੀ, ਜਿਹੜਾ ਤੁਹਾਡਾ ਓਨਰ ਹੈਗਾ ਆ ਉਹ ਐਗਜ਼ੈਂਪਟ ਹੁੰਦਾ ਉਹ ਐਗਜ਼ੈਂਪਟ ਹੁੰਦਾ। ਹਾਂਜੀ, ਵਰਕਰ ਕੌਮ ਤੋਂ। ਸੋ ਆਪਣਾ ਪੇਰੋਲ ਬਣਾ ਸਕਦਾ ਲੇਕਿਨ ਵਰਕਰ ਕੌਮ ਤੋਂ ਐਗਜ਼ੈਂਪਟ। ਜੇ ਤੁਸੀਂ ਇਕੱਲੇ ਹੈਗੇ ਆ ਸੋਲੀ ਮੈਂ ਇਕੱਲੇ, ਹਾਂਜੀ, ਇੱਕ ਹੌਲੀ ਸੋਲੀ ਜੇ ਕਰ ਰਹੇ ਹੋ ਤੇ ਆਪਣੇ ਆਪ ਨੂੰ CEO ਬਣਾਓ ਤੇ ਉਸ ਤੋਂ ਬਚੋ।
ਸੋ ਅਲਟੀਮੇਟਲੀ ਕੀ ਹੋਣਾ ਰਮਨ ਜੀ, ਮੈਨੂੰ ਲੱਗਦਾ ਵੀ ਜਿੱਦਾਂ ਮੈਂ ਹੋਰ ਇੰਡਸਟਰੀ ਦੇ ਵਿੱਚ ਦੇਖਦਾ ਹੈਗਾ, ਚਾਹੇ ਕੋਈ ਕੰਟਰੈਕਟਰਸ ਆ, ਕਿਸੇ ਤਰ੍ਹਾਂ ਦੀ ਵੀ, ਜਦੋਂ ਕੋਈ ਏਸੀ ਵਾਲੇ ਆ, ਪਲੰਬਿੰਗ ਵਾਲੇ ਆ, ਜਦੋਂ ਕੋਈ ਵੀ ਉਹਨਾਂ ਨੂੰ ਹਾਇਰ ਕਰਦਾ ਨਾ, ਉਹ ਕਹਿੰਦੇ ਸਾਨੂੰ ਸਰਟੀਫਿਕੇਟ ਆਫ ਇੰਸ਼ੋਰੈਂਸ ਦਿਓ। ਜਾਂ ਈਵਨ ਲੈਂਡਸਕੇਪਿੰਗ ਵਾਲੇ ਵੀ ਹੁੰਦੇ ਆ, ਆਪਾਂ ਘਰਾਂ ਦੇ ਵਿੱਚ ਤਾਂ ਕਰ ਲੈਂਦੇ ਆ, ਪਰ ਜਿਹੜੀ ਕੋਈ ਵੀ ਪ੍ਰੋਫੈਸ਼ਨਲ ਕੰਪਨੀ ਆ, ਕੋਈ ਅਪਾਰਟਮੈਂਟ ਯੂਨਿਟ ਆ, ਕਿਸੇ ਨੇ ਵੀ ਪ੍ਰੋਫੈਸ਼ਨਲ ਕਿਸੇ ਕੰਪਨੀ ਨੇ ਹਾਇਰ ਕਰਨਾ ਨਾ ਕਿਸੇ ਵੀ ਕੰਟਰੈਕਟਰ ਨੂੰ, ਉਹ ਕਹਿੰਦੇ ਵੀ ਸਾਨੂੰ ਸਰਟੀਫਿਕੇਟ ਆਫ ਇੰਸ਼ੋਰੈਂਸ ਦਿਓ। ਔਰ ਉਹ ਸਰਟੀਫਿਕੇਟ ਇੰਸ਼ੋਰੈਂਸ ਤੁਹਾਡੀ ਜਿਹੜੀ ਆ ਇੰਸ਼ੋਰੈਂਸ ਹੋਣੀ ਚਾਹੀਦੀ ਆ, ਬਿਜ਼ਨਸ ਓਨਰ ਜਾਂ ਇੱਥੇ ਟਰੱਕਿੰਗ 'ਚ ਆ ਜੂਗੀ ਜਨਰਲ ਲਾਇਬਿਲਿਟੀ, ਤੇ ਨਾਲ ਦੀ ਨਾਲ ਵਰਕਰਸ ਕੌਮ। ਜੇ ਜਿੱਥੋਂ ਤੁਸੀਂ ਲੋਡ ਚੱਕਦੇ ਜਿਨ੍ਹਾਂ ਕੰਪਨੀਆਂ ਤੋਂ, ਉਹਨਾਂ ਨੇ ਰਿਕੁਆਇਰ ਕਰਨਾ ਸ਼ੁਰੂ ਕਰਤਾ ਵੀ ਭਾਈ ਤੁਹਾਡੀਆਂ ਆਹ ਇੰਸ਼ੋਰੈਂਸ ਹੋਣੀਆਂ ਜ਼ਰੂਰੀ ਆ, ਫਿਰ ਅਲਟੀਮੇਟਲੀ ਸਾਰਿਆਂ ਨੂੰ ਲੈਣੀ ਪੈਣੀ ਆ, ਕਿ ਨਹੀਂ? ਬਿਲਕੁਲ ਜੀ। ਉਹਦੇ ਵਿੱਚ ਖਾਲਸਾ ਜੀ ਜਿਹੜੀ ਇੱਕ ਪ੍ਰੋਬਲਮ ਹੁਣ ਇਸ਼ੂ ਜਿਹੜਾ ਨੈਕਸਟ ਆਉਣ ਵਾਲਾ ਇਸ਼ੂ ਹੈਗਾ, ਉਹ ਇਹ ਹੈਗਾ ਕਿ ਜਿਹੜੀਆਂ ਕੰਪਨੀਆਂ ਮੰਨ ਲਓ ਕਿ ਸ਼ਿਪਰ ਦੇ ਕੋਲੋਂ ਲੋਡ ਲੈ ਰਹੀਆਂ, ਔਰ ਉਹਨਾਂ ਨੇ ਆਪਣੀ ਜਿਹੜੀ ਵਰਕਰਸ ਕੰਪ ਹੈਗੀ ਆ ਉਹ ਉੱਥੇ ਸਬਮਿਟ ਕੀਤੀ ਆ, ਆਪਣੀ ਵਰਕਰਸ ਕੰਪ ਦਿੱਤੀ ਆ, ਸਾਰਾ ਕੁਝ ਦਿੱਤਾ, ਤਾਂ ਉਹਨਾਂ ਨੂੰ ਲੋਡ ਮਿਲ ਰਿਹਾ। ਪਰ ਜੇ ਉਹ ਅੱਗੇ ਲੋਡ ਜਿਹੜੇ ਦੇ ਰਹੇ ਆ, ਜਿਨ੍ਹਾਂ ਨੂੰ ਉਹ ਲੋਡ ਦੇ ਰਹੇ ਆ, ਜੇ ਉਹਨਾਂ ਦੇ ਕੋਲ ਵਰਕਰਸ ਕੰਪ ਇੰਸ਼ੋਰੈਂਸ ਹੈ ਨਹੀਂ ਗੀ, ਤੇ ਉਹਨਾਂ ਦਾ ਜਿਹੜਾ ਕੰਟਰੈਕਟ ਹੈਗਾ ਉਹ ਵੀ ਡੇਂਜਰ ਦੇ ਵਿੱਚ ਹੈਗਾ, ਉਹ ਵੀ ਪ੍ਰੋਬਲਮ ਦੇ ਵਿੱਚ ਆ ਸਕਦੇ ਆ। ਔਰ ਇਹੋ ਹੀ ਚੀਜ਼ਾਂ ਜਿਹੜੀਆਂ ਆ ਇਸ ਵੇਲੇ, ਜਦੋਂ ਹੁਣ ਜਿੱਦਾਂ ਆਪਾਂ ਕਾਰ ਦੀ ਗੱਲ ਕਰਦੇ ਆ, ਕਾਰ ਦੇ ਵਿੱਚ ਵੀ ਹੁਣ ਹਰ ਇੱਕ ਬ੍ਰੋਕਰ ਜਿਹੜਾ ਆ ਕੈਲੀਫੋਰਨੀਆ 'ਚ ਜਦੋਂ ਲੋਡ ਕਰਦਾ, ਉਹ ਪੁੱਛਦਾ ਵੀ ਤੁਹਾਡਾ ਸਰਟੀਫਿਕੇਟ ਭੇਜੋ ਕਾਰ ਕੰਪਲਾਇੰਸ ਦਾ, ਤੁਹਾਡਾ ਟਰੱਕ ਕੰਪਲਾਇੰਸ ਹੈ ਕਿ ਨਹੀਂ। ਇੱਦਾਂ ਹੀ ਤੁਹਾਡਾ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਆ ਵਰਕਰਸ ਕੰਪ ਦਾ ਜਿਹੜਾ ਇਸ਼ੂ ਆ, ਇਹ ਵੀ ਖੜਾ ਹੋ ਜਾਣਾ ਕਿ ਤੁਹਾਡਾ ਜਿਹੜਾ ਡਰਾਈਵਰ ਆ, ਜੇ ਤੁਸੀਂ ਲੋਡ ਲੈ ਰਹੇ ਆ, ਜਿਹੜੇ ਕਿ ਪਹਿਲਾਂ ਵੱਡੀਆਂ ਕੰਪਨੀਆਂ ਨੂੰ ਪੁੱਛਿਆ ਜਾਂਦਾ ਸੀਗਾ, ਲੇਕਿਨ ਹੁਣ ਹਰ ਇੱਕ ਕੰਪਨੀ ਨੂੰ ਮੇਰੇ ਖਿਆਲ ਦੇ ਵਿੱਚ ਕੀ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਪੁੱਛਿਆ ਜਾਊਗਾ ਕਿ ਤੁਸੀਂ ਕਵਰਡ ਹੈਗੇ ਆ, ਤੁਹਾਡੇ ਕੋਲ ਕਵਰੇਜ ਹੈਗੀ ਆ, ਸਾਨੂੰ ਸਰਟੀਫਿਕੇਟ ਭੇਜੋ। ਜੀ ਸੋ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੋਂ। ਪ੍ਰੋਬਲਮ ਕੀ ਹੁੰਦੀ ਆ, ਆਪਾਂ ਐਂਡ ਜੇ ਵਾਲੇ ਪ੍ਰੋਗਰਾਮ 'ਚ ਜਾ ਕੇ ਫਿਰ ਕਾਲ ਕਰਦੇ ਹਾਂ, ਤੇ ਸਾਡਾ ਜਿਹੜਾ ਗੁਰਬਾਣੀ ਦਾ ਪ੍ਰੋਗਰਾਮ ਫਿਰ ਉਹ ਕੱਟ ਹੋ ਜਾਂਦਾ, ਅਸੀਂ ਉਹ ਕੱਟਣਾ ਨਹੀਂ ਚਾਹੁੰਦੇ। ਤੇ ਸਾਨੂੰ ਫੇਸਬੁੱਕ ਤੇ ਵੀ ਮੈਸੇਜ ਆ ਰਿਹਾ, ਇੱਕ ਬਲਵੀਰ ਸਿੰਘ ਹੁਣੀ ਇਹ ਮੈਸੇਜ ਦੱਸਿਆ ਵੀ ਬੁੱਕਕੀਪਰ ਵੀ ਕਹਿੰਦਾ ਕਈ ਵਾਰੀ ਮਰਵਾ ਦਿੰਦੇ ਆ, ਤੇ ਕਹਿੰਦੇ ਵੀ ਮੇਰੇ ਨਾਲ ਵੀ ਇੱਦਾਂ ਹੋ ਕੇ ਹਟੀ ਆ। ਸੋ ਬਿਲਕੁਲ ਇੱਕ ਚੀਜ਼ ਜਿਹੜੀ ਪਹਿਲੇ ਉਹਨਾਂ ਨੇ ਕਿਹਾ, ਜਿਨ੍ਹਾਂ ਨੇ ਸਵਾਲ ਕੀਤਾ ਸੀਗਾ ਵੀ ਸਾਨੂੰ ਜਿਹੜਾ ਟੈਕਸ ਵਾਲਾ ਉਹ ਇੱਦਾਂ ਆਖੀ ਜਾਂਦਾ, ਮੇਕ ਸ਼ੋਰ ਕਰਿਓ ਵੀ ਉਹ ਐਕਚੁਅਲ 'ਚ CPA ਆ, ਕਿਤੇ ਬੁੱਕ ਕੀਪਰ ਨਾ ਹੋਵੇ ਬਾਅਦ ਦੇ ਵਿੱਚ, ਕਿਉਂਕਿ ਬੁੱਕ ਕੀਪਰ ਦੇ ਕੋਲ ਉਹ ਵਾਲਾ ਲਾਇਸੈਂਸ ਜਿਹੜਾ CPA ਵਾਲਾ ਉਹ ਨਹੀਂ ਹੁੰਦਾ। ਤੇ ਜੇ ਕੋਈ ਇੱਦਾਂ ਕਹਿ ਰਿਹਾ ਤਾਂ ਭਾਈ ਕਿਸੇ ਹੋਰ ਦੀ ਵੀ ਸਲਾਹ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਲੈ ਲਓ। ਇਹੋ ਜਿਹੇ ਮਾਮਲੇ ਦੇ ਵਿੱਚ ਜਦੋਂ ਮੇਜਰ ਚੇਂਜਸ ਆ ਰਹੇ ਹੁੰਦੇ ਆ, ਉਦੋਂ ਵੱਧ ਤੋਂ ਵੱਧ ਥਾਵਾਂ ਤੋਂ ਤੁਹਾਨੂੰ ਜਿਹੜੀ ਸਲਾਹ ਲੈਣੀ ਚਾਹੀਦੀ। ਖੁਦ ਵੀ ਰੀਸਰਚ ਜਿੰਨੀ ਜਿਹੜੀ ਤੁਸੀਂ ਇਸ ਦੇ ਵਿੱਚ ਕਰ ਸਕਦੇ ਆ, ਉਹੀ ਜਿਹੜੀ ਆ ਤੁਹਾਡੇ ਲਈ ਫਾਇਦੇਮੰਦ ਆ। ਜਿੰਨੇ ਜ਼ਿਆਦਾ ਤੁਸੀਂ ਉਹਨਾਂ ਨੂੰ ਸਵਾਲ ਪੁੱਛੋਗੇ, ਓਨਾ ਜ਼ਿਆਦਾ ਤੁਹਾਨੂੰ ਕਲੈਰਿਟੀ ਹੋਊਗੀ, ਤੇ ਤੁਸੀਂ ਜਿਹੜਾ ਫਿਰ ਸਹੀ ਡਿਸੀਜਨ ਉਸ ਹਿਸਾਬ ਦੇ ਨਾਲ ਜਿਹੜਾ ਉਹ ਬਣਾ ਸਕੋਗੇ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੇ ਕੋਲ ਦੋ ਗੱਲਾਂ ਕਰਨੀਆਂ ਜੀ ਮੈਂ ਤਾਂ। ਇੱਕ ਭਾਈ ਸਾਡੀ ਵਰਕਰਸ ਕੰਪ ਆ ਨਾ, ਇਹ ਜਿੱਦਾਂ ਆਪਾਂ ਸੋਚ ਰਹੇ ਹਾਂ ਵੀ ਭਾਰ ਜਿਹਾ ਆਪਣੇ ਤੇ, ਚਲੋ ਜੇ ਇਕੱਲਾ ਬੰਦਾ ਵਰਕਰਸ ਕੰਪ ਨਹੀਂ ਲੈ ਸਕਦਾ ਤੇ ਘੱਟ ਤੋਂ ਘੱਟ ਉਹਨੂੰ ਓਕੂਪੇਸ਼ਨਲ ਐਕਸੀਡੈਂਟ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਆ। ਇਹ ਤਾਂ ਆਪਣੀ ਸੇਫਟੀ ਹੋਈ ਆ ਆਪਣੇ ਵਾਸਤੇ ਜੀ। ਤੇ ਦੂਜਾ ਇੱਕ ਭਾਈ ELD ਦਾ ਫਾਇਦਾ ਦੱਸਣਾ ਸੀ। ਕੱਲ ਨਾ ਮੈਂ ਵੀਡੀਓ ਦੇਖ ਰਿਹਾ ਸੀ YouTube ਤੇ, ਗੋਰੇ ਨੇ ਉਹ ਕਹਿੰਦਾ ਵੀ ਜਿੱਦਾਂ ਉਹ ਚਲ ਗਿਆ ਲੋਡ ਡ੍ਰੌਪ ਕਰਨ ਆਪਣਾ ਜੀ, ਤੇ ਉਹ ਕਹਿੰਦਾ ਮੈਂ ਵੇਅਰ ਹਾਊਸ ਦੇ ਸਾਹਮਣੇ ਲਾ ਲਿਆ ਜਾ ਕੇ ਟਰੱਕ, ਜੇ ਕਹਿੰਦਾ ਮੈਂ ਮਤਲਬ ਟਰੱਕ ਸਟਾਪ ਤੇ ਰੁਕਦਾ, ਮੇਰੇ ਕੋਲ ਉੱਥੇ ਪਹੁੰਚਿਆ ਨਹੀਂ ਸੀ ਜਾਣਾ ਜੀ। ਤੇ ਕਹਿੰਦਾ ਸੁੱਤਾ ਪਿਆ ਮੈਂ ਹੀ, ਕਹਿੰਦਾ 2 ਵਜੇ ਨਾ 2 ਬੰਦੇ ਆਏ ਮੇਰੇ ਕੋਲ ਗੱਡੀ ਦੇ, ਉਹਨੇ ਡੋਰ ਖੜਕਾਈ ਮੇਰੀ, ਤੇ ਉਹਨੂੰ ਉਠਾ ਕੇ ਕਹਿੰਦਾ ਵੀ ਕੀ ਲੋਡ ਕੀ ਆ ਇਹਦੇ ਵਿੱਚ ਟਰੱਕ ਟ੍ਰੇਲਰ ਦੇ ਵਿੱਚ ਜੀ। ਉਹ ਕਹਿੰਦਾ ਵੀ ਉਹਨੂੰ ਥੋੜਾ ਜਿਹਾ ਲੱਗ ਗਿਆ ਵੀ ਹਾਂ ਵੀ ਸ਼ਾਇਦ ਵੇਅਰ ਹਾਊਸ ਤੇ ਬੰਦ ਆ, ਵੀ ਇਹ ਬੰਦੇ ਕੌਣ ਹੋਣਗੇ। ਤੇ ਉਹ ਕਹਿੰਦੇ ਵੀ ਅਸੀਂ ਮਤਲਬ ਵੇਅਰ ਹਾਊਸ ਕਿਉਂ, ਵੀ ਜੇ ਤੇਰਾ ਮਤਲਬ ਹੋਰ ਕੋਈ ਪ੍ਰੋਡਕਟ ਆ ਤੈਨੂੰ ਦੂਜੇ ਵੇਅਰ ਹਾਊਸ 'ਚ ਜਾਣਾ ਪੈਣਾ। ਉਹਨੂੰ ਮਤਲਬ ਫੀਲ ਹੋ ਗਿਆ ਵੀ ਹਾਂ ਵੀ ਕੋਈ ਗਲਤ ਹੋ ਰਿਹਾ ਕੰਮ। ਉਹ ਕਹਿੰਦਾ ਵੀ ਮੇਰੀ ਤਾਂ ELD ਇੱਥੇ ਖਤਮ ਹੋਈ ਆ, ਜੇ ਮਾੜਾ ਜਿਹਾ ਵੀ ਟਰੱਕ ਧੋ ਰਿਹਾ ਮੈਂ, ਮੈਨੂੰ ਡਿਸਪੈਚ ਵਿੱਚੋਂ ਕਾਲ ਆਉਣ ਲੱਗ ਪੈਣੀਆਂ। ਹਾਂਜੀ, ਉਹ ਕਹਿੰਦੇ ਚੱਲ ਤੈਨੂੰ ਫਿਰ ਠਹਿਰ ਕੇ ਦੱਸਦੇ ਆ। ਉਹ ਥੋੜਾ ਪਰੇ ਚੱਲ ਗਏ, ਉਹ ਮਤਲਬ ਚਲੇ ਗਏ ਉਹ ਜਿੱਦਾਂ ਬੰਦੇ ਜੀ। ਮਤਲਬ ਇੱਕ ਫਾਇਦਾ ਵੀ ਹੋ ਗਿਆ ਬੰਦੇ ਨੂੰ ਵੀ ਹਾਂ ਵੀ ਉਹਦੇ ਦਿਮਾਗ ਵਿੱਚ ਵੀ ਘੰਟੀ ਖੜ ਕੇ ਵੀ ਹਾਂ ਇਹ ਕੰਮ ਬੰਦੇ ਗਲਤ ਨੇ ਜੀ। ਇੱਕ ELD ਦਾ ਬਹਾਨਾ ਲਾਤਾ ਵੀ ਚਲੋ ਇਹ ਵੀ ਫਾਇਦਾ ਹੀ ਆ ELD ਦਾ ਵੀ ਜੀ। ਬਿਲਕੁਲ ਬਿਲਕੁਲ ਪਤਾ ਲੱਗ ਜਾਣਾ ਆ ਵੀ ਹਾਂ ਇਹ ਬਿਲਕੁਲ ਸਹੀ ਗੱਲ ਹੈ, ਇੱਕ ਤਰ੍ਹਾਂ ਦਾ ਸੇਫਟੀ ਇਸ਼ੂ ਹੀ ਹੈਗਾ ਜੀ, ਅਲਾਰਮ ਹੀ ਸਮਝੋ। ਹਾਂਜੀ ਹਾਂਜੀ, ਥੈਂਕ ਯੂ ਜੀ। ਓਕੇ ਭਾਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਨੇ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ ਜੀ? ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਹੈ, ਇੱਥੇ ਬਹੁਤ ਸਾਰੇ ਜਿਹੜੇ ਆਪਣੇ ਬੁੱਕ ਕੀਪਰ ਤਾਂ ਨਹੀਂ ਉਹਨਾਂ ਨੂੰ ਕਹਿ ਸਕਦੇ, ਜਿਹੜੇ IRP ਏਜੰਟ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਓਨਰ ਆਪਰੇਟਰਸ ਆ, ਜਦੋਂ ਉਹਨਾਂ ਨੂੰ ਪੁੱਛਣ ਸਲਾਹ ਲੈਣ ਜਾਂਦੇ, ਮੈਂ ਨਾਂ ਨਹੀਂ ਕਿਸੇ ਦਾ ਲਊਂਗਾ, ਉਹ ਦੱਸ ਰਹੇ ਨੇ ਕਿ ਤੁਸੀਂ ਆਪਣੀ ਕਾਰਪੋਰੇਸ਼ਨ ਬਣਾ ਲਓ, ਫੈਨ ਜਿਹੜੀ ਕੰਪਨੀ ਦੇ ਲੱਗੇ ਰਹਿਣ ਤੋਂ ਉਹਦੇ ਡਿਸਪੈਚ ਲਈ ਚਲੋ।
ਉਹਦੇ ਵਿੱਚ ਉਹ ਤਾਂ ਪਤਾ ਗਲਤ ਕੰਮ ਹੋ ਰਿਹਾ ਜਿੱਦਾਂ ਉਹ 'ਚ ਉਹਨਾਂ ਨੂੰ ਵੀ ਖਤਰਾ ਜਾਂ ਇਕੱਲੇ ਜਿਹੜੀ ਡਿਸਪੈਚ ਕੰਪਨੀ ਉਹ ਵੀ ਖਤਰੇ ਦੇ ਵਿੱਚ ਹੈ ਜਿੱਦਾਂ, ਤੇ ਜਾਂ ਓਨਰ ਆਪਰੇਟਰ ਨੂੰ ਵੀ ਕੋਈ ਖਤਰਾ ਹੈਗਾ ਉਹਦੇ ਵਿੱਚ? ਜੀ ਰਮਨ ਜੀ, ਜਿਹੜੀ ਤੁਸੀਂ ਕਿੱਦਾਂ ਕਿ ਜਿਹੜੇ ਆਪਣੇ ਹੈਗੇ ਆ IRP ਪਲੇਟਸ ਵਾਲੇ, ਉਹ ਕਹਿ ਰਹੇ ਆ ਕਿ ਤੁਸੀਂ ਕਾਰਪੋਰੇਸ਼ਨ ਬਣਾ ਕੇ ਸਾਈਨ ਉਹ ਲੱਗੇ ਰਹਿਣ ਦਿਓ, ਰਾਈਟ? ਹਾਂਜੀ, ਉਹ ਕਹਿੰਦੇ ਆਪਣੇ ਆਪ ਨੂੰ ਤੁਸੀਂ ਕਾਰਪੋਰੇਸ਼ਨ ਬਣਾ ਲਓ, ਕਾਰਪੋਰੇਸ਼ਨ ਬਣਾ ਕੇ ਜਿਹੜੇ ਸਾਈਨ ਆ ਉਹ ਜਿਹੜੀ ਕੰਪਨੀ ABC ਦਾ ਜਿਹਨਾਂ 'ਚ ਚੱਲਦੇ ਸੀ ਉੱਦਾਂ ਹੀ ਚੱਲੀ ਚਲੋ, ਉਹ ਉੱਦਾਂ ਹੀ ਚੱਲਣ ਦਾ, ਜਿਹੜਾ ਤੁਹਾਨੂੰ 1099 ਲੈਣਾ ਤੁਹਾਨੂੰ ਕਾਰਪੋਰੇਸ਼ਨ ਤੇ ਮਿਲ ਜਾਊਗਾ ਐਟ ਦ ਐਂਡ ਆਫ ਦਾ ਈਅਰ। ਉਹਦੇ ਵਿੱਚ ਓਨਰ ਆਪਰੇਟਰ ਕਿੰਨਾ ਕੁ ਸਿਕਿਉਰ ਆ ਉਹਦੇ ਵਿੱਚ, ਇਹ ਜਿਹੜਾ ਕੰਮ ਦਾ ਟੋਟਲੀ ਗਲਤ ਹੈ ਆਪਾਂ ਸਾਰਿਆਂ ਨੂੰ ਪਤਾ ਜਿੱਦਾਂ, ਪਰ ਉਹ ਪਤਾ ਨਹੀਂ ਕਿਉਂ ਉਹ ਸਲਾਹ ਕਿਉਂ ਏਦਾਂ ਦੀ ਦੇ ਰਹੇ ਆ। ਜੇ ਆਪਾਂ ਨੂੰ ਪਤਾ ਗਲਤ ਆ ਫਿਰ ਭਾਜੀ ਗਲਤ ਹੀ ਹੈ ਕਿ ਨਹੀਂ? ਨਹੀਂ, ਗਲਤ ਹੈਗਾ ਭਾਈ। ਉਹਦੇ ਵਿੱਚ ਓਨਰ ਆਪਰੇਟਰ ਨੂੰ, ਮੈਂ ਓਨਰ ਆਪਰੇਟਰ ਦੀ ਗੱਲ ਕਰ ਰਿਹਾ ਵੀ ਉਹਨਾਂ ਬੰਦਿਆਂ ਨੂੰ ਕਿੰਨਾ ਕੁ ਖਤਰਾ ਉਹਦੇ ਵਿੱਚ, ਕਿਉਂਕਿ ਉਹ ਤਾਂ ਕੰਪਨੀ ਜਦੋਂ ਕਹਿ ਰਹੀ ਆ ਵੀ ਤੁਸੀਂ ਇੱਦਾਂ ਕਰ ਲਓ, ਉਹ ਉਹਨਾਂ ਨੇ ਕਰ ਲੈਣਾ ਜਿੱਦਾਂ, ਉਹ ਕੰਪਨੀ ਨਾਲ ਲੈਣ ਦੇਣ ਬਾਅਦ ਆਪੇ ਕਰ ਲੂਗੇ ਜਿੱਦਾਂ ਨੇ ਕਰਨਾ। ਜੀ ਜੀ, ਦੇਖੋ ਜੀ, ਜਿਹੜੀ ਇਹ ਚੀਜ਼ ਹੈਗੀ ਆ ਦੈਟ ਇਜ਼ ਟੋਟਲੀ ਰੋਂਗ ਹੈਗੀ ਆ, ਕਿਉਂਕਿ ਜਿਹੜੀ ਤੁਹਾਡੀ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਹੈਗੀ ਆ ਉਹਨੂੰ ਤੁਸੀਂ ਜਿਹੜਾ ਉਹਨੂੰ ਸੈਟਿਸਫਾਈ ਕਰਨਾ ਜ਼ਰੂਰੀ ਆ। ਸੋ ਉਹਦੇ ਵਿੱਚ ਜੇ ਤੁਸੀਂ ਉਸ ਕੰਪਨੀ ਦੇ ਲਈ ਕੰਮ ਕਰਦੇ ਆ ਔਰ ਸਿਰਫ ਉਸੇ ਕੰਪਨੀ ਲਈ ਕੰਮ ਕਰਦੇ ਆ ਤੇ ਤੁਸੀਂ ਬਿਜ਼ਨਸ ਐਗਜ਼ੈਂਪਸ਼ਨ ਨਹੀਂ ਲੈ ਸਕਦੇ। ਇਹਦੇ ਵਿੱਚ ਦੋਨੋਂ ਕੰਪਨੀਆਂ ਨੂੰ ਖਤਰਾ ਹੈਗਾ, ਇਹਦੇ ਵਿੱਚ ਓਨਰ ਆਪਰੇਟਰ ਨੂੰ ਵੀ ਉਨਾ ਹੀ ਖਤਰਾ ਆ ਤੇ ਇਹਦੇ ਵਿੱਚ ਜਿਹੜੀ ਕੰਪਨੀ ਹੈਗੀ ਉਹਨੂੰ ਵੀ ਉਨਾ ਹੀ ਖਤਰਾ ਆ। ਖਾਸ ਕਰਕੇ ਕੰਪਨੀ ਨੂੰ ਜ਼ਿਆਦਾ ਖਤਰਾ ਹੈ ਓਨਰ ਆਪਰੇਟਰ ਨਾਲੋਂ, ਕਿਉਂਕਿ ਜਿਹੜੀ ਇਸ ਵੇਲੇ AB5 ਦੇ ਵਿੱਚ ਆ, ਜਿਹੜੀ ਇਹ ਬਰਡਨ ਆਫ ਪ੍ਰੂਫ ਆ ਉਹ ਕੰਪਨੀ ਦੇ ਉੱਤੇ ਪਾਇਆ ਗਿਆ ਕਿ ਕੰਪਨੀ ਨੂੰ ਇਹ ਮੇਕ ਸ਼ੋਰ ਕਰਨਾ ਪੈਣਾ ਵੀ ਜਿਹੜਾ ਬੰਦਾ ਮੈਂ ਹਾਇਰ ਕੀਤਾ ਉਹ ਓਨਰ ਆਪਰੇਟਰ ਹੈ ਜਾਂ EMPLOYEE ਆ। ਸੋ ਜੇ ਕੰਪਨੀ ਇਹਦੇ ਵਿੱਚ ਜਿਹੜੀ ਆ ਇਹ ਕੁਤਾਹੀ ਕਰਦੀ ਹੈ ਜਾਂ ਕੰਪਨੀ ਇਹ 'ਚ ਬੇਵਕੂਫੀ ਕਰਦੀ ਆ ਔਰ ਉਹਨੂੰ EMPLOYEE ਐਜ਼ ਅ EMPLOYEE ਕੰਮ ਕਰਵਾ ਕੇ ਤੁਹਾਨੂੰ ਓਨਰ ਆਪਰੇਟਰ ਦੇ ਹਿਸਾਬ ਨਾਲ ਪੈਸੇ ਦਿੰਦੇ ਆ ਤੇ ਡੈਫੀਨੇਟਲੀ ਕੰਪਨੀ ਦਾ ਜ਼ਿਆਦਾ ਨੁਕਸਾਨ ਹੈ। ਇਹਦੇ ਵਿੱਚ ਓਨਰ ਆਪਰੇਟਰ ਦਾ ਨੁਕਸਾਨ ਇਹ ਆ ਕਿ ਐਟ ਦਾ ਐਂਡ ਆਫ ਦਾ ਈਅਰ ਜੇ ਉਹਨੂੰ ਜਾ ਕੇ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ ਤੇ ਟੈਕਸੇਸ਼ਨ ਜਿਹੜੀ ਆ, ਪੈਨਲਟੀਜ਼ ਜਿਹੜੀਆਂ ਆ, ਹੋਰ ਜਿਹੜਾ ਸਾਰਾ ਕੁਛ ਆ ਜਿਹੜਾ ਕਿ ਉਹਨਾਂ ਨੂੰ ਵਾਪਸ ਦੇਣਾ ਪੈਣਾ, ਭਰਨਾ ਪੈਣਾ, ਉਹ ਕਾਫੀ ਜ਼ਿਆਦਾ ਹੋਣਾ। ਸੋ ਇਹ ਸਰਾਸਰ ਗਲਤ ਸਲਾਹ ਹੈਗੀ ਆ, ਇਹ ਬਿਲਕੁਲ ਠੀਕ ਸਲਾਹ ਨਹੀਂ ਹੈਗੀ। ਸੋ ਇਹ ਜਿਨ੍ਹਾਂ ਨੂੰ ਵੀ ਇਹ ਸਲਾਹ ਮਿਲ ਰਹੀ ਹੈ, ਮੇਰੇ ਖਿਆਲ ਦੇ ਵਿੱਚ ਇੱਕ ਚੀਜ਼ ਸੋਚ ਲੈਣੀ ਚਾਹੀਦੀ ਆ ਕਿ ਕਾਨੂੰਨ ਦੇ ਮੁਤਾਬਕ ਚੱਲਣਾ ਜ਼ਰੂਰੀ ਆ। ਕਾਨੂੰਨ ਨੂੰ ਆਪਣੀ ਕੰਪਨੀ, ਆਪਣੇ ਬਿਜ਼ਨਸ ਦੇ ਮੁਤਾਬਕ ਜਿਹੜਾ ਤੋੜਨਾ ਮਰੋੜਨਾ, ਉਹਦੇ ਚ ਆਲਵੇਜ਼ ਐਟ ਦਾ ਐਂਡ ਆਫ ਦਾ ਸ਼ੋ ਪ੍ਰੋਬਲਮ ਆਉਂਦੀ ਹੈ। ਸੋ ਇਹ ਜ਼ਰੂਰੀ ਨਹੀਂਗਾ ਕਿ ਉਹਨਾਂ ਨੂੰ ਅਗਲੇ ਸਾਲ ਜਨਵਰੀ 1 ਨੂੰ ਪ੍ਰੋਬਲਮ ਆ ਜਾਵੇ, ਹੋ ਸਕਦਾ ਉਹਨੂੰ ਦਸੰਬਰ 31 ਨੂੰ ਜਾ ਕੇ ਪ੍ਰੋਬਲਮ ਆਵੇ ਅਗਲੇ ਸਾਲ। ਪਰ ਇਹ ਆ ਵੀ ਦਸੰਬਰ 31 ਨੂੰ ਪ੍ਰੋਬਲਮ ਆਈ ਤਾਂ ਉਹਨਾਂ ਦੇ ਸਾਰੇ ਜਿਹੜੇ ਪਿਛਲੇ ਕੁਆਟਰ ਆ ਜਿਹੜੇ ਟੈਕਸ ਨਹੀਂ ਭਰਿਆ, ਜੋ ਕੁਝ ਨਹੀਂ। ਔਰ ਇਹ ਇੱਕ ਹੋਰ ਚੀਜ਼ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜੇ ਇਹ EDD ਦੇ ਟੈਕਸਸ ਹੈਗੇ ਆ ਜਾਂ ਇਹ ਕੋਈ ਵੀ ਇੱਦਾਂ ਦੇ ਟੈਕਸ ਜਿਹੜੇ ਆ, ਖਾਸ ਕਰਕੇ EDD ਦੇ ਟੈਕਸ ਆ, ਇਹ ਜਿੰਨੀਆਂ ਪੈਨਲਟੀਜ਼ ਇਹਦੇ ਵਿੱਚ ਪੈਂਦੀਆਂ, ਜਿੰਨਾ ਕੁਛ ਇਹਦੇ ਵਿੱਚ ਹੁੰਦਾ ਆ ਔਰ ਜਿੰਨੇ ਹੈਵੀ ਫਾਈਨ ਹੁੰਦੇ ਆ, ਇਹ ਬੈਂਕਰਪਸੀ ਦੇ ਵਿੱਚ ਕਲੀਅਰ ਨਹੀਂ ਹੁੰਦੇ। ਸੋ ਇਹ ਮੇਕ ਸ਼ੋਰ ਕਰ ਲਿਓ ਕਿ ਕੱਲ ਨੂੰ ਈਵਨ ਦੋ ਜੇ ਹੁਣ ਕਿਸੇ ਕੋਲ 10 ਜਾਂ 15 ਓਨਰ ਆਪਰੇਟਰ ਚੱਲਦੇ ਆ ਔਰ ਉਹਨਾਂ ਦਾ ਕੱਲ ਨੂੰ ਈਅਰ ਐਂਡ ਤੇ ਜਾ ਕੇ ਪਤਾ ਲੱਗ ਜਾਂਦਾ ਹੈ, ਕਿਸੇ ਨਾ ਕਿਸੇ ਹਿਸਾਬ ਨਾਲ ਉਹ ਅੜਿੱਕੇ ਆ ਜਾਂਦੇ ਆ ਤੇ ਉਹ ਦੇਖੋ ਵੀ ਉਹਦਾ ਪੈਨਲਟੀਜ਼, ਫਾਈਨ ਤੇ ਸਾਰਾ ਕੁਝ ਜਿਹੜਾ ਬੈਕ ਟੈਕਸ ਹੈਗਾ ਉਹ ਕਿੰਨਾ ਆ। ਤੇ ਇਹ ਜਿਹੜੀਆਂ ਚੀਜ਼ਾਂ ਆ ਇਹ ਬੈਂਕਰਪਸੀ ਦੇ ਵਿੱਚ ਕਲੀਅਰ ਨਹੀਂ ਹੁੰਦੀਆਂ। ਜੀ, ਸੋ ਬਿਲਕੁਲ ਆਪਾਂ ਵੀ ਸਰੋਤਿਆਂ ਨੂੰ ਜਿਹੜੀ ਰਿਕੁਐਸਟ ਕਰਦੇ ਹਾਂ, ਜੇ ਕੋਈ ਕਿਸੇ ਦੀ EDD ਆਡਿਟ ਹੋਈ ਹੋਵੇ ਉਹ ਜ਼ਰੂਰ ਕਾਲ ਕਰਿਓ, ਕਿਉਂਕਿ ਸਭ ਤੋਂ ਖਤਰਨਾਕ ਜਿਹੜੀ ਆਡਿਟ ਆ ਉਹ EDD ਦੀ ਆ। ਉਹ ਬਹੁਤ ਵਾਰੀ ਮੈਂ ਦੇਖਿਆ ਉਹ ਬਿਜ਼ਨਸ ਜਿਹੜੇ ਆ ਉਹ ਸ਼ਟ ਡਾਊਨ ਹੋ ਜਾਂਦੇ ਆ, ਕਿਉਂਕਿ ਜਦੋਂ ਫਿਰ EDD ਆਡਿਟ ਕਰਦੀ ਆ ਨਾ, ਉਹ ਉਸ ਮਹੀਨੇ ਦਾ ਨਹੀਂ ਕਰਦੀ, ਉਹ ਜਿੱਦਾਂ ਫਿਰ ਜਦ ਤੋਂ ਤੁਹਾਡਾ ਬਿਜ਼ਨਸ ਖੁੱਲ੍ਹਿਆ ਉਸ ਤੋਂ ਲੈ ਕੇ ਹੀ ਉਹ ਆਡਿਟ ਕਰਦੀ ਆ। ਮੈਂ ਇੱਕ ਐਗਜ਼ਾਮਪਲ ਦਿੰਦਾ, ਇੱਥੇ ਮਾਊਂਟਨ ਵਿਊ 'ਚ ਕੋਈ ਰੈਸਟੋਰੈਂਟ ਸੀ, ਉਹ ਬਿਨਾਂ ਵਰਕਰਸ ਕੌਂਪ ਤੋਂ ਰਨ ਕਰ ਰਹੇ ਸੀ। ਜਦੋਂ ਇੱਕ ਬੰਦੇ ਦੇ, ਉਹਨਾਂ ਦੇ ਇੰਪਲਾਈ ਦੇ ਸੱਟ ਲੱਗ ਗਈ, ਉਹ ਲੇਬਰ ਡਿਪਾਰਟਮੈਂਟ ਕੋਲ ਚਲ ਗਿਆ, ਉਹਨਾਂ ਨੇ ਛਾਪਾ ਮਾਰਿਆ। ਪਿਛਲੇ 4 ਸਾਲਾਂ 'ਚ 132 ਇੰਪਲਾਈਆਂ ਨੇ ਉਹਨਾਂ ਦੇ ਕੰਮ ਕੀਤਾ ਸੀ। ਪਾਰਟ ਟਾਈਮ ਰੈਸਟੋਰੈਂਟ ਤੁਹਾਨੂੰ ਪਤਾ ਹੀ ਆ, ਕੋਈ 20 ਘੰਟੇ 10 ਘੰਟੇ ਪਰ ਇੰਪਲਾਈ। ਉਹਨਾਂ ਨੇ $1000 ਫਾਈਨ ਪਾਇਆ, $1,57,000 ਦਾ ਫਾਈਨ ਲਾਇਆ ਤੇ ਲੌਕ ਲਾਤਾ ਰੈਸਟੋਰੈਂਟ ਨੂੰ, ਤੇ ਉਹ ਉਹਨਾਂ ਨੂੰ ਪੈਸੇ ਦੇਣੇ ਪਏ। ਫਿਰ ਉਹਨਾਂ ਨੇ ਲੌਕ ਜਿਹੜਾ ਉਹ ਖੋਲ੍ਹਿਆ ਤੇ ਨਾਲ ਇੰਸ਼ੋਰੈਂਸ ਕਰਾਉਣੀ ਪਈ। ਤੇ ਬਿਲਕੁਲ ਇੱਥੇ ਆਪਣੇ ਹਰਜੋਤ ਭਾਜੀ ਤੇ ਰਾਜ, ਮੈਂ ਇੱਕ ਚੀਜ਼ ਜਿਹੜੀ ਕਲੀਅਰ ਕਰ ਦੇਣੀ ਚਾਹੁੰਦਾ, ਬਹੁਤ ਬਾਰ-ਬਾਰ ਇਹ ਕਾਲਸ ਵੀ ਆ ਰਹੀਆਂ ਔਰ ਸਵਾਲ ਬਾਰ-ਬਾਰ ਪੁੱਛੇ ਜਾ ਰਹੇ ਆ ਕਿ ਕੈਲੀਫੋਰਨੀਆ ਦੇ ਡਰਾਈਵਰ ਨੂੰ ELD ਲੋੜ ਹੈ, ਕਿੱਦਾਂ ਹੈ, ਕੀ ਆ, ਠੀਕ ਹੈ ਨਾ।
ਇਹ ਇੱਕ ਤਰੀਕੇ ਨਾਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਡਰਾਈਵਰ ਚੱਲਦਾ ਆ, ਜਿਹਦਾ ਫਰੇਟ ਜਿਹੜਾ ਆ ਉਹ ਸਿਰਫ ਕੈਲੀਫੋਰਨੀਆ ਦੇ ਵਿੱਚੋਂ ਚੁੱਕਿਆ ਤੇ ਕੈਲੀਫੋਰਨੀਆ ਦੇ ਵਿੱਚ ਇਹਨੇ ਡ੍ਰੌਪ ਕਰਤਾ, ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਬਿੱਲ ਆਫ ਲੇਡਿੰਗ ਆ ਉਹ ਕਹਿੰਦਾ ਆ ਕਿ ਇਹ ਸਮਾਨ ਸੈਕਰਾਮੈਂਟੋ ਤੋਂ ਚੁੱਕਿਆ ਤੇ LA ਡ੍ਰੌਪ ਕਰਤਾ, ਤੇ ਉਹਨੂੰ ਪੇਪਰ ਲੌਗ ਦੇ ਉੱਤੇ ਉਹ ਚੱਲ ਸਕਦਾ। ਜੇ ਤੁਹਾਡਾ ਫਰੇਟ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਆ, ਤੁਸੀਂ ਸਿਰਫ ਇੱਕ ਹਿੱਸਾ ਉਹਦਾ ਕਵਰ ਕੀਤਾ ਆ, ਫਿਰ ਤੁਹਾਨੂੰ ELD ਦੀ ਲੋੜ ਆ। ਔਰ ਜਿਹੜਾ ਖਾਸ ਕਰਕੇ ਇੱਕ ਪਿਛਲੇ 2-3 ਦਿਨ ਦੇ ਵਿੱਚ ਇੱਕ ਭਾਈ ਸਾਹਿਬ ਹੁਣੀ ਸਾਡੇ ਕੋਈ ਵੀਡੀਓ ਬਣਾ ਕੇ ਪਾ ਰਹੇ ਆ ਇਹਦੇ ਆਪਣੇ WhatsApp ਗਰੁੱਪਸ ਦੇ ਵਿੱਚ ਕਿ ਆਹ ਦੇਖੋ ਮੈਂ 16 ਘੰਟੇ ਦੀ ਸ਼ਿਫਟ ਹੋ ਗਈ ਆ ਤੇ ਆਹ ਦੇਖੋ 12 ਘੰਟੇ ਮੈਂ ਟਰੱਕ ਚਲਾ ਸਕਦਾ। ਕਿਰਪਾ ਕਰਕੇ ਉਹਨਾਂ ਤੇ ਵਿਸ਼ਵਾਸ ਨਾ ਕਰੋ, ਕਿਉਂਕਿ ਉਹ ਸਿਰਫ ਕੈਲੀਫੋਰਨੀਆ ਦੇ ਵਿੱਚ ਜਿਹੜਾ ਕੈਲੀਫੋਰਨੀਆ ਆਪਸ਼ਨ ਆ ELD ਦੇ ਉੱਤੇ ਉਹ ਉਹਨਾਂ ਨੇ ਅਡਾਪਟ ਕੀਤੀ ਆ। ਉਹ ਨੈਸ਼ਨਲ ਇੰਟਰਸਟੇਟ ਆਪਸ਼ਨ ਨਹੀਂ ਹੈਗੀ, ਉਹ 16 ਘੰਟੇ ਦੀ ਆਪਸ਼ਨ ਇੰਟਰਸਟੇਟ ਵਾਸਤੇ ਨਹੀਂ ਹੈਗੀ, ਉਹ ਸਿਰਫ ਤੇ ਸਿਰਫ ਕੈਲੀਫੋਰਨੀਆ ਦੀ ਆਪਸ਼ਨ ਹੈਗੀ ਆ। ਉਹ ਇਹ ਦਰਸਾ ਰਹੇ ਆ ਕਿ ਮੈਂ ELD ਨੂੰ ਕਰੈਕ ਕਰ ਲਿਆ, ਆਹ ਦੇਖੋ ਤੁਸੀਂ ਮੈਨੂੰ ਬੇਵਕੂਫ ਸਮਝਦੇ ਸੀ ਪਰ ਮੈਂ ਬਹੁਤ ਸਮਝਦਾਰ ਹਾਂ। ਲੇਕਿਨ ਉਹ ਆਪ ਸਮਝਦਾਰ ਆਪਣੇ ਆਪ ਨੂੰ ਭਾ ਕੇ ਸਾਰਿਆਂ ਨੂੰ ਬੇਵਕੂਫ ਸਾਬਤ ਕਰ ਰਿਹਾ। ਸੋ ਇਸ ਕਰਕੇ ਪਲੀਜ਼ ਇਹਨਾਂ ਚੀਜ਼ਾਂ ਨੂੰ ਸਾਨੂੰ ਬਾਰ-ਬਾਰ ਇਹ ਚੀਜ਼ਾਂ ਦੱਸਣੀਆਂ ਪੈ ਰਹੀਆਂ ਕਿ ਇਹ ਚੀਜ਼ਾਂ ਇੰਨੀਆਂ ਸੁਖਾਲੀਆਂ ਨਹੀਂ ਗੀਆਂ, ਇੰਨੀਆਂ ਈਜ਼ੀ ਨਹੀਂ ਗੀਆਂ। ਸੋ ਅਸੀਂ ਬਾਰ-ਬਾਰ ਇਹ ਚੀਜ਼ ਕਰੇ ਕਿ ਜਿਹੜਾ ਕੈਲੀਫੋਰਨੀਆ ਦਾ ਡਰਾਈਵਰ ਆ ਉਹਨੂੰ ਤੁਸੀਂ ELD ਦੀ ਲੋੜ ਨਹੀਂ ਜੇ ਉਹਦਾ ਫਰੇਟ ਵਿਦਨ ਕੈਲੀਫੋਰਨੀਆ ਹੈਗਾ ਬਿੱਲ ਆਫ ਲੇਡਿੰਗ ਤੇ ਦੂਸਰੀ ਗੱਲ ਆ, ਜੇ ਤੁਸੀਂ 100 ਮੀਲ ਦੇ ਰੇਡੀਅਸ ਦੇ ਵਿੱਚ ਰਹਿੰਦੇ ਆ, 100 에ਅਰ ਮਾਈਲ ਰੇਡੀਅਸ ਦੇ ਵਿੱਚ ਰਹਿੰਦੇ ਆ, ਤੇ ਤੁਸੀਂ ਆਪਣੀ ਪੇਪਰ ਲੌਗ ਸਟਿਲ ਯੂਜ਼ ਕਰ ਸਕਦੇ ਆ 100 ਮੀਲ ਦੇ ਰੇਡੀਅਸ ਦੇ ਵਿੱਚ। ਜੇ 100 ਮੀਲ ਦੇ ਰੇਡੀਅਸ ਚੋਂ ਬਾਹਰ ਚਲੇ ਜਾਂਦੇ ਆ ਤੇ ਤੁਹਾਨੂੰ ELD ਜਿਹੜੀ ਆ ਉਹ ਯੂਜ਼ ਕਰਨੀ ਪਊਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਧਿਆਨ ਨਾਲ ਦੇਖਣ ਵਾਲੀਆਂ। ਔਰ ਖਾਸ ਕਰਕੇ ਮੈਂ ਕੱਲ ਵੀ ਜਿਹੜਾ ਸਕੇਲ ਦੇ ਉੱਤੇ ਖੜੇ ਹੋ ਕੇ ਗੱਲਬਾਤ ਕੀਤੀ ਸੀਗੀ, ਉਹਦੇ ਵਿੱਚ ਵੀ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਕਲੈਰਿਟੀ ਕਰਨ ਦੀ ਟਰਾਈ ਕਰ ਰਹੇ ਆ ਕਿ ਜਿਹੜੀ ਐਗਰੀਕਲਚਰ ਐਗਜ਼ੰਪਸ਼ਨ ਹੈਗੀ ਆ ਉਹਨੂੰ ਕਿਵੇਂ ਯੂਜ਼ ਕੀਤਾ ਜਾ ਸਕਦਾ, ਐਗਰੀਕਲਚਰ ਐਗਜ਼ੰਪਸ਼ਨ ਨੂੰ ਕਿੱਦਾਂ ਯੂਜ਼ ਕੀਤਾ ਜਾ ਸਕਦਾ ਔਰ ਕਿੱਦਾਂ ਉਹਦੇ ਤੋਂ ਫਾਇਦਾ ਲਿਆ ਜਾ ਸਕਦਾ। ਕਾਫੀ ਜਿਹੜੀਆਂ ਉਹ 'ਚ ਆਪਸ਼ਨਾਂ ਅਵੇਲੇਬਲ ਹੈਗੀਆਂ ਜਿਹੜੀਆਂ ਕਿ ਐਕਚੁਅਲੀ ਮੈਂ ਕੱਲ ਉੱਥੇ ਖੜਾ ਹੋਇਆ ਸੀਗਾ ਆਪਣੇ ਚੌਚਲਾ ਸਕੇਲ ਤੇ ਉਹਨਾਂ ਨੂੰ ਕਲੀਅਰਲੀ ਨਹੀਂ ਸੀ ਪਤਾ ਵੀ ਕੀ ਕਰਨਾ ਆ ਤੇ ਕਿੱਦਾਂ ਕਰਨਾ ਆ। ਸੋ ਜਿਹੜੇ ਲਾਅ ਇਨਫੋਰਸਮੈਂਟ ਹੈਗੀ ਆ ਉਹਨਾਂ ਦੇ ਵਿੱਚ ਵੀ ਕਾਫੀ ਇਹ ਕਲੈਰਿਟੀ ਨਹੀਂ ਹੈਗੀ, ਪਰ ਡੈਫੀਨੇਟਲੀ ਪਲੀਜ਼ ELD ਦੇ ਬਾਰੇ ਦੇ ਵਿੱਚ ਇੱਕ ਚੀਜ਼ ਜਿਹੜੀ ਆ ਇਹ ਜ਼ਰੂਰ ਸੋਚ ਕੇ ਰੱਖੋ ਕਿ ELD ਜਿਹੜੀ ਆ ਉਹ ਤੁਹਾਡੇ ਬੈਨੀਫਿਟ 'ਚ ਹੈਗੀ ਆ। ਇਹ ਡੈਫੀਨੇਟਲੀ ਜਿਹੜੀ ਆ ਕਿ ਜਿਹੜੀਆਂ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਕਾਫੀ ਚੀਜ਼ਾਂ ਦੇ ਉੱਤੇ ਧਿਆਨ ਰੱਖੋ ਤੇ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿੰਨਾ ਇਹ ਬੈਨੀਫਿਟ ਕਰ ਰਹੀ ਹੈ ਤੁਹਾਨੂੰ। ਜੀ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਕੁਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਕੁਲਬੀਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਭਾਜੀ ਸੁਣਿਆ ਨਹੀਂ ਪਹਿਲਾਂ। ਜੀ ਕੋਈ ਤਿੰਨੇ ਭਾਈਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੀਰਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਕੁਐਸਚਨ ਆ, ਮੈਂ ਡਰਾਈਵਰ ਆ ਜੀ। ਠੀਕ ਹੈ ਜੀ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸਿਓ ਵੀ ਜਦੋਂ ਹੁਣ ਮੈਂ ਲੋਡ ਲਾਉਣਾ ਆ ਕੱਲ ਨੂੰ ਸਵੇਰ ਨੂੰ, ਉਹਦੇ ਵਿੱਚ ਮੇਰੇ 25 ਤੋਂ 30 ਮੀਲਾਂ ਪਿੱਛੇ ਰਹਿ ਜਾਣੀ ਬੁੱਕ, ਉਹਦੇ ਵਿੱਚ ਮੈਂ ਕੀ ਕਰ ਸਕਦਾ? ਦੂਜਾ ਸਵਾਲ, ਹੁਣ ਕਈ ਬੰਦਿਆਂ ਨੇ ਸਾਰਿਆਂ ਨੇ ਕਈਆਂ ਨੇ ਮੈਨੂੰ ਪਤਾ ਲੱਗਾ ਆ ਵੀ ਬਿਜ਼ਨਸ ਅਕਾਊਂਟ ਖੁਲਾਤੇ ਆ ਡਰਾਈਵਰਾਂ ਦੇ, ਉਹਦੇ ਵਿੱਚ ਆਪਾਂ ਨੂੰ ਬੈਨੀਫਿਟ ਆ ਜਾਂ ਨੁਕਸਾਨ ਆ? ਤੇ ਤੀਜੀ ਗੱਲ ਮੇਰੀ ਇਹ ਆ ਭਾਜੀ, ਰਮਨ ਉਹਨਾਂ ਨੇ ਹੁਣੇ ਕਿਹਾ ਵੀ ਆਪਾਂ 100 ਮੀਲ ਦੇ ਵਿੱਚ ਜੇ ਕੈਲੀਫੋਰਨੀਆ 'ਚ ਰਹਿੰਦੇ ਆ ਤਾਂ ਆਪਾਂ ਪੇਪਰ ਲਾਗ ਬੁੱਕ ਚਲਾ ਸਕਦੇ ਆ। ਬਾਕੀ ਤੁਸੀਂ ਇਹ ਕਹਿੰਦੇ ਆ ਵੀ ਜੇ ਆਪਾਂ ਕੈਲੀਫੋਰਨੀਆ 'ਚ ਰਹਿੰਦੇ ਆ ਤਾਂ ਇਹ ਚਲਾ ਸਕਦੇ ਜਾਂ 100 ਮੀਲ ਦੇ ਵਿੱਚ ਹੀ? ਇਹ 100 ਮੀਲ ਕੈਲੀਫੋਰਨੀਆ ਦੇ ਵਿੱਚ ਪਹਿਲੀ ਗੱਲ ਹੈ 100 ਮੀਲ ਦੇ ਵਿੱਚ ਡਰਾਈਵ ਕਰਦੇ ਆ ਤੁਸੀਂ ਤੇ ਤੁਹਾਡਾ ਲੋਡ ਜਿਹੜਾ ਆ ਉਹਦੀ ਬਿੱਲ ਆਫ ਲੇਡਿੰਗ ਕਹਿੰਦਾ ਕਿ ਉਹ ਕੈਲੀਫੋਰਨੀਆ 'ਚ ਹੀ ਰਹਿਣਾ ਆ, ਉਹ ਬਾਹਰ ਨਹੀਂ ਜਾਣਾ। ਜਿਹੜੀ ਤੁਸੀਂ ਗੱਲ ਕੀਤੀ ਹੈ ਬਿਜ਼ਨਸ ਅਕਾਊਂਟ ਦੀ, ਉਹਨਾਂ ਨੇ ਬਿਜ਼ਨਸ ਅਕਾਊਂਟ ਖਿਲਾਤੇ ਡਰਾਈਵਰਾਂ ਦੇ ਦਾ, ਉਹ ਬਿਲਕੁਲ ਇਲੀਗਲ ਆ, ਬਿਲਕੁਲ ਰੋਂਗ ਆ। ਉਹਦੇ ਵਿੱਚ ਪ੍ਰੋਬਲਮ ਆਊਗੀ ਡੈਫੀਨੇਟਲੀ ਆਊਗੀ, ਕਿਉਂਕਿ 1099 ਹੁਣ ਜਿਹੜੀ ਕੰਪਨੀ ਨੇ 1099 ਇਸ਼ੂ ਕਰ ਰਹੇ ਆ, ਜਿਹੜੀਆਂ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਆ, ਜਿਹੜੀਆਂ ਇਨਫੋਰਸਮੈਂਟ ਵਾਲੀਆਂ ਏਜੰਸੀਜ਼ ਆ, ਉਹਨਾਂ ਨੇ ਡੈਫੀਨੇਟਲੀ ਉਹਨਾਂ ਦੇ ਉੱਤੇ ਜਿਹੜਾ ਆ ਇਸ ਵੇਲੇ ਸ਼ਿਕੰਜਾ ਕੱਸਣਾ ਆ। ਸੋ ਜਿਹੜੀ ਵੀ ਜੇ ਤੁਹਾਨੂੰ ਬਿਜ਼ਨਸ ਅਕਾਊਂਟ ਖਿਲਾ ਕੇ, ਹੁਣ ਤੁਸੀਂ ਇੱਕ ਸਿੰਪਲ ਜੀ ਕਹਾਣੀ ਇਹ ਦੱਸੋ ਮੈਨੂੰ ਵੀ ਜਦੋਂ ਇੱਕ ਡਰਾਈਵਰ ਇੱਕ EMPLOYEE ਹੈਗਾ,
ਉਹਦਾ ਬਿਜ਼ਨਸ ਅਕਾਊਂਟ ਕਿੱਦਾਂ ਖੁੱਲ ਜੂਗਾ? ਜਿਹੜੀ ਚੀਜ਼ ਤੁਹਾਨੂੰ ਗਲਤ, ਮੈਨੂੰ ਤੇ ਸਮਝ ਆਉਂਦੀ ਵੀ ਕਿਹੜਾ ਬੰਦਾ ਜਿਹਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਇੱਕ ਡਰਾਈਵਰ ਇੱਕ EMPLOYEE ਦਾ ਬਿਜ਼ਨਸ ਅਕਾਊਂਟ ਕਿਵੇਂ ਖੁੱਲ ਸਕਦਾ ਜਦੋਂ ਬਿਜ਼ਨਸ ਹੀ ਨਹੀਂ ਓਨ ਕਰਦਾ, ਨਾ ਉਹਦੀ ਟੈਕਸ ਆਈਡੀ ਆ, ਨਾ ਉਹ ਬਿਜ਼ਨਸ ਲਾਇਸੈਂਸ ਲਿਆ, ਰਾਈਟ? ਫਿਰ ਤੁਹਾਨੂੰ ਉਦਾਂ ਦੇ ਜਿਹੜੇ ਬੁੱਕਕੀਪਰ ਆ ਉਹਨਾਂ ਨੇ ਕਹਿਣਾ ਠੀਕ ਆ ਤੇਰਾ 1099 ਆ, ਹੁਣ ਤੂੰ ਬਿਜ਼ਨਸ ਡਿਡਕਸ਼ਨਾਂ ਲੈ ਲਾ। ਉਹ ਬਿਜ਼ਨਸ ਤਾਂ ਹੈ ਹੀ ਨਹੀਂ, ਡਿਡਕਸ਼ਨਾਂ ਕਿੱਥੋਂ ਆ ਗਈਆਂ? ਇਹਦੇ ਵਿੱਚ ਹਾਂਜੀ ਇਹਦੇ ਵਿੱਚ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਮੈਂ ਹੁਣ ਨਾਲ ਜੋੜ ਕੇ ਜਿਹੜੀ ਉਹ ਦੱਸਣਾ ਚਾਹੁੰਦਾ। ਬੀਤੇ ਦਿਨਾਂ ਦੇ ਵਿੱਚ ਆਪਾਂ ਨਾ ਪ੍ਰੋਗਰਾਮ ਕੀਤਾ ਸੀ ਇਮੀਗ੍ਰੇਸ਼ਨ ਦੇ ਉੱਤੇ, ਕਿਉਂਕਿ ਆਪਣੇ ਜਿਹੜੀ ਕਮਿਊਨਿਟੀ ਆ ਉਹ ਦੋਨਾਂ ਚੀਜ਼ਾਂ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਆ, ਡਾਇਰੈਕਟਲੀ ਜੁੜੀ ਹੋਈ ਆ। ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿਟੀਜ਼ਨ ਬਣਨਾ ਆ, ਉਹਨਾਂ ਨੇ ਜਿਹੜਾ ਹੁਣ ਨਵੀਂ ਪਾਲਿਸੀ ਦੇ ਵਿੱਚ ਜਿਹੜਾ ਗੁੱਡ ਮੋਰਲ ਕਰੈਕਟਰ ਜਿਹੜਾ ਉਹਨਾਂ ਨੇ ਉਸ ਦੇ ਵਿੱਚ ਚੇਂਜਿਸ ਲਿਆਂਦੇ ਆ, ਉਹਨਾਂ ਨੇ ਇਹ ਚੀਜ਼ ਦੇਖਣੀ ਆ। ਉਹਨਾਂ ਨੇ ਦੇਖਣਾ ਵੀ ਤੁਸੀਂ ਟੈਕਸ ਫਾਈਲ ਕੀਤਾ, ਟੈਕਸ ਫਾਈਲ ਜੇ ਕੀਤਾ ਕਿੱਦਾਂ ਕੀਤਾ, ਫਰਾਡ ਤਾਂ ਨਹੀਂ ਕੀਤਾ। ਤੇ ਕੱਲ ਨੂੰ ਇਹ ਜਿਹੜੀਆਂ ਚੀਜ਼ਾਂ ਜੇ ਉਹਦੇ ਵਿੱਚ ਤੁਹਾਡੇ ਟੈਕਸ ਦੇ ਆਡਿਟ ਦੇ ਵਿੱਚ ਨਿਕਲ ਆਈਆਂ ਤੇ ਫਿਰ ਭੁੱਲ ਜਾਓ ਤੁਹਾਨੂੰ ਸਿਟੀਜ਼ਨਸ਼ਿਪ ਮਿਲਣੀ ਆ। ਇਹ ਬਹੁਤ ਇੰਪੋਰਟੈਂਟ ਚੀਜ਼ ਆ ਤੁਹਾਡੇ ਵਾਸਤੇ। ਤੁਸੀਂ ਹੁਣ ਕਿਸੇ ਦੇ ਕਹੇ 1000 2000 4000 5000 ਮੰਨ ਲਓ $10,000 ਵੀ ਤੁਸੀਂ ਬਚਾ ਲੈਂਦੇ ਹੋ। ਤੁਸੀਂ ਇਹ ਦੇਖੋ ਵੀ ਤੁਹਾਡੇ ਭਵਿੱਖ ਨੂੰ ਉਹ ਕਿੰਨਾ ਖਤਰਾ ਜਿਹੜਾ ਉਹ ਲੈ ਕੇ ਆ ਰਿਹਾ ਆ, ਵੀ ਤੁਸੀਂ ਇਹ ਇੱਕ ਟਾਈਮ ਦੇ ਉੱਤੇ $10,000 ਜਿਹੜੇ ਉਹ ਬਚਾ ਕੇ ਤੁਸੀਂ ਆਪਣੇ ਭਵਿੱਖ ਨੂੰ, ਆਪਣੇ ਪਰਿਵਾਰ ਦੇ ਭਵਿੱਖ ਨੂੰ ਖਤਰੇ ਦੇ ਵਿੱਚ ਪਾਉਣਾ ਹੈ। ਖਾਸ ਕਰਕੇ ਰਾਜਕਨਵੀਰ ਸਿੰਘ ਜੀ ਜਿਹੜੇ ਡਰਾਈਵਰ ਆ, ਮੈਂ ਦੇਖਦਾ ਵੀ ਮੈਜੋਰਟੀ ਦੇ ਡਰਾਈਵਰ ਜਿਹੜੇ ਆ ਉਹ ਆਪਣੇ ਪੋਲੀਟੀਕਲ ਸਾਈਲੈਂਸ ਤੇ ਆ। ਬਹੁਤ ਸਾਰੇ ਨਵੇਂ ਮੁੰਡੇ ਆਏ ਹੈਗੇ 10-15 ਸਾਲਾਂ 'ਚ। ਸੋ ਪਲੀਜ਼ ਆਪਣਾ ਜਿਹੜਾ ਇਹ ਤਾਂ ਚਲੋ $2-4,000 ਬਚਾਉਂਦੇ, 10,000 ਕਿਤੇ ਉਹ ਨਾ ਹੋਵੇ ਤੁਹਾਡਾ ਇਮੀਗ੍ਰੇਸ਼ਨ ਦੀ ਵੀ ਕੋਈ ਪ੍ਰੋਬਲਮ ਆਵੇ। ਸੋ ਆਪਾਂ ਤਾਂ ਰੇਡੀਓ ਵੱਲੋਂ ਆਪਾਂ ਜਿਹੜੀ ਤੁਹਾਨੂੰ ਖਬਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਵੀ ਭਾਈ ਇੱਦਾਂ ਕਰਕੇ ਠੀਕ ਚੱਲੋ। ਤੇ ਤੁਸੀਂ ਲੱਕੀ ਆ ਵੀ ਚਲੋ ਆਪਾਂ ਜਿੱਦਾਂ ਵੀ ਆ ਜਿੰਨੀ ਕੁ ਇਨਫੋਰਮੇਸ਼ਨ ਦੇ ਸਕਦੇ ਆ, ਹੈ ਨਾ, ਹੋਰ ਕਿਸੇ ਤੋਂ ਕਲੈਕਟ ਕਰਨੀ ਔਖੀ ਹੁੰਦੀ ਹੈਗੀ ਆ ਜੀ। ਤੇ ਰਮਨ ਜੀ ਇਹ ਵੀ ਦੱਸ ਦਿਓ ਜੀ, ਜੇ ਭਾਈ ਸਾਹਿਬ ਦੇ 20-30 ਮੀਲ ਰਹਿ ਜਾਂਦੇ ਨੇ, ELD ਖਤਮ ਹੋ ਜਾਂਦੀ ਹੈ, ਡੈਫੀਨਿਟਲੀ ਜੀ ਉਹਨਾਂ ਨੂੰ ਉੱਥੇ ਖੜ ਕੇ ਜਾਣਾ ਪਊਗਾ। ਲਓ ਜੀ, ਸਿੰਪਲ ਜਿਹੜੀ ਇਹ ਹੁਣ ਉਹ ਪਰਸਨਲ ਕਨਵੀਨੀਅੰਸ ਇਸ ਲਈ ਨਹੀਂ ਪੈਣਾ ਕਿਉਂਕਿ ਤੁਹਾਨੂੰ ਬੈਨੀਫਿਟ ਆ, ਤੁਹਾਡੀ ਕੰਪਨੀ ਨੂੰ ਬੈਨੀਫਿਟ ਆ। ਉਸ ਜੇ ਲੋਡ ਨੂੰ ਤੁਸੀਂ ਉੱਥੇ ਜਿਹੜੇ ਉਹ ਲਾ ਦਿੰਦੇ ਆ। ਇਹ ਚੀਜ਼ ਨੂੰ ਜਿਹੜਾ ਉਹ ਦਿਮਾਗ ਦੇ ਵਿੱਚ ਰੱਖੋ। ਜਿਹੜਾ ਵੀ ਤੁਸੀਂ ਟਰੱਕ ਚਲਾ ਰਹੇ ਹੋ, ਜੇ ਤੁਹਾਨੂੰ ਜਿਹੜਾ ਮੋਨੀਟਰੀ ਬੈਨੀਫਿਟ ਹੋ ਰਿਹਾ ਉਹ ਤੁਸੀਂ ਆਪਣੇ ਪਰਸਨਲ ਕਨਵੀਨੀਅੰਸ ਦੇ ਵਿੱਚ ਉਹ ਚੀਜ਼ ਨਹੀਂ ਚਲਾ ਸਕਦੇ। ਤੇ ਜਿਹੜੀ ਉਹ 100 ਮਾਈਲ ਵਾਲੀ ਐਗਜ਼ੈਂਪਸ਼ਨ ਆ ਉਹ ਰੇਲ ਰੋਡ ਤੇ ਪੋਰਟ ਡਰਾਈਵਰਸ ਨੂੰ ਨਹੀਂ ਹੈਗੀ। ਇਹ ਵੀ ਜਿਹੜੇ ਜ਼ਰੂਰ ਆ ਉਹ ਧਿਆਨ ਰੱਖੋ। ਇੱਕ ਸਾਡੇ ਹੁਣੇ ਕਮੈਂਟ ਕੀਤਾ ਫੇਸਬੁੱਕ ਦੇ ਉੱਤੇ ਰੋਬੀ ਹੁਣਾਂ ਨੇ, ਕਹਿੰਦੇ ਵੀ ਮੈਨੂੰ ਨਿਊ ਮੈਕਸੀਕੋ ਤੇ ਓਕਲਾਹੋਮਾ 'ਚ ਰੋਕਿਆ ਗਿਆ ਸੀਗਾ ਬੀਤੇ ਐਤਵਾਰ DOT ਦੀ ਇੰਸਪੈਕਸ਼ਨ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਵਾਰਨਿੰਗ ਦਿੱਤੀ ਆ ਕਿਉਂਕਿ ਉਹਨਾਂ ਨੇ ELD ਦੀਆਂ ਜਿਹੜੀਆਂ ਮੈਨੂਅਲ ਇੰਸਟਰਕਸ਼ਨਸ ਆ ਉਹ ਨਾਲ ਨਹੀਂ ਸੀ ਰੱਖੀਆਂ ਹੋਈਆਂ। ਸੋ ਇਹ ਵੀ ਬਹੁਤ ਜ਼ਰੂਰੀ ਆ। AOBRD ਤੋਂ ELD ਤਾਂ ਤੁਸੀਂ ਚੇਂਜ ਕਰਨਾ ਹੀ ਕਰਨਾ ਆ, ਨਾਲ ਇੰਸਟਰਕਸ਼ਨਾਂ ਰੱਖਣੀਆਂ ਵੀ ਲਾਜ਼ਮੀ ਆ, ਇਹ ਕਾਨੂੰਨ ਦੇ ਤਹਿਤ ਹੈਗੀਆਂ ਆ ਵੀ ਤੁਹਾਨੂੰ ਉਹ ਜਿਹੜੀਆਂ ਰੱਖਣੀਆਂ ਹੀ ਪੈਣੀਆਂ ਆ। ਤੁਹਾਨੂੰ ਡਾਟਾ ਟਰਾਂਸਫਰ ਜਿਹੜਾ ਆ ਜਿਹੜਾ ਇਨਫੋਰਸਮੈਂਟ ਆਫਿਸਰ ਹੈਗਾ ਆ ਉਸ ਦੇ ਵਿੱਚ ਜਿਹੜਾ ਉਹ ਤੁਹਾਨੂੰ ਕਰਨਾ ਜਿਹੜਾ ਉਹ ਆਉਣਾ ਚਾਹੀਦਾ ਆ। ਤੇ E-RODS ਜਿਹੜਾ ਉਹਨਾਂ ਦਾ ਸਿਸਟਮ ਆ ਉਸ ਦੇ ਨਾਲ ਜਿਹੜੀ ਤੁਹਾਡੀ ELD ਉਹ ਕੰਪਲਾਇੰਟ ਉਹ ਹੋਣੀ ਚਾਹੀਦੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਜ਼ਰੂਰ ਤੁਸੀਂ ਨੋਟ ਕਰਕੇ ਰੱਖੋ। ਤੇ ਰਮਨ ਜੀ ਤੇ ਹਰਜੋਤ ਜੀ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ, ਤੇ ਜਿਹੜੇ ਆਪਣੇ ਸਰੋਤੇ ਹੋਲਡ ਤੇ ਕਿਰਪਾ ਕਰਕੇ ਇੱਦਾਂ ਹੀ ਹੋਲਡ ਤੇ ਬਣੇ ਰਹੋ। ਤੁਹਾਡੇ ਵੀ ਆਪਾਂ ਜਿਹੜੇ ਸਵਾਲ ਆ ਉਹ ਲੈਂਦੇ ਹਾਂ, ਤੁਹਾਡੀਆਂ ਵੀ ਜਿਹੜੀਆਂ ਗੱਲਾਂ ਆ ਉਹ ਤੁਹਾਡੇ ਵੀ ਆਪਾਂ ਗੱਲਾਂ ਸੁਣਦੇ ਹਾਂ। ਸੋ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਬਿਲਕੁਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਵਧੀਆ ਪਾਰਕਿੰਗ ਉਪਲਬਧ ਹੈ। ਸਿਕਿਉਰ ਫੈਂਸਿੰਗ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 918 5944 916 918 5944। ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਸਿਕਿਉਰਡ ਫੈਂਸ ਵਾਲੀ ਪਾਰਕਿੰਗ ਮੌਜੂਦ ਹੈ। ਹੋਰ ਜਾਣਕਾਰੀ ਲਈ ਕਾਲ 916 918 5944 916 918 5944।
ਕੀ ਤੁਸੀਂ ਸਾਲ ਦੇ 50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਨਿਆ ਸੁਜੋਕ ਹੋਮਿਓਪੈਥਿਕ ਕਲੀਨਿਕ, ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ, ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ। ਚਮੜੀ ਦੇ ਰੋਗ, ਬਲੱਡ ਪ੍ਰੈਸ਼ਰ, ਗੋਡਿਆਂ ਮੋਢਿਆਂ 'ਚ ਦਰਦ, ਬੈਕ ਦੀ ਕੋਈ ਵੀ ਪ੍ਰੋਬਲਮ, ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ। ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ, ਭੁੱਖ ਨਾ ਲੱਗਣਾ, ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਗੱਲ ਕਰ ਸਕਦੇ ਹੋ 6478562516 647 856 2516। ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ, ਯੂਨਿਟ ਨੰਬਰ 26, ਬ੍ਰੈਂਪਟਨ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 BJ's Gear ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਹਰਜੋਤ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਆਓ ਆਪਾਂ ਜਿਹੜੇ ਵਾਰੀ ਸੇ ਕਾਲਰਸ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਹਾਂ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਰਤਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੀ ਟੀਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਰਮਨ ਜੀ, ਮੇਰਾ ਸਵਾਲ ਇਹ ਆ ਵੀ ਮੇਰੇ ਕੋਲ 3 ਟਰੱਕ ਆ। ਜਿੱਦਾਂ ਇੱਕ ਟਰੱਕ ਮੇਰਾ ਦਾ ਇੰਟਰਸਟੇਟ ਚੱਲਦਾ ਆ, ਇੱਕ ਟਰੱਕ ਇੱਥੇ ਇੱਥੋਂ ਲੋਕਲ ਚੱਲਦਾ ਆ LA ਤੱਕ। ਕੀ ਮੈਨੂੰ ELD ਦੀ ਲੋੜ ਆ ਕਿ ਜਾਂ ਉਸ ਟਰੱਕ ਨੂੰ ਪੇਪਰ ਲੌਕ ਚੱਲ ਸਕਦੀ ਹੈ? ਕਿੱਥੋਂ ਤੱਕ ਲੈ ਕੇ LA ਤੱਕ ਜਾਂਦੇ ਹੋ ਤੁਸੀਂ? ਪੋਰਟ ਤਾਂ ਹੀ ਜਾਂਦੇ ਆ ਜਾਂ ਉਦਾਂ? ਸੈਕਰਾਮੈਂਟੋ ਤੋਂ ਲੈ ਕੇ LA ਤੱਕ ਜਿੱਦਾਂ ਲੋਕਲ ਚੱਲਦਾ ਟਰੱਕ। ਇਹ ਤਾਂ ਮੋਰ ਦੈਨ 100 ਮਾਈਲ ਹੋ ਗਿਆ ਨਾ ਜੀ। ਪਰ ਇੱਕ ਕੈਲੀਫੋਰਨੀਆ ਦੇ ਵਿੱਚ ਵੀ 1 ਸਾਲ ਦੀ ਅਜੇ ਛੋਟ ਹੈਗੀ LD। ਸੋ ਰਮਨ ਜੀ, ਜੀ ਮੈਂ ਉਹ ਸਵਾਲ ਪੁੱਛਣਾ ਚਾਹੁੰਦਾ ਸੀਗਾ
ਬਿਲਕੁਲ। ਜੇ ਤੁਹਾਡਾ ਦੇਖੋ ਇਹਦੇ ਵਿੱਚ ਸਿਚੁਏਸ਼ਨ ਹੈਗੀ ਆ ਕਿ ਤੁਹਾਡੀ ਕੰਪਨੀ ਦੇ ਵਿੱਚ ਡਿਫਰੈਂਟ ਆਪਰੇਸ਼ਨਸ ਹੈਗੇ ਆ, ਦੋ ਢੰਗ ਦੇ ਆਪਰੇਸ਼ਨਸ ਹੈਗੇ ਆ ਵੀ ਜੇ ਤੁਹਾਡਾ ਇੱਕ ਟਰੱਕ ਜਿਹੜਾ ਆ ਉਹ ਸਿਰਫ ਇੱਥੇ ਲੋਕਲ ਚੱਲ ਰਿਹਾ ਤੇ ਦੂਸਰੇ ਦੋ ਟਰੱਕ ਜਿਹੜੇ ਆ ਉਹ ਇੰਟਰਸਟੇਟ ਜਾ ਰਹੇ ਆ। ਸੋ ਇਹ ਤੁਹਾਡਾ ਜਿਹੜਾ ਆਪਰੇਸ਼ਨ ਹੈਗਾ ਡੈਫੀਨੇਟਲੀ ਇਹਦੇ ਵਿੱਚ ਜਿਹੜਾ ਤੁਹਾਡਾ ਲੋਕਲ ਟਰੱਕ ਇੱਥੋਂ ਦਾ ਹੈਗਾ ਆ ਉਹਨੂੰ ਜੇ ਤਾਂ ਉਹਦਾ ਫਰੇਟ ਜਿਹੜਾ ਅੱਗੇ ਅਸੀਂ ਉਹੀ ਗੱਲ ਬਾਰ-ਬਾਰ ਕਹਿੰਦੇ ਕਿ ਜਿਹੜਾ ਫਰੇਟ ਹੈਗਾ ਉਹ ਜੇ ਤੁਹਾਡਾ ਕੈਲੀਫੋਰਨੀਆ ਤੋਂ ਬਾਹਰ ਜਾਂਦਾ, ਤੁਹਾਡਾ ਮਾਸਟਰ ਬਿੱਲ ਕਹਿੰਦਾ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਤੁਹਾਨੂੰ ELD ਦੀ ਲੋੜ ਆ। ਜੇ ਤੁਹਾਡਾ ਜਿਹੜਾ ਮਾਸਟਰ ਬਿੱਲ ਹੈਗਾ ਉਹ ਕਹਿੰਦਾ ਕਿ ਤੁਹਾਡਾ ਫਰੇਟ ਵਿਦਨ ਕੈਲੀਫੋਰਨੀਆ ਜਾ ਰਿਹਾ, ਫਿਰ ਤੁਹਾਨੂੰ ਉਹਦੇ ਤੇ ELD ਦੀ ਲੋੜ ਨਹੀਂ ਹੈਗੀ, ਤੁਸੀਂ ਸਟਿਲ ਪੇਪਰ ਲੌਗ ਯੂਜ਼ ਕਰ ਸਕਦੇ ਹੋ 2020 ਤੱਕ। ਜੀ ਹਾਂਜੀ, ਮੇਰਾ ਹੋਰ ਕੁਐਸਚਨ ਇੱਦਾਂ ਸੀ ਵੀ ਉਹਦੀ ਜਿੱਦਾਂ ਨੰਬਰ ਪਲੇਟ ਦਾ ਤਾਂ ਨਹੀਂ ਕੋਈ ਹੈਗਾ, ਨੰਬਰ ਪਲੇਟ ਵੀ ਕੈਲੀਫੋਰਨੀਆ ਦੀ ਚਾਹੀਦੀ, ਉਹਦੀ ਨੰਬਰ ਪਲੇਟਾਂ ਜਿਹੜਾ 48 ਸਟੇਟ ਦੀਆਂ ਆ, ਪਰ ਬਿੱਲ ਆਫ ਲੇਡਿੰਗ ਉਹ ਇੱਥੇ ਦਾ ਹੁੰਦਾ ਹੈ। ਹਾਂਜੀ, ਕੈਲੀਫੋਰਨੀਆ ਦੀ ਕੈਲੀਫੋਰਨੀਆ ਹੁੰਦਾ ਜੀ। ਹਾਂਜੀ, ਉਹਦੇ ਵਿੱਚ ਤੁਸੀਂ ਜ਼ਰੂਰ ਇਹ ਗੱਲ ਕਰੋ ਕਿ ਜੇ ਤੁਸੀਂ ਉਹਨੂੰ ਸਿਰਫ ਕੈਲੀਫੋਰਨੀਆ 'ਚ ਰਨ ਕਰਦੇ ਆ, ਕੋਸ਼ਿਸ਼ ਕਰੋ ਵੀ ਉਹਦੀਆਂ ਪਲੇਟਾਂ ਜਿੰਨੀਆਂ ਸਿਰਫ ਕੈਲੀਫੋਰਨੀਆ ਦੀਆਂ ਹੋਣ ਇਹ ਕਰੋ, ਕਿਉਂਕਿ ਕੁਐਸਚਨ ਉਠਾ ਸਕਦਾ ਜਿਹੜਾ ਲਾਅ ਇਨਫੋਰਸਮੈਂਟ ਵਾਲਾ ਹੈ, ਕਿਉਂਕਿ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਉਹ ਇੰਟਰਸਟੇਟ ਹੈਗੀ ਆ, ਤੁਹਾਡਾ ਜਿਹੜੀਆਂ ਪਲੇਟਾਂ ਹੈਗੀਆਂ ਇੰਟਰਸਟੇਟ ਹੈਗੀਆਂ, ਸਾਰਾ ਕੁਛ ਇਹ ਦਰਸਾਉਂਦਾ ਕਿ ਤੁਸੀਂ ਇੰਟਰਸਟੇਟ ਚੱਲਦੇ ਹੈਗੇ ਆ। ਤੇ ਪਰ ਇਹ ਚੀਜ਼ ਜਿਹੜੀ ਆ ਥੋੜੀ ਜਿਹੀ ਕਲੈਰਿਟੀ ਪਹਿਲਾਂ ਉਹਦੇ 'ਚ ਕਰੋ ਕਿ ਜੇ ਤੁਸੀਂ ਉਹਨੂੰ ਟਰੱਕ ਨੂੰ ਸਿਰਫ ਕੈਲੀਫੋਰਨੀਆ ਯੂਜ਼ ਕਰ ਰਹੇ ਆ ਤੇ ਤੁਹਾਨੂੰ 48 ਸਟੇਟ ਪੇ ਕਰਨ ਦੀ ਲੋੜ ਨਹੀਂ ਹੈਗੀ ਉਹਦੀ, ਤੁਸੀਂ ਕਿਉਂ ਉਹਨੂੰ 48 ਸਟੇਟ ਵਾਸਤੇ ਰੱਖਿਆ ਹੋਇਆ, ਉਹਨੂੰ ਪੇ ਕਰ ਰਹੇ ਆ 48 ਸਟੇਟ ਦਾ, ਜੇ ਉਹ ਟਰੱਕ ਤੁਹਾਡਾ ਉੱਥੇ ਹੀ ਰਹਿਣ ਜੀ ਚੱਲਣਾ ਹੀ ਉਹਨੇ ਕੈਲੀਫੋਰਨੀਆ 'ਚ। ਥੈਂਕ ਯੂ ਜੀ। ਹੈਲੋ। ਹਾਂਜੀ। ਮੇਰਾ ਦੂਸਰਾ ਸਵਾਲ ਇੱਦਾਂ ਸੀ, ਜਿੱਦਾਂ ਪਹਿਲਾਂ ਵੀ ਆਪਾਂ ਭਾਈ ਸਾਹਿਬ ਨੂੰ ਗੱਲ ਕੀਤੀ, ਆਪਾਂ ਵੀ ਜਿੰਨੇ ਵੀ CPI ਨਾਲ ਗੱਲ ਕਰਦੇ ਆ ਉਹ ਸੇਮ ਰੀਜ਼ਨ ਮੈਂ ਵੀ 3 ਬੰਦਿਆਂ ਨਾਲ ਗੱਲ ਕੀਤੀ ਆ, ਜਿੱਥੋਂ ਆਪਾਂ ਔਲਰੇਡੀ ਟੈਕਸ ਆ ਤੇ 2 ਬੰਦਿਆਂ ਨਾਲ ਹੋਰ ਤੁਹਾਡੇ ਤੇ ਏਰੀਏ 'ਚ ਹੀ ਗੱਲ ਕੀਤੀ ਆ, ਨਾਮੀ ਆ ਬੰਦੇ, ਉਹ ਸਾਰਿਆਂ ਦੀ ਸੇਮ ਹੀ ਗੱਲ ਹੈ ਵੀ ਹਾਂ ਤੁਸੀਂ ਕਾਰਪੋਰੇਸ਼ਨ ਖਿਲਾ ਦਿਓ ਬੰਦੇ ਨੂੰ ਤੇ ਉਹਨੂੰ ਔਨ ਆਪਰੇਟਰ ਰੱਖ ਕੇ ਤਾਂ ਉਹਨੂੰ ਉੱਥੇ ਤੁਸੀਂ 1099 ਦੇ ਦਿਓ, ਸਾਰਿਆਂ ਦਾ ਸੇਮ ਹੀ ਇਹੀ ਜਵਾਬ ਆਉਂਦਾ ਹੈ। ਬਸ ਸਾਰਿਆਂ ਦਾ ਸੇਮ ਹੀ ਗਲਤੀ ਹੈ ਜੀ ਸਾਰਿਆਂ ਵਾਸਤੇ। ਸੋ ਅਸੀਂ ਪਤਾ ਨਹੀਂ ਕਿਉਂ, ਮਤਲਬ ਕਿ ਕਿਉਂਕਿ ਲਾਅ ਦੇ ਉੱਤੇ ਅਪਡੇਟ ਜਾਂ ਤਾਂ ਅਪਡੇਟ ਨਹੀਂ ਲੈ ਰਹੇ ਲੋਕੀ, ਜਾਂ ਲੋਕੀ ਇਸ ਚੀਜ਼ ਨੂੰ ਕਹਿੰਦੇ ਆ ਕਿ ਅੱਖੋਂ ਪਰੋਖੇ ਕਰਨਾ ਚਾਹੁੰਦੇ ਆ, ਕਿਉਂਕਿ ਇਹਦੇ ਵਿੱਚ ਡੈਫੀਨੇਟਲੀ ਜਿਹੜੀ ਹੈਗੀ ਚੀਜ਼ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਲੋਕਾਂ ਨੂੰ ਤੰਗ ਕਰੂਗੀ, ਹਰ ਇੱਕ ਬੰਦੇ ਨੂੰ ਪਰੇਸ਼ਾਨ ਕਰੂਗੀ। ਆਈ ਹੈਵ ਨੋ ਆਈਡੀਆ ਕਿ ਕਿਉਂ ਇਦਾਂ ਦੀ ਸਲਾਹ ਸਾਰੇ ਦੇ ਰਹੇ ਆ ਜਾਂ ਜਿਹੜੇ ਵੀ ਦੇ ਰਹੇ ਆ, ਖਾਸ ਕਰਕੇ ਰਮਨ ਜੀ ਉਦੋਂ ਜਦੋਂ ਬਿਜ਼ਨਸ ਟੂ ਬਿਜ਼ਨਸ ਜਿਹੜੀ ਐਗਜ਼ੈਂਪਸ਼ਨ ਉਸੇ ਨੂੰ ਮਿਲਣੀ ਆ ਜੇ ਇੱਕ ਤੋਂ ਵੱਧ ਜਾਣਿਆਂ ਦੇ ਨਾਲ ਉਹ ਕੰਮ ਕਰ ਰਿਹਾ ਹੋਵੇ ਤਾਂ ਜਿਹੜੀ ਕਿਤੇ ਜਾ ਕੇ ਉਹ ਐਗਜ਼ੈਂਪਸ਼ਨ ਮਿਲਣੀ। ਜੇ ਤੁਸੀਂ ਚੱਲਣਾ ਫਿਰ ਇੱਕ ਦੇ ਨਾਲ ਹੀ ਆ, ਫਿਰ ਉਹ ਤੁਹਾਡੀ ਉਹ ਵੀ ਚੀਜ਼ ਕੰਮ ਨਹੀਂ ਆਉਣੀ। ਉਹ ਫਿਰ ਉਦਾਹਰਨ ਇਹ ਦੇ ਦਿੰਦੇ ਆ ਵੀ ਤੁਸੀਂ ਕੁਛ ਲੋਡ ਆਪਣੀ MC ਤੇ ਲੈ ਦਿਓ, ਕੁਛ ਲੋਡ ਉਹਦੀ MC ਤੇ ਲੈ ਦਿਓ, ਤੇ ਫਿਰ ਉਹ ਆਪੇ ਤੁਹਾਡਾ ਦੂਜਾ ਹੋ ਜਾਣਾ ਹੈ ਵੀ ਜੀ 1-2 ਬੰਦਿਆਂ ਨਾਲ ਜ਼ਿਆਦਾ ਕੰਮ ਹੋ ਜਾਣਾ ਹੈ। ਚਲੋ ਦੇਖੋ ਰਤਨਦੀਪ ਜੀ, ਆਪਣੀ ਗਰਦਨ ਦੇ ਵਿੱਚ ਫੰਦਾ ਪਾ ਲਓ, ਮਤਲਬ ਅਗਲੇ ਨੂੰ ਸੌਖੇ ਕਰਨ ਦੇ ਬਾਰੇ ਆਪਣੀ ਗਰਦਨ 'ਚ ਫੰਦਾ ਪਾ ਲਓ, ਇਹ ਤੁਹਾਨੂੰ ਕਹਿ ਰਹੇ ਠੀਕ ਨਹੀਂ ਕਹਿੰਦਾ, ਮਤਲਬ ਇਹ ਠੀਕ ਨਹੀਂ। ਸੋ ਬਿਲਕੁਲ ਲੌਂਗ ਰਨ ਦੇ ਲਈ ਨਹੀਂ ਇਹ ਠੀਕ। ਆਪਣੇ ਰਤਨਦੀਪ ਭਾਜੀ ਉਹਨਾਂ ਨੇ ਜਿਹੜਾ ਪਰਸੋਂ ਵੈਬਸਾਈਟ ਲਾਂਚ ਕੀਤਾ ਹੈਗਾ ਨਾ, ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ ਨੇ ਸਪੈਸ਼ਲੀ AV5 ਤੇ ਹੀ ਕੀਤਾ, ਉਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਸਾਰਾ ਕੁਝ ਹੈਗੀ, ਆਪਾਂ ਲਿੰਕ ਪਾਤਾ। ਮੈਂ ਇਹ ਸੁਜੈਸਟ ਕਰੂੰਗਾ ਜਿਹਨੂੰ ਕਿਸੇ ਨੂੰ ਵੀ ਸ਼ੱਕ ਹੈਗੀ ਉਹ ਪਲੀਜ਼ ਉਹਨਾਂ ਨੂੰ ਡਾਇਰੈਕਟਲੀ ਜ਼ਰੂਰ ਈਮੇਲ ਕਰ ਦਿਓ ਤੇ ਜ਼ਰੂਰ ਉਹ ਤੁਹਾਨੂੰ ਜਵਾਬ ਦੇਣਗੇ ਜੀ। ਥੈਂਕ ਯੂ ਜੀ। ਤੇ ਨਾਲੇ ਜਦੋਂ ਇਦਾਂ ਦੇ ਸਵਾਲ ਹੁੰਦੇ, ਜੇ ਬਾਈ ਚਾਂਸ ਤੁਸੀਂ ਕਿਸੇ ਸਕੇਲਾਂ ਤੇ ਆ ਜਾਂ DOT ਵਾਲੇ ਕਿਤੇ ਤੁਹਾਨੂੰ ਮਿਲਦੇ ਆ, ਉਹਨਾਂ ਦੇ ਲਾਅ ਇਨਫੋਰਸਮੈਂਟ ਵਾਲਿਆਂ ਦੇ ਨਾਲ ਜ਼ਰੂਰ ਗੱਲ ਕਰਿਆ ਕਰੋ, ਆਪਣੇ ਜਿਹੜੇ ਸ਼ੰਕੇ ਆ ਉਹਨਾਂ ਨੂੰ ਪੁੱਛਿਆ ਕਰੋ। ਕਈ ਵਿਚਾਰੇ ਸੈਮੀਨਾਰ ਕਰਦੇ ਆ, ਕਈ ਵਾਰੀ ਨਾਪਟਾ ਵਾਲਿਆਂ ਨੇ ਕਰਾਇਆ, ਕਈ ਕੁਝ ਕਰਾਇਆ, ਉਦੋਂ ਫਿਰ ਬੰਦੇ ਪਹੁੰਚਦੇ ਨਹੀਂ ਆ, ਫਿਰ ਪ੍ਰੋਬਲਮ ਆਉਂਦੀ ਆ। ਸੋ ਤੁਸੀਂ ਪਹਿਲਾਂ ਜਿਹੜੇ ਸਵਾਲ ਵਗੈਰਾ ਨਾ ਉਹ ਪੁੱਛਿਆ ਕਰੋ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਰਾਜਕਰਨ, ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਹੋਰ ਇੰਟਰੋਡਿਊਸ ਕਰ ਦੇਣੀ ਚਾਹੁੰਦਾ ਕਿ ਆਪਾਂ ਛੇਤੀ ਜਿਹੜਾ ਚਾਉਚਲਾ ਸਕੇਲ ਹੈਗਾ ਆ ਆਪਣਾ ਫ੍ਰਿਜ਼ਨੋ ਦੇ ਲਾਗੇ ਹੈਗਾ, ਵਡੇਰੇ ਦੇ ਲਾਗੇ ਆਪਣੇ, ਤੇ ਉੱਥੇ ਅਸੀਂ ਜਿਹੜਾ CSP ਦੇ ਨਾਲ ਸਕੇਲ ਟੂਰ ਜਿਹੜਾ ਕਰਨ ਜਾ ਰਹੇ ਹਾਂ। ਸੋ ਉਹਦੇ ਲਈ ਵੀ ਜਿਹੜੀਆਂ ਕੰਪਨੀਆਂ ਇੰਟਰਸਟਿਡ ਹੈਗੀਆਂ ਉਹ ਆਪਣੇ ਸਾਨੂੰ ਜਿਹੜਾ ਈਮੇਲ ਹੈਗੀ ਆ info@gonapta.org ਤੇ ਸਾਨੂੰ ਆਪਣੀ ਇੱਛਾ ਭੇਜ ਦੇਣ, ਸੋ ਉਹਦੇ ਟੂਰ ਵੀ ਜਿਹੜੇ ਆ ਉਹ ਸ਼ੁਰੂ ਹੋ ਜਾਣੇ ਜਲਦੀ। ਜੀ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨਦੀਪ ਭਾਈ, ਮੇਰੇ 2 ਕੁਐਸਚਨ ਆ। ਇੱਕ ਤਾਂ ਜਿਹੜੀ ਚੌਚਲੇ ਵਾਲੀ ਸਕੇਲ ਦੇ ਤੁਹਾਡੇ ELD ਵਾਲੀ ਆ ਉਹ ਤਾਂ ਉਦਾਂ ਮੈਨੂੰ ਕਨਫਰਮ ਹੋ ਗਿਆ, ਬਟ ਮੈਂ ਡਬਲ ਕਨਫਰਮ ਕਰਨ ਚਾਹੁੰਦਾ ਕਿ ਮੇਰਾ ਫਰੈਂਡ ਸੀਗਾ ਉੱਤੋਂ ਆਪਣੇ ਪੋਰਟ ਤੇ ਕੰਮ ਕਰਦਾ ਸੀ, ਉੱਧਰ ਨੂੰ ਜਾਂਦਾ ਸੀ, ਉਹਨੂੰ ਚੌਚਲੇ ਵਾਲਿਆਂ ਨੇ $1400 ਦੀ ELD ਦੀ ਟਿਕਟ ਦਿੱਤੀ ਆ, ਕੀ ਕਹਿੰਦੇ ਕਿ ਤੇਰਾ ਬਿੱਲ ਆਫ ਲੈਡਿੰਗ ਬਾਹਰਲਾ ਸੀਗਾ, ਠੀਕ ਹੈ ਜੀ।
ਤੇ ਦੂਜੇ ਬੰਦੇ ਨੂੰ ਸਟਾਕਟਨ, ਇੱਕ ਬੰਦੇ ਨੇ ਸਟਾਕਟਨ ਕਿਸੇ CHP ਵਾਲੇ ਨੂੰ ਰੋਕਿਆ ਤੇ ਉਹਨੇ ਉਹਨੂੰ ਪੁੱਛਿਆ ਕਿ ਮੈਨੂੰ ਇਹਦੇ ਵਿੱਚ ELD ਦੀ ਲੋੜ ਹੈਗੀ ਆ ਕਿ ਨਹੀਂ, ਕਿ 100 ਮਾਈਲ। ਉਹ 100 ਮਾਈਲ ਸੁਣ ਕੇ ਪਹਿਲਾਂ ਉਹ ਹੱਸਣ ਲੱਗ ਪਿਆ ਤੇ ਬਾਅਦ ਚ ਕਹਿੰਦਾ ਮੇਰੇ ਕੋਲ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ। ਤੇ ਇਹ 1 ਸਾਲ ਲਈ ਜੇ ਆਪਾਂ ਮੰਨ ਲਓ ਕਿ ਆਪਣਾ ਬਿਲ ਆਫ lading ਬਾਹਰ ਦਾ 1 ਸਾਲ ਲਈ ਆਪਾਂ ਕੈਲੀਫੋਰਨੀਆ ਦੇ ਵਿੱਚ ਚਲਾਉਂਦੇ ਆ ਤੇ ਆਪਾਂ ਨੂੰ ਕੈਲੀਫੋਰਨੀਆ ਦੇ ਵਿੱਚ ਆਪਾਂ ਬੰਦੇ ਕੀ ELD ਤੋਂ ਬਿਨਾਂ ਚਲਾ ਸਕਦੇ ਕਿ ਨਹੀਂ ਜੀ? ਤੇ ਇੱਕ ਹੋਰ ਕੁਐਸਚਨ ਹੋਵੇ ਮੈਂ ਬਾਅਦ ਚ ਪੁੱਛ ਲੈਂਦਾ ਜੀ। ਦੇਖੋ ਜੀ, ਅਸੀਂ ਬਾਰ-ਬਾਰ ਇਹੋ ਹੀ ਗੱਲ ਕਹਿ ਰਹੇ ਆ, ਜਿਹੜੀ ਉਹ ਟਿਕਟ $1400 ਦੀ ਦਿੱਤੀ ਆ ਉਹ ਜੈਨੂਇਨ ਟਿਕਟ ਹੈਗੀ ਆ, ਕਿਉਂਕਿ ਉਹਨਾਂ ਦਾ ਬਿਲ ਆਫ lading ਜਿਹੜਾ ਕਹਿੰਦਾ ਕਿ ਉਹਨਾਂ ਦਾ ਕੰਟੇਨਰ ਦਾ ਸਮਾਨ ਜਿਹੜਾ ਆ ਉਹਨਾਂ ਕੰਟੇਨਰ ਹੈਗਾ ਆਊਟ ਆਫ ਕੈਲੀਫੋਰਨੀਆ ਜਾ ਰਿਹਾ। ਹਾਂਜੀ, ਉਹਨੇ ਵੀ ਕਿਹਾ ਕਹਿੰਦਾ ਇੰਟਰਨੈਸ਼ਨਲ ਤੁਹਾਡਾ ਜੀ। ਹਾਂਜੀ, ਇੰਟਰਨੈਸ਼ਨਲ ਇੰਟਰਸਟੇਟ ਸੀ। ਉਹਨੇ ਵੀ ਕਿਹਾ ਕਹਿੰਦਾ ਇੰਟਰਨੈਸ਼ਨਲ ਤੁਹਾਡਾ ਲੋਡ। ਜੀ ਜੀ ਹਾਂਜੀ, ਉਹ ਲੋਡ ਜੇ ਕੈਲੀਫੋਰਨੀਆ ਦੇ ਬਾਰਡਰ ਤੋਂ ਬਾਹਰ ਜਾਣਾ ਆ ਤੇ ਉਹਦੇ ਲਈ ELD ਦੀ ਲੋੜ ਪੈਣੀ ਆ। ਸੋ ਜਿੰਨੇ ਵੀ ਕੰਟੇਨਰ ਮੂਵ ਕਰਦੇ ਆ ਉਹਨਾਂ ਸਾਰਿਆਂ ਨੂੰ ELD ਦੀ ਲੋੜ ਹੈਗੀ ਆ। ਹਾਂ, ਤੁਸੀਂ ਕੈਲੀਫੋਰਨੀਆ ਆਪਸ਼ਨ ਲੈ ਸਕਦੇ ਹੋ ਉਹਦੇ ਵਿੱਚ, ਜਿਹਦੇ ਵਿੱਚ ਕਿ ਕੈਲੀਫੋਰਨੀਆ ਆਪਸ਼ਨ ਤੁਹਾਨੂੰ ਉਹਦੇ ਵਿੱਚ ਕਿੰਨੇ ਘੰਟੇ ਕੰਮ ਕਰਨ ਦਿੰਦੀ, ਕਿੰਨੇ ਘੰਟੇ ਡਰਾਈਵ ਕਰਨ ਦਿੰਦੀ ਆ। ਉਹ ELD ਆਪੇ ਆਟੋਮੈਟਿਕਲੀ ਤੁਹਾਡੀ ਰੀਸੈਟ ਹੋ ਜਾਂਦੀ ਹੈ ਕੈਲੀਫੋਰਨੀਆ ਦੇ ਲਈ। 14 ਘੰਟੇ ਆ ਜੀ। ਹਾਂਜੀ, ਉਹ ਤੁਹਾਡੀ ਆਟੋਮੈਟਿਕਲੀ ਰੀਸੈਟ ਹੋ ਜਾਂਦੀ ਹੈ ਜੇ ਤੁਸੀਂ ਕੈਲੀਫੋਰਨੀਆ ਆਪਸ਼ਨ ਲੈਂਦੇ ਆ। ELD ਦੇ ਉੱਤੇ ਜੋ ਤੁਸੀਂ ਸਾਈਨ ਇਨ ਕਰਦੇ ਆ ਉੱਥੇ ਕੈਲੀਫੋਰਨੀਆ ਆਪਸ਼ਨ ਲੈਂਦੇ ਆ ਤਾਂ ਆਪੇ ਉਹ ਸੈਟਲ ਹੋ ਜਾਂਦੀ ਆ। ਬਾਕੀ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਸਟਾਕਟਨ ਦੇ ਵਿੱਚ ਕੋਈ ਇੱਦਾਂ ਦੀ ਗੱਲ ਹੋਈ ਆ, ਉਹ ਪਰਸਨਲ ਚੀਜ਼ ਹੈਗੀ ਆ ਜੀ। ਉਹਦੇ ਬਾਰੇ 'ਚ ਮੈਨੂੰ ਕੋਈ ਇੱਦਾਂ ਨਹੀਂ ਮੈਂ ਕਹਿ ਸਕਦਾ ਜਾਂ ਦੱਸ ਸਕਦਾ ਕਿ ਉਹਨਾਂ ਦੀ ਕੀ ਸਿਚੁਏਸ਼ਨ ਸੀ ਜਾਂ ਕੀ ਉਹਨਾਂ ਨੇ ਉਦੋਂ ਕਿਹਾ ਤੇ ਦੱਸਿਆ। ਜੀ, ਥੈਂਕ ਯੂ ਜੀ। ਇੱਥੇ ਪੋਰਟ ਤੇ ਇੱਕ ਹੋਰ ਜੀ, ਇੱਥੇ ਪੋਰਟ ਤੇ ਨਾ ਹਰ ਇੱਕ ਹੁਣ ਜਿੱਦਾਂ ਮਤਲਬ ਕਿ ਓਨਰ ਆਪਰੇਟਰ ਕੰਮ ਕਰ ਰਿਹਾ ਤੇ ਕੰਪਨੀ ਵਾਲੇ ਉਹਨਾਂ ਨੂੰ ਕਹੀ ਜਾਂਦੇ ਅਸੀਂ ਬ੍ਰੋਕਰ ਦਾ ਲਾਇਸੈਂਸ ਲੈ ਲਿਆ, ਤੁਸੀਂ ਸਾਡੇ ਅੰਡਰ ਚੱਲ ਸਕਦੇ ਆ, ਤੁਸੀਂ 1-2 ਜਿੱਦਾਂ ਡਿਵਾਈਨ ਵਾਲੇ ਹੋ ਗਏ ਜਾਂ GST ਵਾਲੇ ਹੋ ਗਏ, ਇਹਨਾਂ ਤੋਂ ਵੱਖਰੇ ਤੋਂ ਲੋਡ ਚੱਕ ਸਕਦੇ ਆ ਤੁਸੀਂ। ਬਟ ਮੈਂ ਪੁੱਛਣਾ ਜੇ ਇਹਨਾਂ ਦੇ ਚੱਕ ਸਕਦੇ ਕੈਸੀਆਂ ਆ, ਉਹ ਤਾਂ ਕੰਪਨੀਆਂ ਨੇ ਪੇ ਕਰਨਾ, ਉਹ ਤਾਂ ਅੰਡਰ ਲੀਜ਼ ਤੇ ਆ ਜਾਂਦੀਆਂ, ਕਿ ਆਪਾਂ ਇਹਦਾ ਕਰ ਸਕਦੇ ਕਿ ਨਹੀਂ ਓਨਰ ਆਪਰੇਟਰ? ਬਿਲਕੁਲ ਜੀ, ਜਿਹੜੀ ਚੈਸੀ ਹੈਗੀ ਆ ਉਹ ਡਿਫਰੈਂਟ ਸਟੋਰੀ ਹੈਗੀ ਆ। ਜੇ ਤੁਸੀਂ ਡਿਫਰੈਂਟ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਹੈਗੇ ਆ ਤੇ ਡੈਫੀਨੇਟਲੀ ਤੁਸੀਂ ਬਿਜ਼ਨਸ ਟੂ ਬਿਜ਼ਨਸ ਆਪਸ਼ਨ ਦੇ ਵਿੱਚ ਆ ਜਾਂਦੇ ਆ। ਸੋ ਡਿਫਰੈਂਟ ਕੰਪਨੀ ਦੇ ਨਾਲ ਕੰਮ ਕਰਨਾ ਹੈ। ਚੈਸੀ ਦਾ ਜਿਹੜੀ ਪ੍ਰੋਬਲਮ ਹੈ ਉਹਨਾਂ ਦੀ ਹੈ। ਜੀ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰੇ ਵੀਰਾਂ 'ਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਧੰਨਵਾਦ ਤੁਹਾਡਾ ਜੀ, ਬੜੀ ਜਾਣਕਾਰੀ। ਮੈਂ ਤਾਂ ਬੇਨਤੀਆਂ 2-3 ਕਰਨੀਆਂ ਮੰਗਦਾ। ਪਹਿਲੀ ਤਾਂ ਗੱਲ ਕਈ ਵੀਰ ਕਹੀ ਜਾਂ ਫਲਾਨੇ ਨੇ ਆ ਕਿਹਾ, ਫਲਾਨੇ ਆ, ਹੁਣ ਇਹ ਗੱਲਾਂ ਛੱਡ ਦਿਓ ਫਲਾਨੇ ਨੇ ਕੀ ਕਿਹਾ। ਹਰ ਇੱਕ ਦਾ ਵੱਖਰਾ ਨਾ ਤਾਂ ਉਹ ਸੱਚ ਦੱਸਦੇ ਆ। ਜੇ ਸਭ ਤੋਂ ਸੌਖਾ ਤਰੀਕਾ ਵੀ ਕਾਨੂੰਨ ਨੂੰ ਫੋਲੋ ਕਰ ਲਈਏ, ਬਹੁਤ ਵਧੀਆ ਆ। ਤੇ ਜਿਹੜਾ ਕਹਿੰਦੇ ਸਾਡੇ ਜਿਹੜੇ ਕਮਿਊਨਿਟੀ ਦੇ CPI ਵੀ ਆਹ ਗੱਲ ਕਹੀ ਹੈ, ਮੇਰਾ ਖਿਆਲ ਵੀ ਜੇ ਉਹਨਾਂ ਛੱਡ ਕੇ ਦੂਜੀ ਕਮੇਟੀ CPIS ਨੂੰ ਗੱਲ ਕਰ ਲਈਏ ਤਾਂ ਉਹਨਾਂ ਤੋਂ ਵੀ ਓਪੀਨੀਅਨ ਲੈ ਤਾਂ ਬਹੁਤ ਚੰਗੀ ਗੱਲ ਆ, ਠੀਕ ਹੋ ਜਾਊਗਾ। ਤੇ ਦੂਜੀ ਇੱਕ ਹੋਰ ਵੀ ਜੀ ਕਹਿੰਦੇ ਜੀ ਮੈਂ ਡਰਾਈਵਰ ਆ ਜਾਂ ਆਪਣੇ ਕਈ ਦੇਖੇ ਜਾਂਦੇ ਜੀ ਆਪਣੇ ਬਿਜ਼ਨਸ ਖੁਲਾ ਲੈ, ਆਪਣੇ ਅਕਾਊਂਟ ਖੁਲਾ ਲੈ ਬੈਂਕਾਂ ਦੇ ਵੀ ਜੀ। ਇਹ ਬਿਲਕੁਲ ਗਲਤ ਆ, ਕਿਉਂਕਿ ਬੈਂਕਾਂ ਵੀ ਉਹ ਪਟੀਸ਼ਨ ਫਾਈਲ ਉਹਦੀ ਕਾਪੀ ਲੈਂਦੇ ਆ ਵੀ ਜਿਹਨੇ ਤੁਸੀਂ ਫਾਈਲ ਕੀਤਾ ਆ ਤਾਂ ਅਕਾਊਂਟ ਖੋਲਦੇ, ਉੱਦਾਂ ਕੋਈ ਅਕਾਊਂਟ ਨਹੀਂ ਖੋਲਦਾ ਹੈ ਜੀ। ਇਹ ਸਾਨੂੰ ਗਲਤ ਇਨਫੋਰਮੇਸ਼ਨ ਸਾਰੇ ਦੇਈ ਜਾਂਦੇ ਆ। ਤੇ ਇੱਕ ਮੈਂ ਜ਼ਰੂਰੀ ਬੇਨਤੀ ਕਿ ਹੁਣ ਦੇਖੋ ਇਹ ਇੱਕ ਕਿਸਮ ਦੀ ਜਿੱਦਾਂ ਨਾ ਅਸੀਂ ਆਪਣੇ ਸਾਡੀ ਘਰ ਵਾਲੀ ਹੁੰਦੀ ਸੀ, ਉਹ ਤੇ ਇਜਾਜ਼ਤ ਤੋਂ ਬਗੈਰ ਕੰਮ ਨਹੀਂ ਕਰ ਸਕਦੇ ਜਾਂ ਕੰਮ ਕਰਨਾ ਨਹੀਂ ਚਾਹੁੰਦੇ। ਇਹ ਹੁਣ ਸਾਡੀ ਬਾਹਰ ਵਾਲੀ ਆ, ELD ਸਾਡੀ ਬਾਹਰ ਵਾਲੀ ਹੋ ਗਈ। ਹੁਣ ਸਾਨੂੰ ਇਹਦੇ ਹਿਸਾਬ ਨਾਲ ਚੱਲਣਾ ਪੈਣਾ, ਜਿੱਦਾਂ ਇੱਕ ਉੱਦਾਂ ਕਰਨੀ ਪੈਣੀ ਆ। ਤੇ ਬੇਨਤੀ ਇਹ ਮੈਂ ਆਪਣੇ ਸਾਰੇ ਜਿੰਨੇ ਸਾਡੇ ਡਿਸਪੈਚਰ ਵੀ ਆ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਜਦੋਂ ਹੁਣ ਦੇਖੋ ਓਨਰ ਆਪਰੇਟਰ ਦਾ ਕੁਝ ਸੋਚੋ, ਜਾਂ ਤੁਹਾਨੂੰ ਬ੍ਰੋਕਰ ਲੋਡ ਦਿੰਦਾ ਜੇ ਉਹਨੂੰ ਕਾਲ ਕਰ, ਤੁਸੀਂ ਉਹ ਇਹ ਕਹਿਣਾ ਛੱਡ ਦਿਓ ਸੈਂਡ ਮੀ। ਉਹਨੂੰ ਪੁੱਛੋ ਭਾਈ ਕਿੱਥੋਂ ਲੋਡ ਚੱਕਣਾ, ਕਿੱਥੇ ਜਾਣਾ, ਕਦੋਂ ਲੋਡ ਹੋਣਾ ਤੇ ਕਦੋਂ ਲੈਣਾ, ਉਸ ਹਿਸਾਬ ਨੂੰ ਆਪਣਾ ਰੇਟ ਦੱਸੋ ਪਲੀਜ਼। ਆਪਣਾ ਹੱਕ ਮੰਗ ਲਓ। ਹੁਣ ਓਨਰ ਆਪਰੇਟਰ ਨਾ ਤੰਗ ਕਰੋ, ਕਿਉਂਕਿ ਉਹਨੇ ਤਾਂ ਵਿਚਾਰੇ ਓਨਰ ਆਪਰੇਟਰ ਜਾਂ ਮੈਂ ਨਹੀਂ ਕਹਿੰਦਾ ਚਲੋ ਆਪਣੇ ਵੀ ਟਰੱਕਾਂ ਦੇ ਹੋਣਗੇ, ਪਰ ਆਪਣਾ ਹੱਕ ਮੰਗ ਲਓ। ਇਹ ਹੁਣ ਟਾਈਮ ਆ, ਨਹੀਂ ਤਾਂ ਬ੍ਰੋਕਰਾਂ ਨੇ ਪੈਸੇ ਕਮਾਈ ਜਾਣੇ ਆ, ਸਭ ਕੁਝ ਹੋ ਹੀ ਜਾਣਾ। ਘਾਟਾ ਸਾਨੂੰ, ਕਿਉਂਕਿ ਹੁਣ ਜਿੱਥੇ 3 ਦਿਨ ਲੋਡ 4 ਦਿਨ ਲੋਡ ਲੱਗਣਾ, ਸਾਨੂੰ ਉਹਦੇ ਪੈਸੇ ਚਾਹੀਦੇ 1 ਦਿਨ ਦੇ ਐਕਸਟਰਾ। ਇਹ ਜ਼ਰੂਰੀ ਬੇਨਤੀ ਆ ਵੀ ਸੈਂਡ ਮੀ ਕਹਿਣਾ ਛੱਡ ਦਿਓ ਪਲੀਜ਼। ਉਹਨੂੰ ਬੋਲੋ, ਉਹਨੂੰ ਬਾਰਗਨ ਕਰੋ, ਆਪਣਾ ਹੱਕ ਮੰਗ ਲਓ। ਮੈਂ ਤਾਂ ਇਹੀ ਜ਼ਰੂਰੀ ਬੇਨਤੀ ਕਰਦਾ। ਤੇ ਬਾਕੀ ਪੰਜਾਬੀ USA ਵਾਲੇ ਵੀ ਤੁਸੀਂ ਕੁਐਸਚਨ ਕਰੀ ਜਾਣੇ, ਰਮਨ ਜੀ ਨੂੰ ਤੁਸੀਂ ਕੁਐਸਚਨ ਕਰੀ ਜਾਣੇ, ਇਹਨੇ ਆਪਣੀ ਬੁੱਧੀ ਹਿਸਾਬ ਤੁਹਾਨੂੰ ਆਨਸਰ ਦੇਈ ਜਾਣੇ। ਪਰ ਸਾਡਾ ਫਰਜ਼ ਬਣਦਾ ਹੁਣ ਐਕਸ਼ਨ ਲੈਣ ਦਾ, ਕੋਈ ਐਕਸ਼ਨ ਆਪ ਲੈ ਲਈਏ ਤੇ ਵਧੀਆ ਗੱਲ ਆ। ਇਹ ਮੇਰੀ ਬੇਨਤੀ ਆ ਵੀ ਸਾਰੇ ਚਰਨਾਂ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਸਨਾਮ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ। ਤੇ ਆਪਾਂ ਰਾਜਕਿਰਨ ਇੱਥੇ ਥੋੜੇ ਜਿਹੇ ਫੇਸਬੁੱਕ ਤੇ ਜਿਹੜੇ ਕੁਐਸਚਨ ਆਏ ਉਹ ਵੀ ਲੈ ਲਈਏ ਜੀ। ਕਿ ਇੱਕ ਜਿਹੜਾ ਹਰਜਿੰਦਰ ਸਿੰਘ ਰਾਏ ਹੋਣਾ ਦਾ ਕੁਐਸਚਨ ਹੈ ਕਿ ਪਰਸਨਲ ਡਰਾਈਵ ਕਦੋਂ ਕਰ ਸਕਦੇ ਆ। ਪਰਸਨਲ ਡਰਾਈਵ ਤੁਸੀਂ ਕਰ ਸਕਦੇ ਜਦੋਂ ਤੁਸੀਂ ਸ਼ਿਪਰ ਤੇ ਆ, ਰਿਸੀਵਰ ਤੇ ਆ, ਜਾਂ ਤੁਸੀਂ ਕਿਸੇ ਵੀ ਐਸੇ ਥਾਂ ਤੇ ਹੈਗੇ ਆ ਜਦੋਂ ਕਿ ਤੁਸੀਂ ਸੇਫਟੀ ਦੇ ਤੌਰ ਤੇ ਤੁਹਾਨੂੰ ਡਰਾਈਵ ਕਰਨੀ ਪੈਣੀ ਆ, ਤੇ ਉਹ ਜਿਹੜਾ ਮੂਵ ਹੈਗਾ ਉਹ ਤੁਹਾਡੇ ਕੰਪਨੀ ਨੂੰ ਕਮਰਸ਼ੀਅਲੀ ਬੈਨੀਫਿਟ ਨਹੀਂ ਕਰਦਾ ਜਾਂ ਤੁਹਾਨੂੰ ਕਮਰਸ਼ੀਅਲੀ ਬੈਨੀਫਿਟ ਨਹੀਂ ਕਰਦਾ। ਸੋ ਉਸ ਸਮੇਂ ਦੇ ਤੁਸੀਂ ਜਿਹੜੀ ਹੈ ਪਰਸਨਲ ਡਰਾਈਵ ਕਰ ਸਕਦੇ ਆ। ਅੱਗੇ ਕੁਐਸਚਨ ਹੈਗਾ ਏਡੀ ਸਿੰਘ ਉਹਨਾਂ ਦਾ ਕਿ ਟ੍ਰੈਫਿਕ ਦੇ ਵਿੱਚ ਸਟਕ ਹੈਗੇ ਆ ਮੋਰ ਦੈਨ 2 ਆਵਰਸ, ਅਜੇ ਤੱਕ ਉਹ ਜਿਹੜੀ ਐਕਸੈਪਸ਼ਨ ਹੈਗੀ ਜਾਂ ਜਿਹੜੀ ਉਹ ਜਿਹੜੀ ਚੇਂਜਸ ਪ੍ਰਪੋਜ਼ਲ ਨਹੀਂ ਲੱਗੂ ਜਾਂ ਉਹ 2 ਆਵਰਸ ਜਿਹੜੇ ਉਹ ਤੁਹਾਡੇ ਡਰਾਈਵ ਔਨ ਡਿਊਟੀ ਐਂਡ ਡਰਾਈਵ ਦੇ ਵਿੱਚ ਹੀ ਗਿਣੇ ਜਾਣਗੇ। ਉਸ ਤੋਂ ਬਾਅਦ ਨੀਤੂ ਧਨੋਆ ਹੁਣੀ ਕਹਿ ਰਹੇ ਜੀ ਹਾਊ ਮਚ ਆਵਰਸ ਟੋਟਲ ਲੋਕਲ ਸਟੇਟ ਆਵਰਸ ਦਾ ਜਿਹੜਾ 14 ਘੰਟੇ ਦਾ ਹੈਗਾ ਜੀ, ਤੇ ਉਹਦੇ ਵਿੱਚ ਤੁਹਾਡੀ ਡਰਾਈਵ 12 ਘੰਟੇ ਦੀ ਹੈਗੀ ਆ। ਤੋ ਉਸ ਤੋਂ ਬਾਅਦ ਜਿਹੜੇ ਨਵ ਤੋਂ ਹੀ ਮੈਨੂੰ ਕੁਐਸਚਨ ਵੀ ਥੋੜੇ ਜਿਹੇ ਕਾਫੀ ਆ ਗਏ ਇੱਕਦਮ ਜੀ 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 ਵੀ ਲੋਕ ਵੇਅਰ ਹਾਊਸ ਦੇ ਵਿੱਚ ਜਿਹੜੀ ਆ ਤੁਹਾਡੀ ਲੌਗ ਬੁੱਕ ਉਹ ਖਤਮ ਹੁੰਦੀ ਆ, ਡੌਕ ਲਈ ਵੇਟ ਕਰ ਰਹੇ ਆ, ਤੇ ਲੌਗ ਖਤਮ ਹੋਣ ਤੇ ਡੌਕ ਲਈ ਕਾਲ ਆਉਂਦੀ ਆ, ਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਬੇਸਿਕਲੀ? ਡੈਫੀਨੇਟਲੀ ਤੁਸੀਂ ਉਹਦੇ ਵਿੱਚ ਜੇ ਇੰਨਾ ਕੁ ਚੀਜ਼ ਹੈਗੀ ਆ ਤੁਸੀਂ ਯਾਰਡ ਮੂਵ ਕਰ ਸਕਦੇ ਆ ਕਿ ਯਾਰਡ ਦੇ ਵਿੱਚ ਮੂਵ ਕੀਤਾ ਤੁਸੀਂ ਆਪਣੀ ELD ਦੇ ਵਿੱਚ ਯਾਰਡ ਮੂਵ ਕਰਕੇ ਤੁਸੀਂ ਆਪਣਾ ਜਿਹੜਾ ਲੋਡ ਹੈਗਾ ਉਹ ਉੱਤੇ ਲਾ ਸਕਦੇ ਆ। ਪਰ ਡੈਫੀਨੇਟਲੀ ਉਹਦੇ ਵਿੱਚ ਸਿਚੁਏਸ਼ਨ ਇਹ ਆ ਜਾਂਦੀ ਹੈ ਕਿ ਤੁਹਾਨੂੰ ਆਪ ਨੂੰ ਫਿਰ ਜਿਹੜਾ ਕਈ ਵਾਰੀ ਹੈਗਾ ਕਿ ਤੁਸੀਂ ਆਫ ਡਿਊਟੀ ਜਿਹੜਾ ਯਾਰਡ ਮੂਵ ਕਰ ਸਕਦੇ ਆ। ਤੇ ਜੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਆ ਇਹ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਜਿਹੜੀ ਇਹਨਾਂ ਨੇ ਸਿਚੁਏਸ਼ਨ ਦੱਸੀ ਆ ਉਹਦੇ ਵਿੱਚ ਜਦੋਂ ਤੁਸੀਂ ਯਾਰਡ ਮੂਵ ਕਰਕੇ ਤੇ ਤੁਸੀਂ ਟਰੱਕ ਨੂੰ ਡੌਕ ਤੇ ਲਾਤਾ, ਟਰੱਕ ਨੂੰ ਡੌਕ ਤੇ ਲਾਉਣ ਤੋਂ ਬਾਅਦ ਤੁਹਾਡਾ ਲੋਡ ਲੱਦਿਆ ਗਿਆ, ਲੋਡ ਲੱਦਣ ਤੋਂ ਬਾਅਦ ਤੁਸੀਂ ਉਸ ਯਾਰਡ ਦੇ ਵਿੱਚ ਹੀ ਪਾਰਕਿੰਗ ਲੈ ਸਕਦੇ ਆ। ਪਰ ਜੇ ਤੁਹਾਨੂੰ ਉੱਥੇ ਸ਼ਿਪਰ ਇਹ ਕਹਿੰਦਾ ਆ ਜਾਂ ਇਹ ਕਹਿੰਦਾ ਕਿ ਇੱਥੇ ਤੁਸੀਂ ਪਾਰਕ ਨਹੀਂ ਕਰ ਸਕਦੇ, ਫਿਰ ਤੁਸੀਂ ਉਸ ਯਾਰਡ ਦੇ ਵਿੱਚੋਂ ਪਰਸਨਲ ਕਨਵੀਨੈਂਸ 'ਚ ਪਾ ਕੇ ਕਲੋਸੈਸਟ ਜਿਹੜਾ ਤੁਹਾਡਾ ਸੇਫ ਪਾਰਕਿੰਗ ਆ ਉੱਥੋਂ ਤੱਕ ਜਾ ਸਕਦੇ ਆ। ਸੋ ਇਹ ਬੜੀ ਇੱਕ ਵਧੀਆ ਇਹਨਾਂ ਨੇ ਜਿਹੜੀ ਸਿਚੁਏਸ਼ਨ ਦਿੱਤੀ ਹੈ। ਸੋ ਉਹਦੇ ਵਿੱਚ ਪਰਸਨਲ ਕਨਵੀਨੈਂਸ ਕਿੱਦਾਂ ਯੂਜ਼ ਕਰਨੀ ਹੈ ਉਹ ਵੀ ਦੱਸੀ ਜਾ ਸਕਦੀ ਹੈ। ਦੂਜੀ ਰਾਜਕਿਰਨ ਇੱਕ ਹੋਰ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਔਰ ਇੱਕ ਰੀਸੈਂਟਲੀ ਆ ਇੱਕ ਐਕਸੀਡੈਂਟ ਵੀ ਹੁਣ ਕਾਫੀ ਵੱਡਾ ਦਿਖਾਇਆ ਜਾ ਰਿਹਾ ਆਪਣੇ ਇਹਦੇ ਵਿੱਚ WhatsApp ਗਰੁੱਪਸ ਦੇ ਵਿੱਚ ਵੀ, ਜਿਹੜਾ ਕਿ ਰੀਸੈਂਟਲੀ ਮੇਰੇ ਖਿਆਲ ਕੱਲ੍ਹ ਹੀ ਹੋਇਆ ਆ ਪੈਨਸਿਲਵੇਨੀਆ 'ਚ ਸ਼ਾਇਦ। ਜੀ ਹਾਂਜੀ, ਇੱਕ ਚੀਜ਼ ਜਿਹੜੀ ਮੈਂ ਇਸ ਵੇਲੇ ਜ਼ਰੂਰ ਸਾਡੇ ਡਰਾਈਵਰਸ ਨੂੰ ਸਾਡੇ ਬੰਦਿਆਂ ਨੂੰ ਕਹਿ ਦਿਆਂ ਕਿ ਪਲੀਜ਼ ਚਾਹੇ ਜਿੰਨਾ ਮਰਜ਼ੀ ਜੋ ਮਰਜ਼ੀ ਕੁਛ ਹੈਗਾ ਤੁਹਾਡੇ ਨਾਲ ਪ੍ਰੋਬਲਮ ਹੈਗੀ ਆ, ਪਲੀਜ਼ ਸ਼ੋਲਡਰ ਤੇ ਟਰੱਕ ਨਾ ਖੜਾ ਕਰੋ, ਸ਼ੋਲਡਰ ਤੇ ਟਰੱਕ ਨਾ ਖੜਾ ਕਰੋ। ਬਹੁਤ ਵੱਡੀ ਸਿਚੁਏਸ਼ਨ ਹੈਗੀ ਆ, ਸ਼ੋਲਡਰ ਤੇ ਟਰੱਕ ਖੜਾ ਕੀਤਾ, ਪਿੱਛੋਂ ਆਣ ਕੇ ਕੋਈ ਗੱਡੀ ਤੁਹਾਡੇ ਵੱਜਦੀ ਆ, ਬਹੁਤ ਵੱਡੇ ਚੈਲੰਜਸ, ਬਹੁਤ ਵੱਡੇ ਲਾਸੂਟ ਹੈਗੇ ਆ। ਜੇ ਤੁਹਾਡੀ ਬਹੁਤ ਐਮਰਜੈਂਸੀ ਨਹੀਂ ਗੀ, ਸ਼ੋਲਡਰ ਦੇ ਉੱਤੇ ਟਰੱਕ ਖੜਾ ਕਰਨਾ ਇਟਸ ਇਲੀਗਲ। ਅਸੀਂ ਪਿੱਛੇ ਲਾਸੂਟ ਵੀ ਦੇਖਿਆ ਜਿਹਦੇ ਵਿੱਚ ਸ਼ੋਲਡਰ ਤੇ ਟਰੱਕ ਖੜਾ ਸੀ, ਈਵਨ ਉਹ 20 ਫੁੱਟ ਪਰੇ ਖੜਾ ਸੀਗਾ ਸ਼ੋਲਡਰ ਤੋਂ, ਸੇਫ ਸੀਗਾ, ਉਹਨੂੰ CHP ਨੇ ਈਵਨ ਕਲੀਅਰ ਵੀ ਕਰਤਾ ਸੀਗਾ, ਬਟ ਸਟਿਲ ਲਾਸੂਟ ਦੇ ਵਿੱਚ ਉਹ ਉਹਨਾਂ ਦੀ ਗਲਤੀ ਪਾਈ ਗਈ। ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ। ਔਰ ਇਹਨਾਂ ਚੀਜ਼ਾਂ ਨੂੰ ਮੈਂ ਬਿਲਕੁਲ 100% ਹਰ ਇੱਕ ਨੂੰ ਕਹੂੰਗਾ ਕਿ ਪਲੀਜ਼ ਤੁਹਾਡੀ ਜਾਨ ਨਾਲੋਂ ਕੋਈ ਵੀ ਇੰਪੋਰਟੈਂਟ ਨਹੀਂ ਹੈਗਾ। ਸੋ ਜਿਹੜਾ ਆਪਣਾ ਸ਼ੋਲਡਰ ਤੇ ਖੜਾ ਕਰਨਾ ਟਰੱਕ ਆ ਉਹ ਬਹੁਤ ਜ਼ਿਆਦਾ ਹੀ ਗਲਤ ਚੀਜ਼ ਹੈਗੀ ਆ। ਜੀ ਜੀ ਤੇ ਇੱਕ ਅਮਰਿੰਦਰ ਹਾਂਜੀ ਸਿੰਘ ਉਹਨਾਂ ਦਾ ਵੀ ਆਇਆ ਕੁਐਸਚਨ ਕਿ ਯਾਰਡ ਮੂਵ ਆਫ ਡਿਊਟੀ 'ਚ ਕਰ ਸਕਦੇ ਹਾਂ। ਯੈਸ, ਯਾਰਡ ਮੂਵ ਜਿਹੜਾ ਆਫ ਡਿਊਟੀ 'ਚ ਕਰ ਸਕਦੇ ਹਾਂ ਅਸੀਂ। ਜੀ ਤੇ ਉਸ ਤੋਂ ਬਾਅਦ ਆਪਣੇ ਨਾਲ ਕੁਝ ਹੋਰ ਕਾਲਰ ਵੀ ਜੁੜੇ ਨੇ ਰਮਨ ਜੀ, ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲ ਕਰ ਲਈਏ, ਕਾਫੀ ਲੰਮੇ ਸਮੇਂ ਤੋਂ ਜੁੜੇ ਨੇ। ਥੈਂਕ ਯੂ ਉਹਨਾਂ ਦਾ ਪੇਸ਼ੈਂਸ ਦੇ ਲਈ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈਗਾ, ਜੇ ਤੁਸੀਂ ਸੋਲ ਪ੍ਰੋਪਰਾਈਟਰ ਹੋ ਤੇ ਤੁਸੀਂ ਆਪ ਐਜ਼ ਅ CEO ਤੁਹਾਨੂੰ ਲੋੜ ਨਹੀਂ ਹੈਗੀ ਵਰਕ ਕੰਪਨਸੇਸ਼ਨ ਇੰਸ਼ੋਰੈਂਸ ਦੀ, ਜੀ ਵਰਕਿੰਗ ਕੌਮ ਦੀ, ਤੇ ਤੁਹਾਡੀ ਵਾਈਫ ਅਗਰ ਤੁਹਾਡੀ ਕੰਪਨੀ ਦੇ ਤੁਸੀਂ ਉਹਨੂੰ ਪੇਰੋਲ ਦੇ ਰਹੇ ਹੋ, ਉਹਨੂੰ ਵੀ ਕੀ ਜ਼ਰੂਰਤ ਹੈ ਜਾਂ ਨਹੀਂ ਹੈ, ਕਿ ਜਾਂ ਤੁਸੀਂ ਉਹਨੂੰ ਐਗਜ਼ੈਂਪਟ ਕਰ ਸਕਦੇ ਹੋ ਜਾਂ ਐਗਜ਼ੈਂਪਟ ਹੈ ਜਾਂ ਨਹੀਂ ਹੈ? ਨਹੀਂ ਜੀ, ਉਹ 'ਚ ਡਿਪੈਂਡ ਕਰਦਾ ਕਿ ਤੁਹਾਡੀ ਪਾਰਟਨਰਸ਼ਿਪ ਕਿੰਨੇ ਦੀ ਹੈਗੀ ਆ। ਜੇ 51% ਪਾਰਟਨਰ ਇੱਕ ਹੈਗਾ ਤਾਂ ਦੂਜੇ ਨੂੰ ਵਰਕਰਸ ਕੰਮ ਦੀ ਲੋੜ ਹੈਗੀ ਆ। ਉਹਦੇ ਵਿੱਚ ਡਿਪੈਂਡ ਕਰਦਾ ਕਿ ਤੁਹਾਡੀ ਪਾਰਟਨਰਸ਼ਿਪ ਕਿਵੇਂ ਦੀ ਹੈਗੀ ਆ, ਕਿਉਂਕਿ ਸੋਲ ਪ੍ਰੋਪਰਾਈਟਰ ਦੇ ਵਿੱਚ ਵੀ ਪਾਰਟਨਰਸ਼ਿਪ ਤੁਸੀਂ ਲਿਖ ਸਕਦੇ ਆ। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਭਾਜੀ। ਥੈਂਕ ਯੂ। ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੇ ਦੋ ਕੁਐਸਚਨ ਹੈਗੇ ਆ ਜੀ। ਇੱਕ ਕੁਐਸਚਨ ਇਹ ਹੈ ਕਿ ਜਦੋਂ ਮੈਂ ਵਾਪਸ ਆਪਣੇ ਹੈੱਡਕੁਆਟਰ ਆ ਜਾਣਾ ਜੀ,
ਤੇ ਮੈਂ ਆਫ ਡਿਊਟੀ ਤੇ ਚਲ ਜਾਂਦਾ ਜੀ ਜੀ ਤੇ ਮੈਂ ਆਪਣਾ ਟਰੱਕ ਜਿਹਾ ਰਿਪੇਅਰ ਕਰਨਾ ਚਾਹੁੰਦਾ ਤੇ ਰਿਪੇਅਰ ਕਰਨ ਵਾਸਤੇ ਮੈਨੂੰ 8 ਜਾਂ 10 ਕਿਲੋਮੀਟਰ ਚਲਾਉਣਾ ਪੈਂਦਾ ਤੇ ਮੈਂ ਉਹ ਕਿਸ ਦੇ ਵਿੱਚ ਪਰਸਨਲ 'ਚ ਪਾ ਕੇ ਲੈ ਕੇ ਜਾਣੇ ਆ ਜਾਂ ਯਾਰਡ ਦੇ ਵਿੱਚ ਲੈ ਕੇ ਜਾਣਾ ਜਾਂ ਮੈਂ ਕਮੈਂਟ ਕਰੂੰਗਾ ਕਿ ਮੈਂ ਰਿਪੇਅਰਿੰਗ ਵਾਸਤੇ ਜਾ ਰਿਹਾ ਜੀ ਨਹੀਂ ਜੀ, ਉਹ ਚ ਪਰਸਨਲ ਜਾਂ ਯਾਰਡ ਮੂਵ ਦੇ ਵਿੱਚ ਤੁਸੀਂ ਕਰ ਸਕਦੇ ਹੋ, ਉਹਨੂੰ ਪਾ ਕੇ ਲੈ ਕੇ ਜਾ ਸਕਦੇ ਆ ਕਿ ਐਜ਼ ਲੌਂਗ ਐਜ਼ ਤੁਸੀਂ ਉਹਦੇ ਚ ਐਨੋਟੇਸ਼ਨ ਪਾਈ ਹੈ ਕਿ ਤੁਸੀਂ ਇਹਨੂੰ ਕਿਸ ਕੰਮ ਲਈ ਲੈ ਕੇ ਜਾ ਰਹੇ ਆ। ਸੋ ਜਿਹੜੀ ਆ ਉਹਦੇ ਚ ਐਨੋਟੇਸ਼ਨ ਬਹੁਤ ਜ਼ਰੂਰੀ ਆ ਹੁਣ ਕਿ ਰੀਜ਼ਨ ਕੀ ਆ ਤੁਹਾਡਾ ਟਰੱਕ ਮੂਵ ਕਰਨ ਦਾ, ਔਰ ਜੇ ਤੁਹਾਡਾ ਜਿਹੜੀ ਤੁਹਾਡੀ ਲੋਕੇਸ਼ਨ ਹੈਗੀ ਆ ਉਹ ਵੀ ਐਕਚੁਅਲੀ ਜੇ ਤੁਸੀਂ ਹੁਣ ਮਕੈਨਿਕ ਦੇ ਕਹਿ ਰਹੇ ਆ ਤੇ ਉਹ ਡੈਫੀਨਿਟਲੀ ਮਕੈਨਿਕ ਦੇ ਜਾਣੀ ਚਾਹੀਦੀ ਹੈ, ਕੋਈ ਲੋਕੇਸ਼ਨ ਤੋਂ ਪਤਾ ਲੱਗ ਜਾਊ ਜੀ। ਤੇ ਉੱਥੇ ਜਾ ਕੇ ਇਹ ਵੀ ਧਿਆਨ ਰੱਖਣਾ ਜਦੋਂ ਤੁਹਾਡੀ ELD ਆ ਉਹਨੂੰ ਮਕੈਨਿਕ ਵਾਲੇ ਉਹਦੇ ਵਿੱਚ ਉਹ ਜਿਹੜਾ ਪਾਉਣਾ ਆ, ਮਕੈਨਿਕ ਨੂੰ ਵੀ ਕਹਿਣਾ ਵੀ ਕਿਉਂਕਿ ਉਹਨਾਂ ਨੇ ਚਲਾ ਕੇ ਵੀ ਦੇਖਣਾ, ਕਈ ਕੁਛ ਕਰਕੇ ਦੇਖਣਾ, ਬਾਅਦ ਦੇ ਵਿੱਚ ਇਹ ਨਾ ਕਹਿਣਾ ਵੀ ਕਿੱਥੇ ਚੱਲਿਆ ਆ, ਉਹਦੀ ਵੀ ਵਿੱਚ ਆਪਸ਼ਨ ਹੋਣੀ ਚਾਹੀਦੀ ਆ। ਤੇ ਮੇਰੀ ELD ELD ਉਸ ਟਾਈਮ ਤੇ ਮੇਰੀ ਆਨ ਹੀ ਰਹਿਣੀ ਚਾਹੀਦੀ ਹੈ ਜੀ। ਦੇਖੋ ਜੀ, ਜੋ ਤੁਹਾਡਾ ਇਹ ਤੁਹਾਡੀ ELD ਜਿਹੜਾ ਪ੍ਰੋਵਾਈਡਰ ਹੈਗਾ ਉਹਦੇ ਤੇ ਡਿਪੈਂਡ ਕਰਦਾ ਕਿ ਕੀ ਹੁੰਦਾ ਹੈ, ਕਿਉਂਕਿ ELD ਜੇ ਤੁਹਾਡੀ ਮੂਵ ਹੁੰਦੀ ਆ, ਦੇਖੋ ਦੋ ਤਰੀਕੇ ਹੈਗੇ ਆ, ਜਾਂ ਤਾਂ ਤੁਸੀਂ ਉਹਨੂੰ ਪਰਸਨਲ ਕਨਵੇਅੰਸ 'ਚ ਪਾ ਕੇ ਲੈ ਜਾਂਦੇ ਆ, ਜਾਂ ਤੁਸੀਂ ਉਹਨੂੰ ਯਾਰਡ ਮੂਵ 'ਚ ਕਰ ਦਿੰਦੇ ਆ, ਜਾਂ ਤੁਸੀਂ ਉਹਨੂੰ ਵੈਸੇ ਡਰਾਈਵ ਕਰਦੇ ਆ ਤੇ ਜਿਹੜੇ ਤੁਸੀਂ ਦੁਬਾਰਾ ਲੌਗਇਨ ਕਰਨਾ ਆ ਟਰੱਕ ਦੇ ਵਿੱਚ ਜੋ ELD 'ਚ, ਤੇ ਉਹਨੇ ਤੁਹਾਨੂੰ ਅਨਆਇਡੈਂਟੀਫਾਈਡ ਮਾਈਲਸ ਦੱਸਣੇ ਆ ਕਿ ਤੁਹਾਡੇ 10 ਮੀਲ ਟਰੱਕ ਚੱਲਿਆ, ਅਨਆਇਡੈਂਟੀਫਾਈਡ ਮਾਈਲ ਜਾਂ ਅਨਸਪੈਸੀਫਾਈਡ ਮਾਈਲ ਜਿਹੜੇ ਆ ਉਹ ਦੱਸਣੇ ਆ। ਸੋ ਉੱਥੇ ਤੁਸੀਂ ਉਹ ਜਿਹੜੇ ਮਾਈਲਸ ਆ ਉਹ ਤੁਸੀਂ ਆਪਣੇ ਮਕੈਨਿਕ ਦੇ ਮੂਵ ਦੇ ਵਿੱਚ ਪਾ ਸਕਦੇ ਆ, ਔਰ ਇਹਦੇ ਵਿੱਚ ਸਪੈਸ਼ਲੀ ਇਹ ਹੈਗਾ ਕਿ ਜਿਹੜੀ ਐਨੋਟੇਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੀ ਥੈਂਕ ਯੂ ਜੀ। ਤੇ ਸੈਕੰਡਲੀ ਸਰ ਮੈਂ ਆਪਣਾ ਪਰਸਨਲ ਆਪਣੇ ਟਰੱਕ ਨੂੰ ਮੈਂ ਪਰਸਨਲ ਮੂਵਮੈਂਟ ਆਪਣਾ ਘਰ ਦਾ ਮਟੀਰੀਅਲ ਮੈਂ ਮੂਵ ਕਰ ਸਕਦਾ ਉਹਦੇ ਉੱਤੇ ਜੀ? ਜੀ ਬਿਲਕੁਲ ਕਰ ਸਕਦੇ ਆ, ਪਰ ਤੁਹਾਡਾ ਜਿਹੜਾ ਲੌਗਬੁੱਕ ਆਵਰਸ ਹੈ ਉਹ ਜ਼ਰੂਰ ਤੁਹਾਡੇ ਉਹਦੇ ਵਿੱਚ ਲਾਗੂ ਹੋਣਗੇ। ਓਕੇ ਜੀ, ਥੈਂਕ ਯੂ ਜੀ। ਤੇ ਆਪਣੇ ਜਿਹੜੇ ਰਾਜਕਰਨ ਨੀਤੂ ਤਨਵਾਉਣ ਇੱਕ ਹੋਰ ਕੁਐਸਚਨ ਪੁੱਛਦੇ ਆ ਕਿ EMPLOYER ਡਸ ਨਾਟ ਹੈਵ ਵਰਕਰਸ ਕੰਪ, ਐਨੀ ਪ੍ਰੋਬਲਮ ਟੂ ਡਰਾਈਵਰ? ਬਿਲਕੁਲ ਹੀ ਪ੍ਰੋਬਲਮ ਡਰਾਈਵਰ ਨੂੰ ਜੇ ਕੱਲ ਨੂੰ ਸੱਟ ਪੇਟ ਲੱਗਦੀ ਆ, ਕੁਝ ਵੀ ਹੁੰਦਾ ਹੈ ਤਾਂ ਉਹੀ ਤਾਂ ਆਪਾਂ ਰਮਨ ਜੀ ਵਾਰ-ਵਾਰ ਕਹਿੰਦੇ ਆਏ ਆ ਵੀ ਹੁਣ ਜਿਹੜਾ ਵੈਬਸਾਈਟ ਵੀ ਨਵਾਂ ਲਾਂਚ ਕੀਤਾ ਉਹਨੇ ਬੜਾ ਲਿਖਿਆ ਹੈ ਵੀ ਤੁਸੀਂ ਕਿੱਦਾਂ ਜਾ ਕੇ ਕੰਪਲੇਨ ਕਰ ਸਕਦੇ ਆ। ਜੇ ਜਿੱਥੇ ਤੁਸੀਂ ਕੰਮ ਕਰਦੇ ਆ EMPLOYER ਕੋਲ ਵਰਕਰਸ ਕੰਪ ਹੋਊਗੀ, ਰੱਬ ਨਾ ਕਰੇ ਤੁਹਾਡੇ ਸੱਟ ਲੱਗ ਜਾਏ, ਤੁਹਾਨੂੰ ਪਹਿਲੇ ਦਿਨ ਤੋਂ ਤੁਹਾਡੀ ਜਿੰਨੀ ਤਨਖਾਹ ਆ ਉਸ ਹਿਸਾਬ ਨਾਲ ਪੈਸੇ ਮਿਲਣੇ ਸ਼ੁਰੂ ਹੋਊਗੇ। ਰੱਬ ਨਾ ਕਰੇ ਕਿਸੇ ਦੀ ਡੈਥ ਹੋ ਜਾਏ, $1 ਮਿਲੀਅਨ ਤਾਈਂ ਕੈਲੀਫੋਰਨੀਆ ਦੀ ਜਿਹੜੀ ਆ ਵਰਕਰਸ ਕੰਪ ਉਹ ਕਵਰ ਕਰਦੀ ਆ ਹਰ ਇੱਕ EMPLOYEE ਨੂੰ। ਸੋ ਮੁੜ ਕੇ ਫਿਰ ਆਪਾਂ ਕਿੰਨੀ ਵਾਰੀ ਅਸੀਂ ਕਹਿੰਦੇ ਆ, ਫਿਰ ਕਈ ਸਾਡੇ ਨਾਲ ਗੁੱਸੇ ਵੀ ਹੁੰਦੇ ਵੀ ਤੁਸੀਂ ਕਹਿੰਦੇ ਗੁਰਦੁਆਰੇ ਕਾਹਦੇ ਟੇਬਲ ਲਾਏ ਆ। ਸੋ ਰੌਂਗ ਆ, ਤੁਸੀਂ ਟਰਾਈ ਕਰੋ ਜਿਨ੍ਹਾਂ ਨੇ ਕੰਮ ਕਰਦੇ ਵੀ ਭਾਈ ਵਰਕਰਸ ਕੰਪ ਲਾਓ, ਹੈ ਨਾ ਜੀ। ਬਿਲਕੁਲ ਜੀ। ਤੇ ਇੱਕ ਜਿਹੜਾ ਹੁਣ ਇਸ ਵੇਲੇ ਜਿਹੜਾ ELD ਦਾ ਲਾਅ ਬਣਿਆ ਹੈਗਾ, ELD ਦੇ ਲਾਅ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ, ਜਿਹੜੀ ਕਿ ਹੌਲੀ ਹੌਲੀ ਮੈਂ ਅੱਗੇ ਕਿਹਾ ਸੀਗਾ ਕਿ ਲਾਅ ਜਦੋਂ ਬਣਦੇ ਹੈਗੇ ਕਾਫੀ ਲੰਮੇ ਚੌੜੇ ਹੁੰਦੇ ਆ, ਇਹਨਾਂ ਦੇ ਵਿੱਚ ਲਰਨ ਕਰਨਾ ਪੈਂਦਾ। ਸੋ ਇੱਕ ਜਿਹੜੀ ਹੋਰ ਆਪਸ਼ਨ ਜਿਹੜੀ ਆ, ਇੱਕ ਹੋਰ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੋਈ ਆ ਕਿ ਜਿਹੜੇ ਸ਼ਿਪਰ ਤੇ ਰਿਸੀਵਰ ਤੁਹਾਨੂੰ ਹੋਲਡ ਕਰਕੇ ਰੱਖਦੇ ਆ ਔਰ ਤੁਹਾਨੂੰ ਮਜਬੂਰ ਕਰਦੇ ਆ ਆਵਰਸ ਆਫ ਸਰਵਿਸ ਨੂੰ ਡਿਫਾਲਟ ਤੇ ਜਾਣ ਨੂੰ, ਜਾਂ ਆਵਰ ਆਫ ਸਰਵਿਸ ਤੁਹਾਡੀ ਜਿਹੜੀ ਆ ਤੁਹਾਡੀ ਸਿਚੁਏਸ਼ਨ ਨੂੰ ਖਰਾਬ ਕਰਦੇ ਆ, ਤੁਹਾਨੂੰ ਇਲੀਗਲ ਐਕਟੀਵਿਟੀ ਲਈ ਪ੍ਰਮੋਟ ਕਰਦੇ ਆ ਜਾਂ ਤੁਹਾਨੂੰ ਪੁਸ਼ ਕਰਦੇ ਆ। ਉਹਦੇ ਲਈ ਜਿੱਦਾਂ ਪਹਿਲਾਂ EMPLOYER ਵਾਸਤੇ ਕੈਰੀਅਰ ਵਾਸਤੇ ਕਾਨੂੰਨ ਸੀਗਾ ਕਿ ਤੁਸੀਂ ਉਹਦੇ ਖਿਲਾਫ ਕੰਪਲੇਂਟ ਕਰ ਸਕਦੇ ਆ, ਹੁਣ ਤੁਸੀਂ ਆਪਣੇ ਸ਼ਿਪਰ, ਰਿਸੀਵਰ, ਬ੍ਰੋਕਰ ਕੋਈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਆਵਰਸ ਆਫ ਸਰਵਿਸ ਦੇ ਲਾਅ ਬ੍ਰੇਕ ਕਰਨ ਨੂੰ ਕਹਿੰਦਾ, ਜਾਂ ਉਹਦੇ ਲਈ ਉਹ ਜੇ ਤੁਹਾਨੂੰ ਹੋਲਡ ਕਰਕੇ ਰੱਖਦਾ ਉਸ ਜਿਹੜੀ ਹੈ ਤੁਹਾਡੀ ਵਾਇਲੇਸ਼ਨ ਲਈ ਪ੍ਰਮੋਟ ਕਰਦਾ, ਤੇ ਤੁਸੀਂ ਉਹਦੀ ਰਿਪੋਰਟ ਜਿਹੜੀ FMCSA ਨੂੰ ਕਰ ਸਕਦੇ ਆ। ਤੇ ਉਹਦਾ ਜਿਹੜਾ ਐਕਸ਼ਨ ਹੈਗਾ ਉਹ ਬਹੁਤ ਹੈਵੀ ਡਿਊਟੀ ਹੈਗਾ। ਪਹਿਲਾਂ ਜਿਹੜਾ ਸੀਗਾ ਸ਼ਿਪਰ ਤੇ ਰਿਸੀਵਰ ਜਿਹੜੇ ਸੀਗੇ ਉਹ ਇਸ ਦਾਇਰੇ ਦੇ ਵਿੱਚ ਨਹੀਂ ਸੀ ਆਉਂਦੇ, ਲੇਕਿਨ ELD ਦੇ ਕਾਨੂੰਨ ਦੇ ਤਹਿਤ ਉਹ ਇਸ ਦਾਇਰੇ 'ਚ ਲੈ ਆਂਦੇ ਗਏ ਆ। ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੋਈ ਆ। ਸੋ ਡੈਫੀਨਿਟਲੀ ਜੇ ਤੁਹਾਨੂੰ ਕੋਈ ਸ਼ਿਪਰ ਓਵਰ ਹੋਲਡ ਕਰਕੇ ਰੱਖਦਾ ਆ ਡਾਟ ਦੇ ਉੱਤੇ, ਤੇ ਤੁਸੀਂ ਉਹਦੀ ਜਿਹੜੀ ਕੰਪਲੇਂਟ ਆ ਉਹ ਆਪਣੇ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਦੇ ਉੱਤੇ ਕਰ ਸਕਦੇ ਆ। ਜੀ ਜੀ। ਕੁਲਬੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਕੁਐਸਚਨ ਰਹਿ ਗਿਆ ਸੀ, ਭਾਜੀ ਉਹਨਾਂ ਜਦੋਂ ਦੱਸਿਆ ਸੀਗਾ ਵੀ ਮੈਨੂੰ ਉਹ ਜਿਹੜੀਆਂ ਵੀ 28 ਮੀਲਾਂ ਰਹਿੰਦੀਆਂ ਵੀ ਉੱਥੇ ਹੋਲਡ ਕਰਨਾ ਚਾਹੀਦਾ, ਪਰ ਮੇਰਾ ਕੁਐਸਚਨ ਇਹ ਸੀਗਾ ਵੀ ਜਿਹੜੇ ਰੂਟ ਤੇ ਮੈਂ ਜਾਂਦਾ ਉਹ ਲੋਕਲ ਰੂਟ ਆ, ਉਹ ਜੇ ਤੇ ਮੈਨੂੰ ਟ੍ਰੈਫਿਕ ਨਹੀਂ ਮਿਲਦੀ ਫਿਰ ਮੇਰੀ ਪ੍ਰੋਪਰ ਬੁੱਕ ਉੱਥੇ ਪਹੁੰਚਦੀ ਆ, ਜੇ ਮੈਨੂੰ ਟ੍ਰੈਫਿਕ ਲੱਗਦੀ ਆ ਤੇ ਫਿਰ ਮੇਰੀਆਂ 28 ਤੋਂ 30 ਮੀਲਾਂ ਜਾਂ 20 ਮੀਲਾਂ ਰਹਿ ਜਾਂਦੀਆਂ, ਤੇ ਉਹਦੇ ਵਿੱਚ ਮੈਂ ਕੀ ਕਰੂੰਗਾ? ਉੱਥੇ ਪਾਰਕਿੰਗ ਨਹੀਂ ਆਉਂਦੀ ਕੋਈ ਰੋਡ ਦੇ ਉੱਤੇ। ਜੀ
ਥੈਂਕ ਯੂ। ਡੈਫੀਨੇਟਲੀ ਜੀ, ਇਹਦੇ ਵਿੱਚ ਤਾਂ ਤੁਹਾਨੂੰ ਹੁਣ ਤੁਹਾਡਾ ਜਿਹੜਾ ਵੇ ਆਫ ਵਰਕਿੰਗ ਹੈਗਾ ਜਾਂ ਵੇ ਆਫ ਰਾਊਟ ਹੈਗਾ ਉਹ ਚੇਂਜ ਕਰਨਾ ਪਊਗਾ ਜਾਂ ਕਿਸ ਤਰ੍ਹਾਂ ਕਰਨਾ ਪਊਗਾ ਉਹ ਮੈਂ ਨਹੀਂ ਕਹਿ ਸਕਦਾ, ਪਰ ਮੈਂ ਤਾਂ ਇੱਕ ਸਿਰਫ ਇਹੋ ਹੀ ਕਹਿ ਸਕਦਾ ਕਿ ਲੌ ਕੀ ਕਹਿੰਦਾ ਆ। ਇਹ ਤੁਹਾਨੂੰ ਉਹ ਦੇਖਣਾ ਪਏਗਾ ਕਿ ਜੇ ਤੁਹਾਨੂੰ ਟ੍ਰੈਫਿਕ ਲੱਗ ਗਈ, ਤੁਸੀਂ ਲੇਟ ਲੱਗਦੇ ਆ ਤੇ ਦੈਨ ਤੁਸੀਂ ਪਿੱਛੇ ਥੋੜਾ ਹੋਰ ਪਿੱਛੇ ਖੜ ਜਾਓ ਜਿੱਥੇ ਤੁਹਾਨੂੰ ਸੇਫ ਪਾਰਕਿੰਗ ਹੈਗੀ ਆ, ਕਿਉਂਕਿ ਜਿਹੜਾ ਲਾਅ ਹੈਗਾ ਉਹ ਇਹ ਕਹਿੰਦਾ ਕਿ ਤੁਸੀਂ ਜਦੋਂ ਤੁਹਾਡੇ ਆਵਰਸ ਮੁੱਕੇ ਆ ਤੁਸੀਂ ਨਹੀਂ ਮੂਵ ਕਰ ਸਕਦੇ, ਪਰਸਨਲ ਕਨਵੀਨਸ ਨਹੀਂ ਮੂਵ ਕਰ ਸਕਦੇ ਤੁਸੀਂ, ਕਿਉਂਕਿ ਉਹ ਤੁਹਾਨੂੰ ਬੈਨੀਫਿਟ ਕਰ ਰਿਹਾ ਤੁਹਾਡੇ। ਸੋ ਮੈਂ ਤੁਹਾਨੂੰ ਗਲਤ ਸਲਾਹ ਨਹੀਂ ਦੇ ਸਕਦਾ, ਮੈਂ ਤੁਹਾਨੂੰ ਇਹ ਸਲਾਹ ਦੇ ਰਿਹਾ ਕਿ ਈਦਰ ਤੁਸੀਂ ਆਪਣਾ ਜਿਹੜਾ ਆ ਉਹਨੂੰ ਰਾਊਟ ਚੇਂਜ ਕਰੋ ਜਾਂ ਤੁਸੀਂ ਆਪਣਾ ਕੋਈ ਨਾ ਕੋਈ ਉੱਦਾਂ ਦਾ ਜਿਹੜਾ ਉਹਦਾ ਲੱਭੋ, ਢੰਗ ਲੱਭੋ, ਤਾਂ ਕਿ ਤੁਸੀਂ ਜਾਂ ਤਾਂ ਤੁਸੀਂ ਥੋੜਾ ਪਿੱਛੇ ਖੜ ਜਾਓ ਜਾਂ ਤੁਸੀਂ ਦੂਸਰਾ ਹੋਰ ਰਾਊਟ ਲੱਭ ਕੇ ਉੱਥੇ ਤੱਕ ਪਹੁੰਚ ਸਕਦੇ। ਜੀ, ਕੋਈ ਨਾ ਕੋਈ ਜਿਹੜਾ ਵਿੱਚ ਵਿਚਾਲੇ ਵਾਲਾ ਜਿਹੜਾ ਫਿਰ ਤੁਹਾਨੂੰ ਰਾਹ ਲੱਭਣਾ ਪੈਣਾ। ਕਾਨੂੰਨ ਕਹਿੰਦਾ ਵੀ ਜੇ ਮੁੱਕ ਗਈ ਹੈ ਤੇ ਭਾਈ ਮੁੱਕ ਗਈ ਆ, ਫਿਰ ਤੁਸੀਂ ਨਹੀਂ ਚਲਾ ਸਕਦੇ। ਇਹ ਇਸ ਹਿਸਾਬ ਦੇ ਨਾਲ ਜਿਹੜੀ ਉਹ ਚੀਜ਼ ਹੈਗੀ ਆ। ਅਤੇ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤ ਆ। ਬਹੁਤ ਬਹੁਤ ਸਾਰਿਆਂ ਦਾ ਹੀ ਧੰਨਵਾਦ ਜਿਨ੍ਹਾਂ ਨੇ ਕਾਲਸ ਕੀਤੀਆਂ, ਜਿਨ੍ਹਾਂ ਨੇ ਆਪਣੇ ਸਵਾਲ ਜਵਾਬ ਕੀਤੇ। ਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਅਤੇ ਜ਼ਰੂਰ ਟਰਾਈ ਕਰਿਓ ਜਿਨ੍ਹਾਂ ਦੇ ਸਵਾਲ ਫੇਸਬੁੱਕ ਦੇ ਉੱਤੇ ਰਹਿ ਗਏ, ਜੇ ਤੁਸੀਂ ਲਿਖ ਕੇ ਉਹਨਾਂ ਨੂੰ ਜੇ ਤੁਸੀਂ ਰਿਪਲਾਈ ਕਰ ਸਕੋ ਤਾਂ ਜੋ ਉਹਨਾਂ ਨੂੰ ਜਿਹੜਾ ਹੋਰ ਕਲੈਰਿਟੀ ਉਹਨਾਂ ਸਵਾਲਾਂ ਦੇ ਬਾਰੇ ਜਿਹੜੀ ਆ ਉਹ ਹੋ ਸਕੇ। ਅਤੇ ਮਾਫੀ ਚਾਹੁੰਦੇ ਆਪਣੇ ਸਰੋਤਿਆਂ ਤੋਂ, ਹੋਰ ਕਾਲਸ ਜਿਹੜੀਆਂ ਉਹ ਅਸੀਂ ਹੁਣ ਨਹੀਂ ਲੈ ਸਕਾਂਗੇ ਕਿਉਂਕਿ ਸਮਾਂ ਆਲਰੇਡੀ ਆਪਾਂ 10 ਮਿੰਟ ਜਿਹੜਾ ਉੱਤੇ ਲੈ ਕੇ ਜਾ ਚੁੱਕੇ ਹਾਂ। ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਿਲਕੁਲ ਸਰੋਤਿਓ, ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਜ਼ਰੂਰ ਕਾਲ ਕਰਕੇ ਬਾਅਦ 'ਚ ਦੱਸਿਓ। ਤੁਹਾਡੇ ਜਿਹੜੇ ਹੋਰ ਵੀ ਦੋਸਤ ਮਿੱਤਰ ਇਸ ਇੰਡਸਟਰੀ ਦੇ ਵਿੱਚ ਹੈਗੇ ਉਹਨਾਂ ਨੂੰ ਵੀ ਜ਼ਰੂਰ ਦੱਸਿਆ ਕਰੋ, ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਇਹ ਆ ਵੀ ਜਿਹੜੇ ਆਪਣੇ ਜਿੰਨੇ ਵੀ ਭੈਣ ਭਰਾ ਇਸ ਬਿਜ਼ਨਸ 'ਚ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਆ ਅਪਡੇਟ ਉਹਨਾਂ ਦੇ ਬਿਜ਼ਨਸ ਕੀ ਹੋ ਰਹੀ ਆ ਜਾਂ ਕਿਤੇ ਉਹਨਾਂ ਦਾ ਫਾਇਦਾ ਹੁੰਦਾ ਹੋਵੇ ਉਹ ਹੋ ਜਾਏ। ਬਲਕਿ ਅਸੀਂ ਕਈ ਸਾਰੀਆਂ ਜਿਹੜੀਆਂ ਸਾਡੀਆਂ ਐਡਾਂ ਆ ਉਹ ਇਸ ਪ੍ਰੋਗਰਾਮ 'ਚ ਨਹੀਂ ਚੱਲਦੀਆਂ ਕਿਉਂਕਿ ਲੰਮਾ ਪ੍ਰੋਗਰਾਮ ਹੋ ਜਾਂਦਾ ਜੀ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਹੁਣ ਨਹੀਂ ਲੈ ਸਕਾਂਗੇ ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।